देख रहे हो KTV ग्लोबल। ਅੱਜ ਸਿੱਖਾਂ ਦੀ ਸਰਵਉੱਚ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਿਲਾਫ ਸਿੱਖ ਸੰਸਥਾਵਾਂ ਵੱਲੋਂ ਇੱਕ ਵੱਡਾ ਪ੍ਰਦਰਸ਼ਨ ਜਿਹੜਾ ਉਹ ਕੀਤਾ ਜਾ ਰਿਹਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਕਿ ਸਿੱਖਾਂ ਦੀ ਇਕੱਲੀ ਸਰਵਉੱਚ ਸੰਸਥਾ ਹੀ ਨਹੀਂ, ਜਿਹਨੂੰ ਮਿੰਨੀ ਪਾਰਲੀਮੈਂਟ ਵੀ ਕਿਹਾ ਜਾਂਦਾ, ਤਾਂ ਸ਼੍ਰੋਮਣੀ ਕਮੇਟੀ ਦਾ ਬਜਟ ਇਜਲਾਸ ਜਿਹੜਾ ਕਿ ਭਾਰਤ ਦੀਆਂ ਕਈ ਸਟੇਟਾਂ ਦੇ ਬਜਟ ਦੇ ਨਾਲੋਂ ਵੱਡਾ ਹੁੰਦਾ, ਤਾਂ ਉਹ ਪੈਸਾ ਕਿੱਥੇ ਲੱਗਦਾ, ਕਿੱਥੇ ਲਾਇਆ ਜਾਂਦਾ, ਕਿਸ ਤਰ੍ਹਾਂ ਇਕੱਤਰ ਕੀਤਾ ਜਾਂਦਾ, ਉਹ ਜਿਹੜੇ ਸਾਰੀਆਂ ਗੱਲਾਂ ਬਾਤਾਂ ਵੀ ਅਸੀਂ ਇਹਨਾਂ ਆਗੂਆਂ ਦੇ ਨਾਲ ਕਰਾਂਗੇ। ਤਾਂ ਦਲ ਖਾਲਸਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਜਿਹੜਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਦਫ਼ਤਰ ਦੇ ਬਾਹਰ ਇੱਕ ਬਹੁਤ ਵੱਡਾ ਤੇ ਇੱਕ ਤਿੱਖਾ ਪ੍ਰਦਰਸ਼ਨ ਜਿਹੜਾ ਉਹ ਕੀਤਾ ਜਾ ਰਿਹਾ। ਇਤਿਹਾਸ ਦੇ ਵਿੱਚ ਸ਼ਾਇਦ ਕੁਝ ਜਿਹੜੀਆਂ ਇਸ ਤਰ੍ਹਾਂ ਦੀਆਂ ਘਟਨਾਵਾਂ ਹੋਣਗੀਆਂ ਜਦੋਂ ਸ਼੍ਰੋਮਣੀ ਕਮੇਟੀ ਖੁਦ ਜਿਹੜੀ ਆ ਉਹ ਆਪਦੇ ਕੰਮਾਂ ਕਰਕੇ ਇਸ ਤਰ੍ਹਾਂ ਬੁਰੀ ਘਿਰੀ ਹੋਵੇ। ਤਾਂ ਜਿਹੜੇ ਇਹਨਾਂ ਹੱਥਾਂ ਦੇ ਵਿੱਚ ਤਖਤੀਆਂ ਫੜੀਆਂ ਹੋਈਆਂ ਸੀ ਉਹਨਾਂ ਵੱਲ ਨਿਗਾਹ ਮਾਰ ਲਈਏ। 328 ਲਾਪਤਾ ਪਾਵਨ ਸਰੂਪ ਕਿੱਥੇ ਹਨ, ਦੋਸ਼ੀਆਂ ਨੂੰ ਸਜ਼ਾ ਕਦੋਂ ਤੇ ਕਿਵੇਂ, ਜਿਹੜਾ ਇਹ ਸਵਾਲ ਆ, ਇਸ ਸਵਾਲ ਦਾ ਜਿਹੜਾ ਜਵਾਬ ਆ ਉਹ ਵੀ ਅਸੀਂ ਇਹਨਾਂ ਤੋਂ ਮੰਗਣ ਦੀ ਕੋਸ਼ਿਸ਼ ਕਰਾਂਗੇ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਵਾਹਿਗੁਰੂ ਖਾਲਸਾ ਫਤਿਹ ਜੀ। ਕੀ ਨਾਮ ਹੈ ਜੀ ਤੁਹਾਡਾ, ਕਿੱਥੋਂ ਆਏ ਹੋ? ਹਰਵਿੰਦਰ ਸਿੰਘ ਹਰਮੋਹੀ, ਹੁਸ਼ਿਆਰਪੁਰ ਤੋਂ ਜੀ। ਹੁਸ਼ਿਆਰਪੁਰ ਤੋਂ ਆਏ ਆ। ਤੁਸੀਂ ਲਿਖਿਆ ਹੋਇਆ 328 ਲਾਪਤਾ ਪਾਵਨ ਸਰੂਪ ਕਿੱਥੇ ਹਨ। ਤੁਸੀਂ ਕਿਹਾ ਲਾਪਤਾ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਤਾਂ ਕਹਿੰਦੇ ਬਾਅਦ ਚੋਂ ਮੁੱਕਰ ਗਏ ਸੀ, ਕਹਿੰਦੇ ਲਾਪਤਾ ਹੋਏ ਹੀ ਨਹੀਂ, ਉਹ ਰਿਕਾਰਡ ਦੇ ਵਿੱਚ ਫਰਕ ਆ। ਫਿਰ ਤੁਸੀਂ ਕਿਹਾ ਵੀ ਦੋਸ਼ੀਆਂ ਨੂੰ ਸਜ਼ਾ ਕਦੋਂ ਤੇ ਕਿਵੇਂ ਹੋਵੇ, ਕੀ ਕਹਿਣਾ ਚਾਹੁੰਦੇ ਹੋ? ਦੇਖੋ, ਸਾਰਾ ਕੁਝ ਉਹਨਾਂ ਨੂੰ ਪਤਾ ਵਾ। ਜੇ ਪਤਾ ਹੋਣ ਦੇ ਬਾਵਜੂਦ ਉਹ ਦੱਸ ਨਹੀਂ ਰਹੇ, ਕਿਉਂਕਿ ਉਹਨਾਂ ਨੇ ਜਿਹੜੀਆਂ ਸੰਸਥਾਵਾਂ ਨੂੰ ਦਿੱਤੇ ਹੋਏ ਨੇ ਉਹ ਨਸ਼ਰ ਨਹੀਂ ਕਰ ਰਹੇ। ਇਸੇ ਕਰਕੇ ਅੱਜ ਅਸੀਂ ਇਕੱਤਰ ਹੋਏ ਹਾਂ, ਉਹਨਾਂ ਨੂੰ ਪੁੱਛਿਆ ਜਾਵੇ, ਦੱਸਣ ਇਹੋ ਉਹ ਆਪਣੀ ਜ਼ਮੀਰ ਨੂੰ ਹਲੂਣਨ ਲਈ ਉਹਨਾਂ ਨੂੰ ਵੀ ਕਿੱਥੇ ਸਰੂਪ ਉਹਨਾਂ ਨੇ ਦਿੱਤੇ ਹੋਏ ਨੇ, ਸਾਨੂੰ ਸਿੱਖ ਕੌਮ ਨੂੰ ਪਤਾ ਲੱਗੇ ਉਹਨਾਂ ਦਾ ਜੀ। ਸਰੂਪ ਕਿੱਥੇ ਦਿੱਤੇ ਆ? ਛੋਟੇ ਛੋਟੇ ਬੱਚੇ ਆ, ਇਹਨਾਂ ਦੇ ਹੱਥਾਂ ਦੇ ਵਿੱਚ ਜਿਹੜੇ ਬੋਰਡ ਆ, ਦੋਸ਼ੀਆਂ ਨੂੰ ਸਜ਼ਾ ਦਿਓ, ਦਿਖਾਓ। ਇੱਧਰ ਲਿਖਿਆ ਹੋਇਆ ਪਨਿਸ਼ ਗਿਲਟੀ। ਤਾਂ ਗਿਲਟੀ ਕੌਣ ਹੈ? ਕੀ ਪ੍ਰਧਾਨ ਗਿਲਟੀ ਹੈ, ਕੀ ਮੁੱਖ ਸਕੱਤਰ ਰੂਪ ਸਿੰਘ ਗਿਲਟੀ ਹੈ, ਜਾਂ ਹਰਚਰਨ ਸਿੰਘ ਜਿਹੜਾ ਇਸ ਦੁਨੀਆ ਤੇ ਨਹੀਂ ਰਿਹਾ ਉਹ ਗਿਲਟੀ ਹੈ, ਜਾਂ ਅਵਤਾਰ ਸਿੰਘ ਮੱਕੜ ਜਿਹੜਾ ਕੁਝ ਸਾਲ ਪਹਿਲਾਂ ਇਹ ਦੁਨੀਆ ਨੂੰ ਛੱਡ ਕੇ ਤੁਰ ਗਿਆ ਉਹ ਗਿਲਟੀ ਹੈ? ਗਿਲਟੀ ਆਖਿਰ ਕੌਣ ਹੈ? ਰੱਬ ਸਜ਼ਾ ਦੇਊਗਾ ਜਿਹੜੇ ਮਰ ਗਏ ਇੱਥੋਂ, ਜਿਹੜੇ ਚਲੇ ਗਏ ਆ, ਜਿਹੜੇ ਪੂਰੇ ਹੋ ਗਏ ਆ, ਜਾਂ ਸਿੱਖ ਕੌਮ ਸਜ਼ਾ ਦੇਊਗੀ? ਤਾਂ ਅੱਗੇ ਹੋਰ ਵੀ ਜਿਹੜੇ ਆਗੂ ਹੈ, SGPC ਹੈਡ ਲੌਂਗੋਵਾਲ ਸ਼ੁੱਡ ਰਿਜ਼ਾਈਨ। ਤਾਂ ਕੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਇਸ ਮੰਗ ਨੂੰ ਮੰਨਦੇ ਹੋਏ ਅਸਤੀਫਾ ਦੇਣਗੇ? ਜੇ ਅਸਤੀਫਾ ਦੇ ਦਿੰਦੇ ਆ ਤਾਂ ਕੀ ਅਸਤੀਫਾ ਦੇਣ ਦੇ ਨਾਲ ਇਹਨਾਂ ਦੀ ਜਿਹੜੀ ਮੰਗ ਆ ਪੂਰੀ ਹੋ ਜਾਂਦੀ ਆ? ਬੜੇ ਤਿੱਖੇ ਸ਼ਬਦਾਂ ਦੇ ਨਾਲ ਜਿਹੜੀ ਇਸ ਜਿਹੜਾ ਕਿ ਘਟਨਾ ਦੀ, ਇਸ ਜਿਹੜੇ ਕਿ ਪ੍ਰੋਗਰਾਮ ਦੀ, ਇਸ ਜਿਹੜੀ ਗਲਤੀ ਦੀ, ਗੁਨਾਹ ਦੀ ਜਿਹੜੀ ਆ ਉਹ ਆਲੋਚਨਾ ਕੀਤੀ ਜਾ ਰਹੀ। ਆਲੋਚਨਾ ਹੋਵੇ ਵੀ ਕਿਉਂ ਨਾ, ਸ਼੍ਰੋਮਣੀ ਕਮੇਟੀ ਦੇ ਵਿੱਚ ਬਹੁਤ ਸਾਰੇ ਘਪਲੇ ਹੋਏ ਆ। ਇੱਥੇ ਟਾਟਾਂ ਦੇ ਘਪਲੇ ਆ, ਬਰਤਨਾਂ ਦੇ ਥਾਲੀਆਂ ਦੇ ਘਪਲੇ ਆ, ਦੇਗਾਂ ਦੀਆਂ ਪਰਚੀਆਂ ਦੇ ਘਪਲੇ ਆ, ਰੁਮਾਲਾ ਸਾਹਿਬਾਂ ਦੇ ਘਪਲੇ ਆ, ਨੌਕਰੀਆਂ ਦੇ ਘਪਲੇ ਆ, ਬਿਲਡਿੰਗ ਦੇ ਘਪਲੇ ਆ, ਮਟੀਰੀਅਲ ਦੇ ਘਪਲੇ ਆ। ਇੱਥੇ ਜਿਹੜੇ ਆ ਮਤਲਬ ਜਦੋਂ ਸ਼੍ਰੋਮਣੀ ਕਮੇਟੀ ਦੀਆਂ ਸਰਾਵਾਂ ਬਣਾਈਆਂ ਜਾਂਦੀਆਂ ਉਹਨਾਂ ਦੇ ਵਿੱਚ ਬਜਟ ਦੇ ਵਿੱਚ ਘਪਲੇ ਆ, ਤੇ ਅਖੀਰ ਨੂੰ ਘਪਲਾ ਹੋ ਗਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ। ਬਾਕੀ ਸਾਰੇ ਪ੍ਰਵਾਨ ਕੀਤੇ ਆ, ਇਗਨੋਰ ਵੀ ਕੀਤੇ ਆ, ਪਰ ਇੱਥੇ ਜਿਹੜੀ ਆ ਚੁੱਪ ਨਹੀਂ। ਤਾਂ ਸਾਡੇ ਨਾਲ ਹੋਰ ਜਿਹੜੇ ਆਗੂ ਮੌਜੂਦ ਹੈਗੇ ਆ, ਸ਼੍ਰੋਮਣੀ ਕਮੇਟੀ ਦੇ ਜਿਹੜੇ ਸੀਨੀਅਰ ਆਗੂ ਆ, ਮੈਂਬਰ ਆ, ਪੰਜੋਲੀ ਸਾਹਿਬ, ਇੱਧਰ ਆ ਜਾਓ ਜੀ, ਉਹ ਆਏ, ਅਸੀਂ ਗੱਲਬਾਤ ਕਰਾਂਗੇ। ਸਵਾਗਤ ਹੈ ਜੀ KTV ਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਮਿੰਟ ਪਹਿਲਾਂ ਇਹਨਾਂ ਵਾਲਾ ਕੰਮ ਕਰ ਲੈਣ ਦੇ, ਫਿਰ ਤੂੰ ਚਿੱਠੀ ਦੇਤੀ ਇਹਨਾਂ ਨੂੰ। ਜੀ, ਚਿੱਠੀ ਜਿਹੜੀ ਇਹਨਾਂ ਨੇ ਮੰਗ ਪੱਤਰ ਦਿੱਤਾ, ਉਹ ਕਹਿੰਦੇ ਪਹਿਲਾਂ ਇਹਨਾਂ ਨੂੰ ਕੰਮ ਕਰ ਲੈਂਦੇ ਹੋ। ਤਾਂ ਮੰਗ ਪੱਤਰ ਜਿਹੜਾ ਦਿੱਤਾ ਜਾ ਰਿਹਾ, ਅਸੀਂ ਅੱਗੇ ਵੀ ਜਿਹੜੀ ਗੱਲਬਾਤ ਕਰਾਂਗੇ, ਹੋਰ ਆਗੂਆਂ ਨਾਲ ਗੱਲਬਾਤ ਕਰਾਂਗੇ। ਤਾਂ ਕਿਉਂ ਆਖਰ ਸ਼੍ਰੋਮਣੀ ਕਮੇਟੀ ਆ ਇਸ ਤਰ੍ਹਾਂ ਦੇ ਵਿਵਾਦ ਦੇ ਵਿੱਚ ਕਿਉਂ ਕਰੀ? ਜਿਹੜੀ ਸੰਸਥਾ ਨੇ ਸਿੱਖਾਂ ਦੀ ਅਗਵਾਈ ਕਰਨੀ ਸੀ, ਤਾਂ ਸਿੱਖ ਹੀ ਉਸ ਖਿਲਾਫ ਪ੍ਰਦਰਸ਼ਨ ਕਰ ਰਹੇ ਆ। ਹੋਰ ਆਗੂ ਮੌਜੂਦ ਆ, ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਬਲਵੰਤ ਸਿੰਘ ਗੋਪਾਲਾ ਜਿਹੜੇ ਆ ਫੈਡਰੇਸ਼ਨ ਭਿੰਡਰਾਂਵਾਲੇ ਦੇ ਆਗੂ ਆ, ਹੋਰ ਆਗੂ ਮੌਜੂਦ ਹੈ, ਗੱਲਬਾਤ ਕਰਾਂਗੇ। ਹਾਂਜੀ, ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਭਾਈ ਸਾਹਿਬ, ਸਿੱਖਾਂ ਦੀ ਸਰਵਉੱਚ ਸੰਸਥਾ ਸ਼੍ਰੋਮਣੀ ਕਮੇਟੀ ਮਿੰਨੀ ਪਾਰਲੀਮੈਂਟ ਆ, ਚੰਗਾ ਲੱਗਦਾ ਤੁਸੀਂ ਗੇਟ ਅੱਗੇ ਖਲੋਤੇ ਜਿੰਦਾਬਾਦ ਮੁਰਦਾਬਾਦ ਕਰ ਰਹੇ ਹੋ, ਖਲੋਤੇ ਹੋ, ਕੀ ਕਹਿੰਦੇ ਹੋ? ਅਸੀਂ ਜੀ ਸਿੱਖਾਂ ਦੀ ਇਹ ਪਾਰਲੀਮੈਂਟ ਆ, ਜਿਸ ਜਗ੍ਹਾ ਤੇ ਉੱਤੇ ਸਿੱਖ ਆਸਥਾ ਨਾਲ ਆਉਂਦੇ ਆ, ਤੇ ਜਿੱਥੇ ਆਣ ਕੇ ਕੋਈ ਵੀ ਕਿਤੇ ਗਾਇਬ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਬੇਅਦਬੀ ਹੋ ਜਾਂਦੀ ਆ, ਤੇ ਅਸੀਂ ਗਲ 'ਚ ਪੱਲਾ ਪਾ ਕੇ ਨਿਮਾਣੇ ਸਿੱਖ ਵਜੋਂ ਇਸ ਜਗ੍ਹਾ ਤੇ ਆਣ ਕੇ ਹਾਜ਼ਰ ਹੋ ਕੇ ਨਤਮਸਤਕ ਹੋ ਕੇ ਆਪਣੀ ਖਿਮਾ ਜਾਚਨਾ ਕਰਦੇ ਆ। ਲੇਕਿਨ ਜਿਸ ਸੰਸਥਾ ਤੋਂ ਇਹ ਵੱਡੀਆਂ ਆਸਾਂ ਸੀ, ਉਹ ਸੰਸਥਾ ਨੇ ਹੀ ਉਸ ਜਗ੍ਹਾ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਗਾਇਬ ਹੋ ਜਾਣ, ਲਾਪਤਾ ਹੋ ਜਾਣ। ਮੱਕੇ ਉੱਪਰੇ ਅਜਾੜਾ, ਹਰਮੰਦਰ ਸਾਹਿਬ ਤੋਂ ਪਰੇ ਸਿੱਖ ਲਈ ਕੋਈ ਥਾਂ ਨਹੀਂ। ਫਿਰ ਅਸੀਂ ਜਾਈਏ ਤੇ ਜਾਈਏ ਕਿਹਦੇ ਦੀਵਾਰ ਅੱਗੇ ਜਾਈਏ, ਤੇ ਕਿਹਨੂੰ ਜਾ ਕੇ ਆਖੀਏ ਕਿ ਸਾਡੇ ਸਤਿਗੁਰਾਂ ਦੇ ਪਾਵਨ ਸਰੂਪ ਕਿੱਥੇ ਗਏ? ਤਾਂ ਕਿਹਨੂੰ ਕਿਹਾ ਜਾਵੇ ਸਰੂਪ ਕਿੱਥੇ ਗਏ? ਕਿਉਂਕਿ ਮੋਰਚਾ ਵੀ ਅੰਦਰ ਲੱਗਿਆ ਹੋਇਆ, ਜਿਹੜਾ ਕਿ ਉਹਨੂੰ 2 ਹਫ਼ਤਿਆਂ ਤੋਂ ਉੱਤੇ ਹੋ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਜਿਹੜੇ ਲਾਪਤਾ ਕੀਤੇ ਗਏ, ਉਸ ਤੋਂ ਬਾਅਦ ਉੱਥੇ ਪ੍ਰਦਰਸ਼ਨ ਹੋਇਆ ਕਿ ਨਿਹੰਗ ਸਿੰਘ ਦੀ ਜਿਹੜੀ ਦਸਤਾਰ ਉਤਾਰੀ ਗਈ, ਲਹੂ ਲੁਹਾਨ ਕੀਤਾ ਗਿਆ ਟਾਸਕ ਫੋਰਸ ਵੱਲੋਂ, ਸੁਰੱਖਿਆ ਦਸਤੇ ਵੱਲੋਂ। ਬੜਾ ਵੱਡਾ ਜਿਹੜਾ ਇੱਕ ਇਹ ਮੰਦਭਾਗਾ ਸਮਾਂ ਚੱਲ ਰਿਹਾ ਸੀ। ਤਾਂ ਹੋਰ ਆਗੂ ਮੌਜੂਦ ਆ, ਅਸੀਂ ਸਾਰਿਆਂ ਦੀ ਜਿਹੜੀ ਉਹ ਸਾਂਝ ਪਾਉਣੀ ਚਾਹਾਂਗੇ। ਭਾਈ ਨਰੈਣ ਸਿੰਘ ਜੀ ਚੌੜਾ ਸਾਹਿਬ ਸਾਡੇ ਨਾਲ ਮੌਜੂਦ ਹੈ, ਇੱਧਰ ਆ ਜਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।
ਭਾਈ ਸਾਹਿਬ ਜੀ ਚਰਚਾ ਆ ਵੀ ਸ਼੍ਰੋਮਣੀ ਕਮੇਟੀ ਜਿਹੜੀ ਸਿੱਖਾਂ ਦੀ ਸੰਸਥਾ ਸਰਵਉੱਚ ਸੰਸਥਾ ਚ ਕੋਈ ਦੋ ਰਾਏ ਨਹੀਂ, ਮਿੰਨੀ ਪਾਰਲੀਮੈਂਟ ਵੀ ਆ, ਪਰ ਕਹਿੰਦੇ ਵੀ ਇਸ ਤਰ੍ਹਾਂ ਬਾਹਰ ਪ੍ਰਦਰਸ਼ਨ ਕਰਨਾ ਜਿਹੜੇ ਆਮ ਸਿੱਖ ਆ ਉਹਨਾਂ ਤੇ ਗਲਤ ਪ੍ਰਭਾਵ ਜਾਂਦਾ। ਸ਼੍ਰੋਮਣੀ ਕਮੇਟੀ ਦੇ ਹਮਾਇਤੀ ਕਹਿੰਦੇ ਆ ਇਹ ਚੰਗਾ ਨਹੀਂ ਲੱਗਦਾ, ਬਾਹਰ ਖਲੋਤੇ ਆ, ਸਾਡੀ ਸੰਸਥਾ ਹਰਿਮੰਦਰ ਸਾਹਿਬ ਦੇ ਬਾਹਰ ਖਲੋਤੇ ਆ, ਚੰਗਾ ਨਹੀਂ ਲੱਗਦਾ, ਤੁਸੀਂ ਕੀ ਕਹਿੰਦੇ ਹੋ? ਵੇਖੋ ਜੀ, ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਪੰਥ ਦੀ ਸੰਸਥਾ ਵਾ, ਅਸੀਂ ਉਹਦੇ ਵਿਰੁੱਧ ਨਹੀਂ ਖਲੋਤੇ। ਅਸੀਂ ਜਿਹੜੇ ਉਹਦੇ ਵਿੱਚ ਦੋਸ਼ੀ ਨੇ 328 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਲਾਪਤਾ ਕਰਨ ਦੇ, ਅਸੀਂ ਉਹਨਾਂ ਵਾਸਤੇ ਦੋਸ਼ੀ ਆ। ਉਹ ਪੰਥ ਦੇ ਕਟਹਿਰੇ 'ਚ ਖੜੇ ਨੇ ਤੇ ਅਸੀਂ ਦੱਸ ਰਹੇ ਹਾਂ ਕਿ ਪੰਥ ਤੁਹਾਡੇ ਕੋਲੋਂ ਜਵਾਬ ਮੰਗ ਸਕਦਾ ਵਾ। ਹੁਣ ਮਸਲਾ ਕੀ ਸੀ? ਪਹਿਲਾਂ ਇਹਨਾਂ ਦੀ ਰਿਪੋਰਟ ਦੇ ਅਨੁਸਾਰ 267 ਸਰੂਪ ਲਾਪਤਾ ਸਨ। ਇਹਨਾਂ ਨੇ ਉਹਨਾਂ ਦੀ ਭਰਪਾਈ ਕਰਨ ਵਾਸਤੇ 61 ਪਾਵਨ ਸਰੂਪ ਇੱਕ ਵਾਰੀ ਤੇ 125 ਇੱਕ ਵਾਰੀ 186 ਕੁੱਲ ਸਰੂਪ ਛਾਪ ਕੇ ਤੇ 80 ਪਾਵਨ ਸਰੂਪ ਜਿਹੜੇ ਸ਼ਾਰਟ ਸਰਕਟ ਦੇ ਨਾਲ 19 ਮਈ 2016 ਨੂੰ ਕੁਝ ਅਗਨ ਭੇਟ ਹੋ ਗਏ ਤੇ ਕੁਝ ਜਿਹੜੇ ਆ ਉਹ ਅੱਗ ਬੁਝਾਉਣ ਦੇ ਵਾਸਤੇ ਪਾਣੀ ਦੀ ਵਰਤੋਂ ਕਰਦਿਆਂ ਨੁਕਸਾਨੇ ਗਏ। ਉਹ ਟੋਟਲ 80 ਸਨ। ਹੁਣ 186 ਤੇ 80 ਕਿੰਨੇ ਬਣ ਜਾਂਦੇ? 266। ਇਹਨਾਂ ਨੇ ਉਹ 266 ਆਪਣੇ ਵੱਲੋਂ ਗਿਣਤੀ ਪੂਰੀ ਕਰ ਲਈ ਸੀ, ਲੇਕਿਨ ਪੰਥ ਨੇ ਇਹਨਾਂ ਦੀ ਸਾਜ਼ਿਸ਼ ਨੂੰ ਸਿਰੇ ਨਹੀਂ ਚੜ੍ਹਨ ਦਿੱਤਾ। 125 ਸਰੂਪ ਅਜੇ ਵੀ ਜਿਲਤ ਸਾਜ਼ਾਂ ਦੇ ਕੋਲ ਉਹ ਉਸੇ ਤਰ੍ਹਾਂ ਹੀ ਸੁਭਾਏਮਾਨ ਨੇ ਤੇ ਜਿਹੜੇ 61 ਨੇ ਉਹਨਾਂ ਦੀਆਂ ਜਿਲਤਾਂ ਵੱਜ ਚੁੱਕੀਆਂ ਸਨ ਤੇ ਉਹ ਇਹਨਾਂ ਨੇ ਕਿਤੇ ਹੋਰ ਥਾਂ ਛੁਪਾ ਕੇ ਰੱਖੇ ਨੇ। ਇਹ ਚਾਹੁੰਦੇ ਸੀ ਕਿ ਅਸੀਂ ਪੰਥ ਦੇ ਸਾਹਮਣੇ ਲਾਪਤਾ ਸਰੂਪਾਂ ਦਾ ਮਾਮਲਾ ਆਉਣ ਤੋਂ ਪਹਿਲਾਂ ਹੀ ਦਬਾ ਦਈਏ, ਪਰ ਉਹ ਪੰਥ ਨੇ ਦਬਾਉਣ ਨਹੀਂ ਦਿੱਤਾ। ਇਹ ਦੋਸ਼ੀ ਨੇ। ਪਹਿਲਾਂ ਕਾਹਦੇ ਦੋਸ਼ੀ? ਸਰੂਪ ਲਾਪਤਾ ਕਰਨ ਦੇ, ਫਿਰ ਉਹਦੀ ਭਰਪਾਈ ਕਰਨ ਲਈ ਅਣਅਧਿਕਾਰ ਤਰੀਕੇ ਦੇ ਨਾਲ ਸਰੂਪ ਛਾਪਣ ਦੇ ਤੇ ਜਿਹੜੇ 80 ਸਰੂਪ ਸ਼ਾਰਟ ਸਰਕਟ ਦੇ ਨਾਲ ਅਗਨ ਭੇਟ ਹੋ ਗਏ, ਨੁਕਸਾਨੇ ਗਏ, ਉਹਨਾਂ ਦੇ ਸਾਰੇ ਹੀ ਸਬੂਤ ਮਿਟਾ ਦਿੱਤੇ ਗਏ। ਇੱਕ ਵੀ ਸਬੂਤ ਨਹੀਂ ਰੱਖਿਆ ਗਿਆ। ਨਾ ਜਿੱਥੇ ਅਗਨ ਭੇਟ ਹੋਏ ਉੱਥੇ ਲਾਗ ਬੁੱਕ ਦੇ ਵਿੱਚ ਐਂਟਰੀ ਕੀਤੀ ਗਈ, ਨਾ ਗੋਇੰਦਵਾਲ ਸਾਹਿਬ ਜਿੱਥੇ ਅੱਗੇ ਸੰਸਕਾਰ ਕੀਤਾ ਗਿਆ ਉੱਥੇ ਉਹਦਾ ਰਿਕਾਰਡ ਰੱਖਿਆ ਗਿਆ। ਸੀਸੀਟੀਵੀ ਕੈਮਰੇ ਦੀ ਫੁਟੇਜ ਵੀ ਮਿਟਾ ਦਿੱਤੀ ਗਈ। ਹਰ ਸਬੂਤ ਜਿਹੜਾ ਵਾ ਉਹਨੂੰ ਮਿੱਥ ਕੇ ਮਿਟਾਇਆ ਗਿਆ ਤੇ ਅਸਲ ਦੋਸ਼ੀ ਕੌਣ ਨੇ ਇਹ ਲਾਪਤਾ ਸਰੂਪਾਂ ਦੇ? ਉਹ ਨਿਸ਼ਾਨਾ ਜਿਹੜਾ ਵਾ ਉਹ ਬਾਦਲ ਪਰਿਵਾਰ ਵੱਲ ਜਾਂਦਾ ਵਾ, ਕਿਉਂਕਿ ਬਾਦਲ ਪਰਿਵਾਰ ਡੇਰਾ ਪੰਥੀਆਂ ਦਾ ਸ਼ਰਧਾਲੂ ਆ ਤੇ ਜੇ ਇਹ ਸਰੂਪ ਸੰਗਤਾਂ ਦੇ ਕੋਲ ਗੁਰਦੁਆਰਾ ਸਾਹਿਬਾਨ ਦੇ ਵਿੱਚ ਜਿੱਥੇ ਮਰਜ਼ਾਦਾ ਪੂਰਨ ਲਾਗੂ ਹੁੰਦੀ ਸੀ, ਜੇ ਉੱਥੇ ਭੇਜੇ ਜਾਂਦੇ ਤਾਂ ਫਿਰ ਇਹਨਾਂ ਨੂੰ ਛਪਾਉਣ ਦੀ ਲੋੜ ਨਹੀਂ ਸੀ। ਇਹ ਸਾਰੇ ਦੇ ਸਾਰੇ ਸਰੂਪ ਉਹਨਾਂ ਸਥਾਨਾਂ ਤੇ ਪਹੁੰਚਾਏ ਗਏ ਨੇ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦਾ ਪੂਰਨ ਸਤਿਕਾਰ ਨਹੀਂ ਹੁੰਦਾ, ਖਾਲਸਾਈ ਮਰਜ਼ਾਦਾ ਪੂਰਨ ਰੂਪ ਵਿੱਚ ਨਿਭਾਈ ਨਹੀਂ ਜਾਂਦੀ। ਇਹ ਉੱਥੇ ਸਾਰੇ ਸਰੂਪ ਜਿਹੜੇ ਆ ਭੇਜੇ ਗਏ ਆ ਤੇ ਭੇਜੇ ਕਿਹਦੇ ਕਹਿਣ ਦੇ ਉੱਤੇ ਗਏ ਆ? ਭੇਜੇ ਗਏ ਆ ਸਿਆਸਤਦਾਨਾਂ ਦੇ, ਜਿਹਦੇ ਵਿੱਚ ਮੁੱਖ ਨਾਂ ਆਉਂਦਾ ਵਾ ਬੀਬੀ ਹਰਸਿਮਰਤਜੀਤ ਕੌਰ ਦਾ, ਪ੍ਰਕਾਸ਼ ਸਿੰਘ ਮਜੀਠੀਏ ਦਾ ਤੇ ਫਿਰ ਸੁਖਬੀਰ ਬਾਦਲ ਦਾ, ਫਿਰ ਚੀਮੇ ਦਾ। ਉਹਨਾਂ ਨੇ ਅੱਗੇ ਰੂਪ ਸਿੰਘ ਜਿਹੜਾ ਚੀਫ ਸਕੱਤਰ ਸੀ ਉਹਨੂੰ ਫੋਨ ਕੀਤਾ। ਰੂਪ ਸਿੰਘ ਸਕੱਤਰ ਨੇ ਅੱਗੇ ਆਪਣੇ ਜਿਹੜੇ ਅਧੀਨ ਸਕੱਤਰ ਜਾਂ ਮੀਤ ਸਕੱਤਰ ਸਨ ਉਹਨਾਂ ਨੂੰ ਫੋਨ ਕੀਤਾ। ਜੇ ਇਹ ਸਾਰੇ ਸਕੈਂਡਲ ਦਾ ਦੋਸ਼ੀ ਕੱਲਾ ਕਮਲਜੀਤ ਸਿੰਘ ਹੁੰਦਾ ਤਾਂ ਫਿਰ ਇਹਨਾਂ ਨੂੰ 186 ਸਰੂਪ 61 ਇੱਕ ਵਾਰੀ ਤੇ 125 ਇੱਕ ਵਾਰੀ ਛਪਾਉਣ ਦੀ ਲੋੜ ਨਾ ਪੈਂਦੀ, ਫਿਰ ਉਹਨੂੰ ਦੋਸ਼ੀ ਠਹਿਰਾ ਕੇ ਤੇ ਕਟਹਿਰੇ ਵਿੱਚ ਖੜਾ ਕਰ ਦਿੰਦੇ। ਲੇਕਿਨ ਜਦੋਂ ਇਹ ਸਾਜ਼ਿਸ਼ ਨੰਗੀ ਹੋ ਗਈ ਉਸ ਤੋਂ ਬਾਅਦ ਇਹਨਾਂ ਨੇ ਯਤਨ ਕੀਤਾ ਕਿ ਜਿਹੜੇ ਮੁਲਾਜ਼ਮ ਨੇ ਉਹਨਾਂ ਦੇ ਨਾਲ ਕੰਪਰੋਮਾਈਜ਼ ਕਰ ਲਿਆ ਜਾਵੇ। ਪਹਿਲਾਂ ਐਗਜ਼ੈਕਟਿਵ ਦੇ ਵਿੱਚ 48 ਕਮੇਟੀ ਦੀ ਰਿਪੋਰਟ ਆਉਣ ਤੋਂ ਬਾਅਦ ਫੈਸਲਾ ਲਿਆ ਗਿਆ ਕਿ ਇਹਨਾਂ ਉੱਤੇ ਦੋਸ਼ੀਆਂ ਉੱਤੇ ਫੌਜਦਾਰੀ ਮੁਕੱਦਮਾ ਦਰਜ ਕੀਤਾ ਜਾਵੇਗਾ। ਲੇਕਿਨ ਅਗਲੀ ਮੀਟਿੰਗ ਦੇ ਵਿੱਚ ਯੂ ਟਰਨ ਲੈ ਕੇ ਪਹਿਲੇ ਫੈਸਲੇ ਨੂੰ ਬਦਲ ਦਿੱਤਾ ਗਿਆ। ਜੇ ਮੰਨ ਲਓ ਕਿ ਮੁਲਾਜ਼ਮ ਹੀ ਦੋਸ਼ੀ ਸਨ ਤੇ ਫਿਰ ਉਹਨਾਂ ਵਿਰੁੱਧ ਫੌਜਦਾਰੀ ਮੁਕੱਦਮੇ ਦਰਜ ਕਰਨ ਦੀ ਕੀ ਅੜਚਣ ਸੀ?
ਅਸਲ ਗੱਲ ਇਹ ਆ ਕਿ ਜਦੋਂ ਉਹਨਾਂ ਨੇ ਧਮਕੀ ਦਿੱਤੀ ਕਿ ਅਸੀਂ ਸੱਚ ਬਿਆਨ ਕਰ ਦਿਆਂਗੇ, ਕਮਲਜੀਤ ਸਿੰਘ ਬਾਰ-ਬਾਰ ਕਹਿ ਰਿਹਾ ਕਿ ਮੇਰੇ ਕੋਲੋਂ ਜਿਹੜੀਆਂ ਪਰਚੀਆਂ ਨੇ ਉਹ ਪ੍ਰਧਾਨ ਸਾਹਿਬ ਦੇ ਪੀਏ ਮਹਿੰਦਰ ਸਿੰਘ ਇਆਲੀ ਨੇ ਖੋਹ ਲਈਆਂ ਤੇ ਉਹਦਾ ਦੋਸ਼ ਆ ਤੇ ਉਸ ਦੋਸ਼ ਦਾ ਨਿਪਟਾਰਾ ਉਹਨੂੰ ਧਮਕੀਆਂ ਦੇ ਕੇ ਜਾਂ ਉਹਨੂੰ ਉਹਦੇ ਅਕਾਊਂਟ ਦੇ ਵਿੱਚੋਂ ਪੈਸੇ ਕੱਟ ਕੇ ਨਹੀਂ ਕੀਤਾ ਜਾ ਸਕਦਾ, ਕਿਉਂਕਿ ਇਸੇ ਦਿਨ ਇਹਦੇ ਨਾਲ ਰਾਹ ਕਿਹੜਾ ਖੁੱਲਦਾ ਵਾ ਜੇ ਕੋਈ ਵੀ ਪਾਵਨ ਸਰੂਪ ਜਿਹਦਾ ਅਪਮਾਨ ਹੋਇਆ ਵਾ, ਜਿਹਦੀ ਕਿਸੇ ਨੇ ਬੇਅਦਬੀ ਕੀਤੀ ਆ, ਕਿ ਉਸ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੀ ਭੇਟਾ ਲੈ ਕੇ ਉਸ ਨੂੰ ਛੱਡ ਦਿੱਤਾ ਜਾਂਦਾ? ਬਿਲਕੁਲ ਨਹੀਂ, ਇੰਜ ਨਹੀਂ ਹੋ ਸਕਦਾ, ਇੰਜ ਨਹੀਂ ਹੋਣ ਦਿੱਤਾ ਜਾਵੇਗਾ। ਇੱਕੋ ਇੱਕ ਸਵਾਲ ਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪ ਕਿੱਥੇ ਨੇ, ਕਿਉਂ ਭੇਜੇ, ਕਿਨ ਭੇਜੇ, ਕਿਵੇਂ ਭੇਜੇ, ਤੇ ਉਹਨਾਂ ਸਾਰਿਆਂ ਦਾ ਰਿਕਾਰਡ ਵੀ ਇਹਨਾਂ ਦੇ ਪਾਸ ਮੌਜੂਦ ਆ। ਇੱਕ ਹੈਗੀ ਆ ਲਾਗ ਬੁੱਕ ਗੱਡੀ ਦੀ ਜਿਹਦਾ ਡਰਾਈਵਰ ਨਿਸ਼ਾਨ ਸਿੰਘ ਆ, ਇੱਕ ਹੈਗਾ ਵਾ ਮੁਲਾਜ਼ਮ ਗੁਰਨਾਮ ਸਿੰਘ ਜਿਹਦੇ ਕੋਲ ਉਸ ਰਜਿਸਟਰ ਆ ਜਿਹਦੇ ਉੱਤੇ ਜਿੰਨੇ ਪਾਵਨ ਸਰੂਪ ਭੇਜੇ ਜਾਂਦੇ ਸੀ ਉਹਨਾਂ ਦੀ ਐਂਟਰੀ ਕੀਤੀ ਜਾਂਦੀ ਸੀ, ਨਾਲ ਜਿਹੜੇ 5 ਪਿਆਰੇ ਭੇਜੇ ਜਾਂਦੇ ਸੀ ਉਹਨਾਂ ਦੇ ਨਾਂ ਦਰਜ ਕੀਤੇ ਜਾਂਦੇ ਸੀ। ਰਸਤੇ ਵਿੱਚ ਆਇਆ ਖਰਚਾ ਜਿਹੜਾ ਵਾ ਉਹ ਵੀ ਉਹਦੇ ਵਿੱਚ ਦਰਜ ਕੀਤਾ ਜਾਂਦਾ ਸੀ। ਉਹ ਸਾਰੇ ਸਬੂਤ ਕਿਉਂ ਛੁਪਾ ਕੇ ਰੱਖੇ ਨੇ? ਪੜਤਾਲੀਆ ਕਮਿਸ਼ਨ ਨੇ ਵੀ ਇੱਕ ਚੈਨਲ ਦੇ ਉੱਤੇ ਆਪਣੀ ਇੰਟਰਵਿਊ ਦੇ ਵਿੱਚ ਇਹ ਸਪਸ਼ਟ ਤੌਰ ਦੇ ਉੱਤੇ ਦੋਸ਼ ਲਾਇਆ ਕਿ ਇੱਕ ਆਮ ਕਰਮਚਾਰੀ ਤੋਂ ਲੈ ਕੇ ਉੱਚ ਅਧਿਕਾਰੀ ਤੇ ਉੱਚ ਅਹੁਦੇਦਾਰ ਤੱਕ ਸਾਰੇ ਸਬੂਤ ਜਿਹੜੇ ਨੇ ਮਿੱਥ ਕੇ ਲੁਕਾਏ ਗਏ ਨੇ ਤੇ ਸੱਚ ਦੱਸਣ ਤੋਂ ਕਿਨਾਰਾਕਸ਼ੀ ਕੀਤੀ ਗਈ ਆ। ਬਾਰ-ਬਾਰ ਬੁਲਾਉਣ ਦੇ ਉੱਤੇ ਵੀ ਰੂਪ ਸਿੰਘ ਚੀਫ ਸਕੱਤਰ ਨੇ ਪੜਤਾਲੀਆ ਕਮੇਟੀ ਨੂੰ ਪੜਤਾਲ ਵਿੱਚ ਸਹਿਯੋਗ ਨਹੀਂ ਦਿੱਤਾ। ਇਸ ਕਰਕੇ ਮਸਲਾ ਇੱਕੋ ਇੱਕ ਆ ਕਿ ਪਾਵਨ ਸਰੂਪ ਕਿੱਥੇ ਨੇ ਤੇ ਉਹਦੇ ਦੋਸ਼ੀ ਕੌਣ ਨੇ। ਉਹ ਦੋਸ਼ੀਆਂ ਨੂੰ ਜੇ ਕਟਹਿਰੇ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਖੜਾ ਨਹੀਂ ਕਰਦੀ ਤੇ ਫਿਰ ਸਮੂਹਕ ਜ਼ਿੰਮੇਵਾਰੀ ਦੇ ਸਿਧਾਂਤ ਅਨੁਸਾਰ ਐਗਜ਼ੈਕਟਿਵ ਤੇ ਪ੍ਰਧਾਨ ਸਾਹਿਬ ਖੁਦ ਜ਼ਿੰਮੇਵਾਰ ਨੇ ਤੇ ਇਹਨਾਂ ਦਾ ਫਰਜ਼ ਬਣਦਾ ਵਾ ਕਿ ਉਹ ਜ਼ਿੰਮੇਵਾਰੀ ਨਿਭਾਉਣ ਤੋਂ ਫੇਲ ਹੋਏ ਨੇ ਤੇ ਇਹ ਅਸਤੀਫੇ ਦੇ ਕੇ ਲਾਂਭੇ ਹੋਣ। ਸਸਪੈਂਡ ਤੇ ਡਿਸਮਿਸ ਜਿਹੜੇ ਦੋਸ਼ੀ ਨੇ ਉਹਦੇ ਨਾਲ ਵੀ ਮਸਲਾ ਹੱਲ ਨਹੀਂ ਹੁੰਦਾ, ਉਹਨਾਂ ਕੋਲੋਂ ਵੀ ਅਸਤੀਫੇ ਲਏ ਜਾਣ। ਬਿਨਾਂ ਕਾਰਨ ਦੱਸੋ ਨੋਟਿਸ ਜਾਰੀ ਕਰਨ ਤੋਂ ਉਹਨਾਂ ਨੂੰ ਡਿਸਮਿਸ ਜਾਂ ਸਸਪੈਂਡ ਕਰਨ ਦਾ ਮਤਲਬ ਕੀ ਆ ਕਿ ਉਹਨਾਂ ਦੀ ਮਦਦ ਕਰਨੀ ਕਿ ਅਦਾਲਤਾਂ ਰਾਹੀਂ ਉਹ ਬਹਾਲ ਹੋ ਜਾਣ। ਬਿਲਕੁਲ ਬੜੀ ਵੱਡੀ ਜਿਹੜੀ ਘਟਨਾ ਹੋਈ ਔਰ ਉਸ ਤੋਂ ਬਾਅਦ ਕਿਸ ਤਰ੍ਹਾਂ ਦੋਸ਼ੀਆਂ ਨੂੰ ਜਿਹੜਾ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਚੌੜਾ ਸਾਹਿਬ ਨੇ ਸਾਨੂੰ ਪੂਰੀ ਘਟਨਾਕ੍ਰਮ ਦੇ ਨਾਲ ਵਿਸਤਾਰ ਜਾਣੂ ਕਰਾਇਆ। ਚੌੜਾ ਸਾਹਿਬ, ਸ਼੍ਰੀ ਅਕਾਲ ਤਖਤ ਸਾਹਿਬ ਜਿਹੜਾ ਸਿੱਖ ਪੰਥ ਵਾਸਤੇ, ਸਿੱਖ ਕੌਮ ਵਾਸਤੇ ਬਹੁਤ ਸਤਿਕਾਰਯੋਗ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਗੁਰੂ ਨੇ, ਅਕਾਲ ਤਖਤ ਜਿਹੜਾ ਉਹ ਸਿੱਖ ਪੰਥ ਨੂੰ, ਖਾਲਸਾ ਪੰਥ ਨੂੰ ਹੁਕਮ ਦਿੰਦਾ। ਤਾਂ ਬੀਤੇ ਦਿਨ ਅਸੀਂ ਗੱਲਬਾਤ ਕੀਤੀ ਸ਼੍ਰੋਮਣੀ ਕਮੇਟੀ ਮਹਿਤੇ ਨਾਲ, ਕਹਿੰਦੇ ਅਕਾਲ ਤਖਤ ਸਾਹਿਬ ਦੇ ਹੁਕਮ ਨੂੰ ਕੋਈ ਮੰਨਦਾ ਨਹੀਂ। ਮੈਂ ਕਿਹਾ ਵੀ ਸ਼੍ਰੋਮਣੀ ਕਮੇਟੀ ਜਿਹਨੂੰ ਉਹਨਾਂ ਨੇ ਜਾਂਚ ਰਿਪੋਰਟ ਬਣਾ ਕੇ ਕਿਹਾ ਵੀ ਇਹਨੂੰ ਲਾਗੂ ਕਰੋ, ਸ਼੍ਰੋਮਣੀ ਕਮੇਟੀ ਨੇ ਅਕਾਲ ਤਖਤ ਸਾਹਿਬ ਦੇ ਹੁਕਮ ਨੂੰ ਮੰਨਦੀ ਤੇ ਐਰੇ ਗੈਰੇ ਨੇ ਕੀ ਮੰਨਣਾ? ਤੁਹਾਨੂੰ ਕੀ ਲੱਗਦਾ? ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ, ਸ਼੍ਰੋਮਣੀ ਕਮੇਟੀ ਦੇ ਮਾਫ ਕਰਨਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ, ਜਿਨ੍ਹਾਂ ਨੇ ਸਖਤ ਰਿਪੋਰਟ ਬਣਾਉਣ ਦਾ ਦਾਅਵਾ ਕੀਤਾ ਵੀ ਇਹਨਾਂ 'ਚ ਦੋਸ਼ੀ ਬਖਸ਼ੇ ਨਹੀਂ ਜਾਣਗੇ, ਉਹ ਰਿਪੋਰਟ ਨੂੰ ਮੰਨਣ ਤੋਂ ਇਨਕਾਰੀ ਹੋਏ ਆ। ਜੇ ਮੰਨ ਲਿਆ ਤੇ ਉਹ ਲਾਗੂ ਕਰਨ ਤੋਂ ਇਨਕਾਰੀ ਹੋਏ। ਜੇ ਲਾਗੂ ਕਰਤੀ ਆ ਤੇ ਦੋਸ਼ੀਆਂ ਨੂੰ ਸਜ਼ਾ ਜਿਹੜੀ ਪਹਿਲਾਂ ਕਈ ਫੌਜਦਾਰੀ ਮੁਕੱਦਮੇ ਹੋਣਗੇ ਮੁੜ ਕੇ ਮੁੱਕਰ ਗਏ। ਅਕਾਲ ਤਖਤ ਸਾਹਿਬ ਦੇ ਹੁਕਮ ਨੂੰ ਮੰਨਣ ਤੋਂ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਭੱਜਿਆ, ਤੁਸੀਂ ਜਾਪਦੇ ਹੋ? ਵੇਖੋ ਜੀ, ਬਿਲਕੁਲ ਅਕਾਲ ਤਖਤ ਸਾਹਿਬ ਦੀ ਸਰਵ ਉੱਚਤਾ ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਪਦਵੀ ਦਾ ਇਹਨਾਂ ਨੇ ਆਪਣੀ ਕਪਟੀ ਸਿਆਸਤ ਦੇ ਪ੍ਰਭਾਵ ਤੇ ਦਬਾਅ ਨਾਲ ਇਸ ਤਰ੍ਹਾਂ ਜਲੂਸ ਕੱਢ ਦਿੱਤਾ ਕਿ ਸਿੱਖ ਸੰਗਤਾਂ ਜਿਹੜੀਆਂ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਉੱਤੇ ਆਪਣੇ ਸਿਰ ਵਾਰਨ ਲਈ ਪੂਰੇ ਜਾਹੋ ਜਲਾਲ ਦੇ ਨਾਲ ਮੈਦਾਨੇ ਪਿੰਡ ਦੇ ਵਿੱਚ ਨਿੱਤਰ ਆਉਂਦੀਆਂ ਸਨ, ਉਹ ਅੱਜ ਨਿਰਾਸ਼ ਬੈਠੀਆਂ ਨੇ। ਇਹ ਸਾਰੀ ਨਿਰਾਸ਼ਤਾ ਦਾ ਕਾਰਨ ਇਹਨਾਂ ਦੀ ਕਾਰਗੁਜ਼ਾਰੀ ਆ। ਜਿਹੜੇ ਖੁਦ ਹੁਕਮ ਨਹੀਂ ਮੰਨਦੇ ਉਹ ਸਿੱਖ ਸੰਗਤਾਂ ਕੋਲੋਂ ਹੁਕਮ ਕਿਵੇਂ ਮਨਵਾ ਸਕਦੇ ਆ? ਤੇ ਦੂਜੀ ਗੱਲ, ਸਪਸ਼ਟ ਰੂਪ ਦੇ ਵਿੱਚ ਅਕਾਲ ਤਖਤ ਸਾਹਿਬ ਦਾ ਉਹੋ ਹੀ ਹੁਕਮ ਆ, ਉਹੋ ਹੀ ਆਦੇਸ਼ ਆ, ਉਹੋ ਹੀ ਸੰਦੇਸ਼ ਆ ਜਿਹੜਾ ਖਾਲਸਾਈ ਸਿਧਾਂਤਾਂ, ਪੰਥਕ ਰਵਾਇਤਾਂ
ਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਤੇ ਮਾਣ ਮਰਜ਼ਾਦਾ ਅਨੁਸਾਰ ਕੀਤਾ ਜਾਵੇ। ਜਿਹੜਾ ਇਹਨਾਂ ਦੀ ਉਲੰਘਣਾ ਕਰਕੇ ਕਪਟੀ ਸਿਆਸਤਦਾਨਾਂ ਦੇ ਪ੍ਰਭਾਵ ਤੇ ਦਬਾਅ ਥੱਲੇ ਕੀਤਾ ਜਾਂਦਾ, ਉਹਨੂੰ ਸਿੱਖ ਸੰਗਤਾਂ ਕਦੇ ਵੀ ਨਹੀਂ ਮੰਨਦੀਆਂ। ਡੇਰਾ ਸਰਸੇ ਦਾ ਮਾਫੀਨਾਮਾ ਸਾਡੇ ਸਾਹਮਣੇ ਆ, ਲੇਕਿਨ ਹੁਣ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ, ਜਥੇਦਾਰ ਦੀ ਪਦਵੀ ਦੀ ਮਹਾਨਤਾ ਨੂੰ ਕਾਇਮ ਰੱਖਣਾ ਵੀ ਸਿੱਖ ਸੰਗਤਾਂ ਦਾ ਫਰਜ਼ ਆ। ਤੇ ਸਿੱਖ ਸੰਗਤਾਂ ਹੁਣ ਬਹੁਤ ਸੁਚੇਤ ਹਨ ਤੇ ਉਹ ਇਹਨਾਂ ਦੇ ਹਰਬਿਆਂ ਨੂੰ ਨਕਾਰ ਕੇ ਆਪਣੇ ਪਾਵਨ ਸਥਾਨਾਂ ਦੀ ਪਵਿੱਤਰਤਾ ਤੇ ਸਰਵਉੱਚਤਾ ਨੂੰ ਕਾਇਮ ਕਰਨਗੀਆਂ। ਜੀ ਬਿਲਕੁਲ ਬਿਲਕੁਲ। ਤਾਂ ਜਿਹੜਾ ਕਿ ਭਾਈ ਨਰੈਣ ਸਿੰਘ ਜੀ ਚੌੜਾ ਨੇ ਸਾਨੂੰ ਵਿਸਥਾਰ ਦੇ ਨਾਲ ਜਿਹੜਾ ਇਹ ਪੂਰੇ ਘਟਨਾਕ੍ਰਮ ਤੋਂ ਜਾਣੂ ਕਰਵਾਇਆ, ਤਾਂ ਹੋਰ ਵੀ ਜਿਹੜੇ ਆਗੂ ਇੱਥੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਿਹੜੇ ਹੈਗੇ ਆ ਉਹ ਮੌਜੂਦ ਆ, ਤਾਂ ਅਸੀਂ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਸਵਾਗਤ ਹੈ ਜੀ KTV ਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਅੰਦਰ ਸ਼੍ਰੋਮਣੀ ਕਮੇਟੀ, ਮੈਂ ਹਰ ਇੱਕ ਨੂੰ ਸਵਾਲ ਇਹੋ ਕਰਦਾ ਵੀ ਸਿੱਖਾਂ ਦੀ ਸਰਵਉੱਚ ਸੰਸਥਾ, ਸਿੱਖਾਂ ਦੀ ਸਰਵਉੱਚ ਸੰਸਥਾ, ਸਾਡੀ ਮਿੰਨੀ ਪਾਰਲੀਮੈਂਟ ਆ, ਸਦਾ ਹੀ ਅਸੀਂ ਇਹ ਗੱਲ ਗੂੰਜ ਕੇ ਕੂਕ ਕੇ ਕਹਿੰਦੇ ਆ, ਤਾਂ ਉਸੇ ਸੰਸਥਾ ਦੇ ਬਾਹਰ ਆਖਿਰ ਖਾਲਿਸਤਾਨੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ ਧਰਨਾ ਦੇਣ ਤੱਕ ਦੀ ਨੌਬਤ ਆ ਗਈ। ਸ਼੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਸੀ ਵੀ ਜਾਂਚ ਰਿਪੋਰਟ ਬਣਾਤੀ ਭਾਈ ਲਾਗੂ ਕਰੋ। ਗੋਬਿੰਦ ਸਿੰਘ ਲੌਂਗੋਵਾਲ ਨੇ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਪਾਲਣਾ ਨਹੀਂ ਕੀਤੀ, ਤੁਸੀਂ ਕੀ ਕਹਿੰਦੇ ਹੋ? ਦੇਖੋ, ਕੌਮ ਜਿਹੜੀ ਆ, ਜਿਨੇ ਕੌਮ ਨੇ ਬੜਾ ਲੰਮਾ ਸਮਾਂ ਰਾਜ ਕੀਤਾ ਹੋਵੇ ਔਰ ਉਸ ਰਾਜ ਦੇ ਵਿੱਚ ਕਿਸੇ ਨੂੰ ਫਾਂਸੀ ਨਾ ਲੱਗੀ ਹੋਵੇ, ਕਿਤੇ ਦੰਗੇ ਫਸਾਦ ਨਾ ਹੋਏ ਹੋਣ, ਉਹ ਰਾਜ ਕੌਮ ਦਾ ਜਿਹੜਾ ਬਾਹਰ ਦੀਆਂ ਕੰਟਰੀਆਂ ਸਲਾਉਂਦੀਆਂ ਹੋਣ, ਉਹ ਸਿੱਖ ਮੂਰਖ ਨਹੀਂ ਹੋ ਸਕਦੇ ਧਰਨਾ ਲਾਉਣ ਵਾਲੇ ਜਾਂ ਪ੍ਰੋਟੈਸਟ ਕਰਨ ਵਾਲੇ। ਉਹ ਸਿੱਖ ਬਹੁਤ ਸਿਆਣੇ ਆ। ਉਹ ਸਿੱਖ, ਮਹਾਰਾਜ ਸਾਹਿਬ ਦੀ ਬਾਣੀ ਕਹਿੰਦੀ ਹੈ, ਜਬੇ ਬਾਣ ਲਾਗਿਓ ਤਬੇ ਰੋਸ ਜਾਗਿਓ। ਜਦੋਂ ਸਾਨੂੰ ਬਾਣ ਵੱਜਦਾ ਹੈ ਫਿਰ ਸਾਨੂੰ ਰੋਸ ਆਉਂਦਾ ਹੈ, ਕਿਉਂਕਿ ਇਹ ਟਰੱਕ ਨੂੰ, ਜੇ ਕੋਈ ਟਰੱਕ ਚੜਾਉਂਦਾ ਹੈ ਤਾਂ ਉਹਨੂੰ ਟਰੰਕ ਲਿਖ ਦਿੰਦੇ ਆ। ਕੌਮ ਉਹ ਬਰਦਾਸ਼ਤ ਕਰ ਸਕਦੀ ਆ, ਕੌਮ ਇਹਨਾਂ ਦੀਆਂ ਬਿਲਡਿੰਗਾਂ ਖਾਧੀਆਂ ਬਰਦਾਸ਼ਤ ਕਰ ਸਕਦੀ ਆ, ਕੌਮ ਇਹਨਾਂ ਦਾ ਗੋਲਕਾਂ ਦਾ ਮਾਇਆ ਲੁੱਟਿਆ ਬਰਦਾਸ਼ਤ ਕਰ ਸਕਦੀ ਆ, ਇਹਨਾਂ ਦੀਆਂ ਗੱਡੀਆਂ ਦੇ ਡੀਜ਼ਲ ਪੈਟਰੋਲ ਬਰਦਾਸ਼ਤ ਕਰ ਸਕਦੀ ਆ, ਪਰ ਕੌਮ ਕਦੀ ਵੀ ਇਹ ਚੀਜ਼ ਬਰਦਾਸ਼ਤ ਨਹੀਂ ਕਰਦੀ ਕਿ ਉਹਨਾਂ ਦੇ ਮਹਾਰਾਜ ਸਾਹਿਬ ਨੂੰ ਚੁੱਕ ਕੇ ਤੇ ਗਾਇਬ ਕਰ ਦਿਓ। ਜਦੋਂ ਅੱਜ 12,000 ਕਰੋੜ ਦੇ ਲਾਗੇ ਬਜਟ ਜਨਰਲ ਅਜਲਾਸ ਦੇ ਵਿੱਚ ਪਾਸ ਕਰਨਾ ਇਹਨਾਂ ਨੇ, ਉਹ ਬਜਟ ਦਾ ਮਤਲਬ ਕੀ ਹੈ, ਮਿਹਣੇ ਕੀ ਹੈ? ਉਹ ਮਿਹਣੇ ਇਹ ਰਖਾਉਂਦੇ ਆ ਕਿ ਅਸੀਂ ਆਪਣੇ ਗੁਰੂ ਨੂੰ ਸੇਫ ਰੱਖਣਾ ਹੈ, ਆਪਣੇ ਗੁਰੂ ਦੁਆਰਿਆਂ ਨੂੰ ਸੇਫ ਰੱਖਣਾ ਹੈ, ਆਪਣੀ ਕੌਮ ਵਾਸਤੇ ਕੁਝ ਕਰਨਾ ਹੈ, ਤੇ ਨਾ ਕੌਮ ਵਾਸਤੇ ਕੁਝ ਕੀਤਾ ਤੇ ਸਭ ਤੋਂ ਵੱਡੀ ਗੱਲ ਜਿਹੜੀ ਮਹਾਰਾਜ ਸਾਹਿਬ ਦੇ ਸਰੂਪ ਚੋਰੀ ਹੋ ਜਾਣੇ। ਚੋਰੀ ਹੋ ਗਏ 450 ਸਰੂਪ। ਉਹ ਬੰਦਰਗਾਹ ਦੇ ਵਿੱਚ, ਕੈਨੇਡਾ ਦੇ ਵਿੱਚ ਬੱਸ ਸਮੇਤ ਹੀ ਨਹੀਂ ਕਿਸੇ ਲੱਭੇ। ਜਿਹੜੇ ਮਹਾਰਾਜ ਸਾਹਿਬ ਨੂੰ ਆਪਾਂ ਸੰਗਤਾਂ ਫੁੱਲਾਂ ਦੀ ਵਰਖਾ ਕਰਕੇ ਡੀਕਦੀਆਂ ਹੈ, ਉਹ ਮਹਾਰਾਜ ਸਾਹਿਬ ਦੇ ਸਰੂਪ ਡੀਕਦੇ ਰਹੇ ਕਿ ਸਾਨੂੰ ਕਿੰਨੇ ਲੈਣ ਆਉਣਾ ਹੈ, ਉਹਦਾ ਕੋਈ ਥੋ ਪਤਾ ਨਹੀਂ। ਉਸ ਤੋਂ ਬਾਅਦ 328 ਸਰੂਪ ਜਥੇਦਾਰ ਸਾਹਿਬ ਗਿਆਨੀ ਹਰਪ੍ਰੀਤ ਜੀ ਕੁਛ ਬਿਆਨ ਦਿੰਦੇ ਆ, ਲੌਂਗੋਵਾਲ ਸਾਹਿਬ ਕੁਛ ਬਿਆਨ ਦਿੰਦੇ ਆ। ਸਭ ਤੋਂ ਪਹਿਲੀ ਜਿਹੜੀ ਮੀਟਿੰਗ ਹੈ ਮਹਾਰਾਜ ਸਾਹਿਬ ਦੇ ਸਰੂਪ ਲਾਪਤਾ ਹੋਣ ਦੇ ਵਿੱਚ ਮੈਂ ਤੇ ਇਮਾਨ ਸਿੰਘ ਜੀ ਨੇ, ਸਾਰਿਆਂ ਨੇ ਨਾਲ ਸਾਡੇ 5 ਮੈਂਬਰੀ ਕਮੇਟੀ ਸਰਦਾਰ ਜਸਕਰਨ ਸਿੰਘ, ਕਾਹਨ ਸਿੰਘ ਵਾਲਾ, ਸਾਰੇ ਅਸੀਂ ਜਾ ਕੇ ਇਹਨਾਂ ਨੂੰ ਬੇਨਤੀ ਕੀਤੀ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਕਿ ਭਾਈ ਆਹ ਚੀਜ਼ਾਂ ਨੋਟ ਕਰੋ, ਰੋਜ਼ ਦੀ ਸਾਨੂੰ ਅਪਡੇਟ ਦਿਓ। ਕੌਮ ਕਦੀ ਧਰਨੇ ਨਹੀਂ ਲਾਊਗੀ, ਸਾਨੂੰ ਰੋਜ਼ ਦੀ ਅਪਡੇਟ ਦਿਓ ਕਿ ਅੱਜ ਅਸੀਂ ਇਸ ਮਿਸ਼ਨ ਇੱਥੋਂ ਤੱਕ ਪਹੁੰਚ ਗਏ ਆ, ਸਰੂਪ ਇਸ ਜਗ੍ਹਾ ਤੋਂ ਬਣੇ ਆ, ਇੱਥੇ ਮਿਸਟੇਕ ਹੋਈ ਆ ਤੇ ਆ ਅਸੀਂ ਇਹਨੂੰ ਕਰ ਰਹੇ ਆ, ਤੇ ਅਸੀਂ ਬੈਠਿਆਂ ਨੂੰ ਸਾਨੂੰ ਸੋਸ਼ਲ ਮੀਡੀਆ ਤੇ ਅਪਡੇਟ ਦੇ ਦਿਓ। ਇਹਨਾਂ ਨਹੀਂ ਦਿੱਤੀ, ਔਰ ਇਹਨਾਂ ਨੇ ਕਿਹਾ ਉਹਨਾਂ ਬੰਦਿਆਂ ਨੂੰ ਅਸੀਂ ਟਰਮੀਨੇਟ ਕਰਾਂਗੇ, ਉਹਨਾਂ ਤੇ FIR ਦਰਜ ਕਰਾਂਗੇ। ਉਹਨਾਂ ਤੇ ਕੋਈ FIR ਦਰਜ ਨਹੀਂ ਕੀਤੀ। ਕਾਹਤੋਂ ਨਹੀਂ ਕੀਤੀ? ਕਿਉਂਕਿ ਉਹ ਬੰਦੇ ਜਿਹੜੇ ਆ, ਉਹ ਇਹਨਾਂ ਦੇ ਭੇਤ ਖੋਲਣ ਵਾਸਤੇ ਉਤਵਾਲ ਵਿੱਚ ਬੈਠੇ ਆ। ਉਹ ਕਹਿੰਦੇ ਆ ਕਿ ਇਹ ਸਰੂਪ ਕਿਹਦੇ ਕਹਿਣ ਤੇ ਕਿੱਥੇ ਗਏ ਆ, ਇਹ ਅਸੀਂ ਓਪਨ ਕਰ ਦਿਆਂਗੇ। ਇਹ ਡਰਦਿਆਂ ਨੇ ਉਹਨਾਂ ਤੇ FIR ਦਰਜ ਨਹੀਂ ਕੀਤੀ। ਜੀ ਬਿਲਕੁਲ, ਤੁਸੀਂ ਕਿਹਾ ਵੀ ਉਹਨਾਂ ਤੇ FIR ਦਰਜ ਨਹੀਂ ਕੀਤੀ। ਹਾਲਾਂਕਿ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਜਿਹੜੇ ਸਿੱਖਾਂ ਦੀ ਸਰਵਉੱਚ ਸੰਸਥਾ ਦੇ ਆਗੂ ਆ, ਇੱਕ ਸਿੱਖ ਦਾ ਜਿਹੜਾ ਫਰਜ਼ ਆ ਵੀ ਇੱਕ ਵਾਰੀ ਬਚਨ ਕਰਤਾ, ਜ਼ੁਬਾਨ ਕਰਤੀ, ਤਾਂ ਵੈਸੇ ਇੱਕ ਜਿਹੜਾ ਕੋਈ ਹਿੰਮਤੀ ਬੰਦਾ ਹੁੰਦਾ, ਅਣਖ ਗੈਰਤ ਵਾਲਾ, ਉਹ ਵੀ ਇੱਕ ਵਾਰੀ ਜ਼ੁਬਾਨ ਕਰਦੇ ਤਾਂ ਮੁੱਕਰਦਾ ਨਹੀਂਗਾ। ਤੇ ਸ਼੍ਰੋਮਣੀ ਕਮੇਟੀ ਦਾ ਹੋਵੇ ਪ੍ਰਧਾਨ, ਮਿੰਨੀ ਪਾਰਲੀਮੈਂਟ, ਜਿਹਨੂੰ ਵੇਖ ਕੇ ਕਰੋੜਾਂ ਜਿਹੜੇ ਸਿੱਖ ਆ ਫੋਲੋ ਕਰਨ ਵੀ ਸਾਡੀ ਸੰਸਥਾ ਦਾ ਆਗੂ ਆ, ਤੇ ਉਹ ਜ਼ੁਬਾਨ ਕਰਕੇ ਤੀਜੇ ਦਿਨ ਮੁੱਕਰ ਜੇ, ਇਹ ਗੱਲ ਚੰਗੀ ਨਹੀਂ ਲੱਗਦੀ। ਫਿਰ ਅਗਲੀ ਗੱਲ, ਤੁਸੀਂ ਕਿਹਾ ਵੀ FIR ਨਹੀਂ ਕੀਤੀ। ਜੇ FIR ਚਰਨਜੀਤ ਸਿੰਘ ਤੇ ਜਾਂ ਹੇਠਲਿਆਂ ਤੇ ਹੋ ਜਾਂਦੀ ਆ, ਤਾਂ ਕੀ ਤੁਹਾਨੂੰ ਲੱਗਦਾ ਵੀ ਚੋਰ ਦੀ ਮਾਂ ਫੜੀ ਜਾਊਗੀ? ਕਿਤੇ ਉਵੇਂ ਤਾਂ ਨਹੀਂ ਵੀ ਬਾਈਬਲ ਕਲਾਂ ਗੋਲੀ ਕਾਂਡ ਕਰਨ ਵਾਲਾ ਕਿਹੜਾ ਸੀ ਤੇ ਥੱਲੜੇ ਜਿਹੜੇ ਸਿਪਾਹੀ ਰਗੜਤੇ, ਜੇ ਉਵੇਂ ਹੋ ਜੇ ਫਿਰ ਤੁਸੀਂ ਖੁਸ਼ ਹੋ? ਥੱਲੜੇ ਤੇ FIR ਹੋ ਜੀ? ਉਹਨਾਂ ਦੇ ਵਿੱਚੋਂ ਵੇਖੋ ਜੀ, ਜਦੋਂ FIR ਹੁੰਦੀ ਆ, ਜਦੋਂ ਬੰਦੇ ਟਰਮੀਨੇਟ ਹੁੰਦੇ ਆ, ਉਹਨਾਂ ਦਾ ਬੱਚਿਆਂ ਦਾ ਰੋਟੀ ਪਾਣੀ, ਉਹਨਾਂ ਦਾ ਭਵਿੱਖ ਖਤਰੇ 'ਚ ਪੈ ਜਾਂਦਾ ਹੈ। ਫਿਰ ਉਹ ਬੰਦੇ ਆਪਣਾ ਜਿਹੜਾ ਉਹ ਕੋਈ ਵਾਅਦੇ ਮਾਫ ਬਣ ਜਾਂਦਾ ਹੈ ਤੇ ਕੋਈ ਇਹਨਾਂ ਦੇ ਜਿਹੜੇ ਅੰਦਰਲੇ ਭੇਤ ਖੋਲ ਦਿੰਦਾ ਹੈ। ਜਦੋਂ ਇੱਥੇ ਵੀ ਇਹ ਟਰਮੀਨੇਟ ਕਰਨਗੇ, ਚਾਹੇ ਉਹਨਾਂ ਤੇ FIR ਦਰਜ ਕਰਨਗੇ, ਤੇ ਮੈਂ ਸਮਝਦਾ ਕਿ ਉਹਨਾਂ ਦੀ ਮਜਬੂਰੀ ਬਣ ਜੂਗੀ, ਕਿਉਂਕਿ ਚੋਰੀ ਉਹਨਾਂ ਨਹੀਂ ਕੀਤੀ। ਉਹਨਾਂ ਚੋਰੀ ਨਹੀਂ ਕੀਤੀ, ਚੋਰ ਵੱਡੇ ਆ।
ਉਹ ਵੱਡੇ ਚੋਰਾਂ ਨੂੰ ਸਾਹਮਣੇ ਲਿਆਉਣਗੇ ਤੇ ਫਿਰ ਸਾਡੇ ਆਟੋਮੈਟਿਕ ਸਾਡੇ ਰਸਤੇ ਪੱਧਰੇ ਹੋ ਜਾਣਗੇ। ਤੇ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਇਹ ਯੂ ਟਰਨ ਮਾਰਿਆ ਇਹਨਾਂ ਨੇ, ਇੱਕਦਮ ਲੌਂਗੋਵਾਲ ਸਾਹਿਬ ਨੇ ਕਿਹਾ ਕਿ ਇਹ ਜਿਹੜਾ ਅਸੀਂ ਇਹਨਾਂ ਨੂੰ ਸਜ਼ਾ ਜਿਹੜੀ ਇੱਥੇ ਦੇਵਾਂਗੇ। ਕੀ ਸਜ਼ਾ ਸਰੋਵਰ ਦੀਆਂ ਪਰਿਕਰਮਾ ਤਾਂ ਸਾਰੀ ਕੌਮ ਕਰਦੀ ਆ, ਸਾਰੀ ਸੰਗਤ ਕੌਮ ਦੀਆਂ ਪਰਿਕਰਮਾ ਕਰਦੀ ਹੈ, ਇਹਦੇ ਨਾਲ ਸਜ਼ਾ ਪੂਰੀ ਹੋ ਜਾਂਦੀ ਆ। ਇਸ ਅਕਾਲ ਤਖਤ ਸਾਹਿਬ ਦੀਆਂ ਧੱਜੀਆਂ ਉਡਾ ਰਹੇ ਆ। ਇੱਥੇ ਬਹਿ ਕੇ ਜੋ ਵੀ ਬਚਨ ਕੀਤਾ ਹੈ, ਮਹਾਰਾਜ ਸਾਹਿਬ ਕਹਿੰਦੇ ਆ ਬਚਨ ਕਰੇ ਸੋ ਮੁਕਰੇ ਸੋ ਨਰ ਕੱਚਾ। ਜਿਹੜਾ ਨਰ ਬਚਨ ਕਰ ਲਏ, ਇੱਥੇ ਤਾਂ ਬਚਨ ਕਰਕੇ ਜਾਨਾਂ ਪ੍ਰਾਪਤ ਕਰਤੀਆਂ, ਇੱਥੇ ਸ਼ਹੀਦੀਆਂ ਪਾਤੀਆਂ ਬੱਚਿਆਂ ਨੇ, ਬੀਬੀਆਂ ਨੇ, ਤੇ ਫਿਰ ਇੱਥੇ ਬੈਠ ਕੇ ਥਾਂ ਥਾਂ ਤੇ ਇੱਥੇ ਹੋਰ ਤੇ ਉੱਥੇ ਹੋਰ ਝੂਠ ਬੋਲੀ ਜਾ ਰਹੇ ਆ। ਇਹ ਨਾ ਤੁਸੀਂ ਬਰਦਾਸ਼ਤ ਕਰਦੇ ਹੋ ਤੇ ਨਾ ਅਸੀਂ ਕਰਾਂਗੇ। ਤੇ ਜਿਹੜੀ ਗੱਲ ਅਸੀਂ ਕਹਿੰਦੇ ਆ ਰਹੇ ਸਭ ਤੋਂ ਪਹਿਲਾਂ ਕਿ ਸਾਨੂੰ ਆਪਣੇ ਘਰ ਦੀ ਲੋੜ ਆ, ਉਹ ਅੱਜ ਸਾਰੇ ਧਰਨਿਆਂ ਤੇ ਬੈਠੇ ਲੋਕ ਵੀ ਕਹਿ ਰਹੇ ਆ। ਜੀ ਬਿਲਕੁਲ ਬਿਲਕੁਲ। ਇੱਥੇ ਜਿਹੜਾ ਕਿ ਖਾਲਿਸਤਾਨੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਖਾਲਿਸਤਾਨੀ ਜੁਝਾਰੂ ਜਿਹੜੇ ਆ, ਉਹ ਸਾਰੇ ਸ਼੍ਰੋਮਣੀ ਕਮੇਟੀ ਦੇ ਉਸ ਫਰੇਬ ਦੇ ਖਿਲਾਫ, ਉਸ ਝੂਠ ਦੇ ਖਿਲਾਫ, ਉਸ ਘਪਲੇ ਦੇ, ਜਿਹਨੂੰ ਘਪਲਾ ਕਹਿੰਦੇ ਆ ਵੀ ਸ਼ਰਮ ਆਉਂਦੀ ਆ ਵੀ ਜੇ ਕੋਈ ਪੁੱਛਦਾ ਨਾ ਅਸੀਂ ਕਹਿੰਦੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਾਮਲੇ 'ਚ ਘਪਲਾ ਕਹਿੰਦੇ, ਗੁਰੂ ਗ੍ਰੰਥ ਸਾਹਿਬ ਦੇ ਮਾਮਲੇ 'ਚ ਘਪਲਾ। ਪਰ ਅਸਲੀਅਤ ਕੀ ਆ ਵੀ ਇਹਨਾਂ ਦੀ ਸੋਚ ਦਾ ਘਪਲਾ, ਉਹ ਕਿਸ ਤਰ੍ਹਾਂ ਕੀਤਾ ਗਿਆ। ਉਹ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਏਗਾ ਜਾਂ ਨਹੀਂ ਹੋਊਗਾ। ਜਿੱਦਾਂ ਸਿੱਖ ਰੈਫਰੈਂਸ ਲਾਇਬ੍ਰੇਰੀ ਦਾ ਮਾਮਲਾ ਜਿਹੜਾ ਉਹ 200 ਦੇ ਲਗਭਗ ਸਰੂਪ ਆ, ਜਾਂ ਹਜ਼ਾਰਾਂ ਪੋਥੀਆਂ ਪਵਿੱਤਰ ਜਿਹੜੇ ਹੋਰ ਕਿਤਾਬਚੇ ਆ, ਜਿਹੜੇ ਮੋੜ ਤੇ ਭਾਰਤੀ ਸਰਕਾਰ ਨੇ ਮੋੜ ਤੇ, ਉਸ ਤੋਂ ਬਾਅਦ ਇਹਨਾਂ ਨੇ ਵਿਦੇਸ਼ਾਂ 'ਚ ਵੇਚੇ, ਕਿੱਥੇ ਵੇਚੇ, ਲਕਾਏ ਆ ਕਿ ਅਗਨ ਭੇਟ ਕੀਤੇ, ਕਿੱਥੇ ਆ। ਉਹ ਵੀ ਇੱਕ ਬੜੀ ਵੱਡੀ ਜਿਹੜੀ ਇੱਕ ਵੱਡੀ ਇੱਕ ਗੁੰਝਲ ਬਣੀ ਹੋਈ ਸੀ, ਉਹਦੇ ਦੇ ਵਿੱਚ ਆ। ਪਰ ਇਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਜਿਹੜੇ ਆ ਉਹੀ ਲਾਪਤਾ ਕਰਤੇ। ਸਾਡੇ ਨਾਲ ਜਿਹੜੇ ਕਿ ਇਮਾਨ ਸਿੰਘ ਮਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਖਾਲਿਸਤਾਨੀ ਪਾਰਟੀ ਦੇ ਆਗੂ ਮੌਜੂਦ ਹੈ, ਗੱਲਬਾਤ ਕਰਾਂਗੇ। ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਤੁਸੀਂ ਭਾਈ ਸਾਹਿਬ ਕੀ ਕਹਿੰਦੇ ਹੋ? 100 ਸਾਲ ਪਹਿਲਾਂ ਸ਼੍ਰੋਮਣੀ ਕਮੇਟੀ ਹੋਂਦ ਚਾਹੀ, ਅਸੀਂ ਬੜਾ ਸੀਨਾ ਚੌੜਾ ਕਰਕੇ ਕਹਿੰਦੇ ਵੀ ਸਿੱਖਾਂ ਦੀ ਸਰਵਉੱਚ ਸੰਸਥਾ ਉਦੋਂ ਹੋਂਦ ਚਾਹੀ ਜਦੋਂ ਨਰੈਣੂ ਕੋੜਮੇ ਵਰਗੇ ਜਿਹੜੇ ਆ ਗੁਰੂ ਘਰ ਦਾ ਜਿਹੜਾ ਆ ਉਹ ਪ੍ਰਬੰਧ ਵਿਗਾੜ ਚੁੱਕੇ ਸੀ। ਬਲਾਤਕਾਰੀ, ਇਆਸ਼ੀ, ਕਬਾਬੀ, ਸ਼ਰਾਬੀ ਬੰਦੇ ਕਾਬਜ ਹੋ ਚੁੱਕੇ ਸੀ। ਪਰ ਉਸ ਤੋਂ ਬਾਅਦ ਬੜੀ ਚੜ੍ਹਦੀ ਕਲਾ ਵਾਲੇ ਜਿਹੜੇ ਯੋਧੇ ਉਹਨਾਂ ਨੇ ਸ਼੍ਰੋਮਣੀ ਕਮੇਟੀ ਬਣਾਈ। ਸ਼੍ਰੋਮਣੀ ਕਮੇਟੀ ਦੇ ਵਿੱਚ ਸੇਵਾਦਾਰ ਰਹੇ, ਪ੍ਰਧਾਨ ਵੀ ਰਹੇ, ਜਥੇਦਾਰ ਸਾਹਿਬ ਵੀ ਰਹੇ। ਪਰ ਅੱਜ ਸਾਨੂੰ ਜਦੋਂ ਉਹ ਸ਼੍ਰੋਮਣੀ ਕਮੇਟੀ ਦਾ ਚਿਹਰਾ ਯਾਦ ਆਉਂਦਾ ਤਾਂ ਸਾਨੂੰ ਕਿਤੇ ਕਿਤੇ ਨਰੈਣੂ ਦਾ ਭੁਲੇਖਾ ਪੈਂਦਾ। ਤੁਸੀਂ ਕੀ ਕਹਿੰਦੇ ਹੋ? ਮੈਂ ਕਹਿੰਦਾ ਜੀ ਕਿ ਤੁਸੀਂ ਬਿਲਕੁਲ ਸਹੀ ਗੱਲ ਕੀਤੀ ਹੈ। ਜਿਹੜੀਆਂ ਕਾਰਜਕਾਰੀਆਂ ਇਹਨਾਂ ਦੀਆਂ ਰਹੀਆਂ, ਉਹ ਪੰਥ, ਕੌਮ ਤੇ ਗੁਰੂ ਸਾਹਿਬ ਦੇ ਵਿਰੋਧ 'ਚ ਇਹਨਾਂ ਨੇ ਕੰਮ ਕੀਤੇ ਹੈ। ਇਹਨਾਂ ਦੇ ਨੁਮਾਇੰਦੇ ਜੋ ਕਿ ਅਕਾਲੀ ਦਲ SGPC 'ਚੋਂ ਬਣਿਆ ਸੀਗਾ, ਉਹ ਥਾਂ ਥਾਂ ਜਾ ਕੇ ਗੁਰੂ ਸਾਹਿਬ ਤੋਂ ਵਾਂਝੇ ਹੋ ਕੇ ਮੇਲ ਕਰਦੇ ਹੈ। ਹਰਸਿਮਰਤ ਕੌਰ ਸ਼ਿਵਲਿੰਗ ਪ੍ਰਤੀ ਨਤਮਸਤਕ ਹੁੰਦੇ ਹਨ, ਜਿੱਥੇ ਗੁਰੂ ਮਾਨਿਓ ਗ੍ਰੰਥ ਸਾਨੂੰ ਆਖਿਆ। ਸੁਖਬੀਰ ਸਿੰਘ ਤੇ ਪ੍ਰਕਾਸ਼ ਸਿੰਘ ਜਾ ਕੇ ਸੱਚੇ ਸੌਧ ਦੇ ਡੇਰੇ ਦੇ ਵਿੱਚ ਨਤਮਸਤਕ ਹੁੰਦੇ ਹਨ। ਔਰ ਇੱਕ ਪਾਸੇ ਢੋ ਗੁਰੂ ਸਾਹਿਬ ਦੀ ਲੈਂਦੇ ਹੈ, ਦੂਜੇ ਪਾਸੇ ਗੁਰੂ ਸਾਹਿਬ ਦੀ ਦੇਖ ਰੇਖ ਦੇ ਵਿੱਚ ਐਡਾ ਵੱਡਾ ਕਪਲਾ ਹੋ ਜੇ ਕਿ 1000 ਸਰੂਪ, ਜਿਹਦੇ ਵਿੱਚ ਕੈਨੇਡਾ ਦੀ ਵੀ ਗੱਲ ਮੈਂ ਨਾਲ ਜੋੜਦਾ, ਉਹ ਉਹਨਾਂ ਦਾ ਪਤਾ ਨਾ ਹੋਣ ਤਾਂ ਫਿਰ ਮੈਨੂੰ ਦੱਸੋ ਸੰਭਾਲ ਇਹਨਾਂ ਨੂੰ ਕਿਸ ਚੀਜ਼ ਦੀ ਦਿੱਤੀ ਗਈ ਹੈਗੀ ਹੈ। ਇਹ ਜਿਹੜੀ ਸਾਡੀ ਸੋਚ 1925 ਦੇ ਵਿੱਚ ਸੀਗੀ, ਇੱਕ ਬਹੁਤ ਵੱਡੀ ਸੋਚ ਸੀ, ਜਿਹਦੇ ਵਿੱਚ ਗੁਰੂ ਤੇ ਸੰਗਤ ਨੂੰ ਜੋੜਨ ਵਾਸਤੇ ਸਾਡੇ ਸਿੰਘ ਸਭਾ ਲਹਿਰ ਨੇ ਇੱਕ ਜਮਹੂਰੀਅਤ ਪਸੰਦ ਤਰੀਕਾ ਸਾਨੂੰ ਦਿੱਤਾ ਸੀਗਾ। ਅੱਜ ਉਹ ਜਮਹੂਰੀਅਤ ਬਿਲਕੁਲ ਭੰਗ ਹੋਈ ਹੈ। ਜੇ ਤੁਸੀਂ ਸੋਚੋ ਕਿ 1925 ਤੋਂ ਲੈ ਕੇ ਅੱਜ ਤੱਕ ਘੱਟੋ ਘੱਟ 20 ਇਲੈਕਸ਼ਨ ਹੋਣੇ ਚਾਹੀਦੇ ਸੀਗੇ ਤੇ ਅਸਲੀਅਤ 'ਚ ਸਿਰਫ 7 ਜਾਂ 8 ਇਲੈਕਸ਼ਨ ਹੋਏ ਹਨ। ਇਹਦਾ ਕੀ ਮਕਸਦ ਹੈ? ਇਹਦਾ ਮਕਸਦ ਹੈ ਕਿ ਗੁਰੂ ਕੀ ਸੰਗਤ ਨੂੰ ਗੁਰੂ ਤੋਂ ਵਾਂਝਾ ਰੱਖਣਾ। ਜਿਹੜੀ ਸੰਗਤ ਦਾ ਮਤ ਹੈ, ਗੁਰੂ ਨਾਲ ਜੋੜਨਾ ਨਹੀਂ। ਇਹਦੇ ਵਿੱਚ ਇਹੋ ਜਿਹੀ ਜਿਹੜੀਆਂ ਸੰਸਥਾਵਾਂ ਹੈ, ਜਿਹੜੀਆਂ RSS ਤੇ BJP ਨਾਲ ਸਾਂਝ ਰੱਖ ਦੇਣੀਆਂ, ਜਿਨ੍ਹਾਂ ਨੇ ਸੈਂਟਰ ਨਾਲ ਮਿਲ ਕੇ ਸਾਡਾ ਜਮਹੂਰੀਅਤ ਤੌਰ ਤੰਗ ਤਰੀਕਾ ਭੰਗ ਕੀਤਾ ਹੈਗਾ, ਇਹਨਾਂ ਨੇ ਕਬਜ਼ੇ ਕੀਤੇ ਹੈਗੇ ਆ। ਔਰ ਇਹਨਾਂ ਨੇ ਜਾ ਕੇ ਇਹ ਗੁਰੂ ਤੇ ਸੰਗਤ ਦਾ ਮੇਲ ਰੁਕਿਆ ਹੋਇਆ। ਅੱਜ ਇਸ ਹੱਦ ਤੱਕ ਇਹ ਵਿੱਚ ਵਖਰੇਵਾਂ ਪਿਆ ਗਿਆ ਕਿ ਗੁਰੂ ਸਾਹਿਬ ਸਾਨੂੰ ਪਤਾ ਹੀ ਨਹੀਂ ਉਹਨੂੰ ਹੈ ਕਿੱਥੇ, ਉਹਦਾ ਜਵਾਬ ਨਹੀਂ ਦੇ ਸਕਦੇ, ਕੇਸ ਨਹੀਂ ਰਜਿਸਟਰ ਕਰ ਸਕਦੇ। ਕਰੋੜ ਰੁਪਏ ਦੇ ਇਹਨਾਂ ਨੇ SS ਕੋਹਲੀ ਵਰਗੇ ਮੁਲਾਜ਼ਮ ਧੱਕੇ ਨਾਲ, ਜੋ ਕਿ ਸੁਖਬੀਰ ਦਾ ਆਪ ਦੇ ਖਾਤਿਆਂ ਦਾ ਕੰਮ ਕਰਦਾ ਸੀ, ਉਹ ਗੁਰੂ ਘਰ ਦੀ ਗੋਲਕ ਦੇ ਉੱਤੇ ਥੋਪਤੇ ਤੇ ਜਿਹਦੇ ਆਡਿਟ ਕਰਨਾ ਸੀ ਉਹਨੇ ਅੱਜ ਤੱਕ ਇੱਕ ਵੀ ਸਾਨੂੰ ਡੱਕਾ ਨਹੀਂ ਦੱਸਿਆ ਕਿ ਗੁਰੂ ਸਾਹਿਬ ਹੈ ਕਿੱਥੇ। ਫਿਰ ਕਿਸ ਚੀਜ਼ ਦਾ ਆਡਿਟ ਕੀਤਾ ਇਹਨਾਂ ਨੇ? ਇਹਨਾਂ ਦੀ ਖਾਊ ਨੀਤੀਆਂ ਨੇ। ਗੁਰਪੁਰਬ ਤੱਕ ਕਿੱਥੇ ਮਨਾਉਣੇ ਸੀਗੇ, ਇਹਨਾਂ ਨੇ ਹੈਪੀ ਬਰਥਡੇ ਟੂ ਯੂ ਜਾ ਕੇ ਪ੍ਰਕਾਸ਼ ਸਿੰਘ ਬਾਦਲਾਂ ਦੇ ਉੱਥੇ ਜਾ ਕੇ ਇਹਨਾਂ ਨੇ ਆਪਣੇ ਪੈਸੇ ਗੁਰੂ ਘਰ ਦੇ ਗੋਲਕ ਤੇ ਖਰਚਤੇ। ਉਹ ਕਿੱਥੇ ਆ? ਗਰੀਬ ਗੁਰੂ ਕੀ ਗੋਲਕ ਗਰੀਬ ਕਾ ਮੂੰਹ,
ਉਹ ਅੱਜ ਹੈਪੀ ਬਰਥਡੇ ਕੇਕ ਪ੍ਰਕਾਸ਼ ਸਿੰਘ ਬਾਦਲ ਨੂੰ ਖਵਾਉਣ ਜੋਗਾ ਹੈ, ਉਹਦੇ ਕੋਲੇ ਧਨ ਦੀ ਕੀ ਕਮੀ ਹੈ। ਸੋ ਮੈਂ ਸਮਝਦਾ ਹਾਂ ਕਿ ਇਹ ਜਿਹੜੇ ਅੱਜ SGPC ਹਾਊਸ ਹੈ, ਇਹ ਅੱਜ ਸਮਰਪਿਤ ਆਪਣੇ ਆਪ ਨੂੰ ਦੱਸੇ ਕਿ ਇਹ ਪ੍ਰਕਾਸ਼ ਸਿੰਘ ਬਾਦਲ ਐਂਡ ਫੈਮਿਲੀ ਐਂਡ ਜੁੰਡਲੀ ਉਹਨੂੰ ਸਮਰਪਿਤ ਹੈ ਕਿ ਉਹ ਜਿਹੜੇ ਸਾਡੇ ਲਾਪਤਾ ਗੁਰੂ ਸਾਹਿਬ ਹਨ, ਜਿਨ੍ਹਾਂ ਦਾ ਅਸੀਂ ਅੱਜ ਉਰੇ ਫਿਕਰ ਮਗਰ ਉਰੇ ਖੜ ਕੇ ਉਰੇ ਉਹਨਾਂ ਨੂੰ ਬੇਨਤੀ ਕਰ ਰਹੇ ਹਾਂ ਜ਼ਮੀਰ ਜਗਾਓ, ਕਿੱਥੇ ਉਹਨਾਂ ਦੀ ਜ਼ਮੀਰ ਹੈ। ਜੀ ਬਿਲਕੁਲ ਬਿਲਕੁਲ। ਤਾਂ ਇਹ ਜਿਹੜਾ ਕਿ ਮਾਮਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਜਿਹੜੇ ਆ ਛਾਪੇ ਗਏ, ਉਸ ਤੋਂ ਬਾਅਦ ਵੇਚੇ ਗਏ, ਲਾਪਤਾ ਕੀਤੇ, ਕੀ ਅਗਨ ਭੇਟ ਹੋਏ, ਕਿਸ ਡੇਰੇ ਨੂੰ ਵੇਚੇ, ਕੀ ਕਿਸੇ ਗੁਰੂ ਘਰ ਨੂੰ ਭੇਜਿਆ, ਕੀ ਪੈਸੇ ਪਿੱਛੇ ਲਾਪਤਾ ਕੀ ਹੈ, ਬੜੇ ਸਾਰੇ ਸਵਾਲ ਨੇ, ਪਰ ਜਵਾਬ ਕੌਣ ਦੇਗਾ? ਜਵਾਬ ਕੀ ਇਹ ਜਿਹੜੇ ਸੜਕ ਤੇ ਖਲੋਤੇ ਸੈਂਕੜੇ ਆਗੂ ਆ ਜਿਨ੍ਹਾਂ ਨੂੰ ਪੰਜਾਬ ਦੀ ਸਿੱਖ ਸੰਗਤ ਪ੍ਰਵਾਨ ਵੀ ਕਰਦੀ ਆ, ਪੰਜਾਬ ਦੇ ਸਿੱਖ ਪ੍ਰਵਾਨ ਕਰਦੇ ਆ, ਦੁਨੀਆ ਭਰ ਦਾ ਸਿੱਖ ਭਾਈਚਾਰਾ ਇਹਨਾਂ ਸੰਸਥਾਵਾਂ ਨੂੰ, ਇਹਨਾਂ ਪਾਰਟੀਆਂ ਨੂੰ ਤਵੱਜੋ ਦਿੰਦਾ, ਤਾਂ ਕਿ ਸ਼੍ਰੋਮਣੀ ਕਮੇਟੀ ਇਹਨਾਂ ਦੇ ਸਵਾਲਾਂ ਦੇ ਜਵਾਬ ਦੇਗੀ ਜਾਂ ਨਹੀਂ? ਤਾਂ ਇੱਥੇ ਸਾਡੇ ਨਾਲ ਹੋਰ ਬਹੁਤ ਸਾਰੇ ਆਗੂ ਮੌਜੂਦ ਆ। ਨੌਜਵਾਨ ਆਗੂ ਪਰਮਜੀਤ ਸਿੰਘ ਮੰਡ ਮੌਜੂਦ ਹੈ, ਅਸੀਂ ਗੱਲਬਾਤ ਕਰਾਂਗੇ। ਸਵਾਗਤ ਹੈ ਜੀ KTV ਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂਬਰ ਸਾਹਿਬ, ਸ਼੍ਰੋਮਣੀ ਕਮੇਟੀ ਦੇ ਮੈਂਬਰ ਜਿਹੜੇ ਹੈਗੇ ਆ ਇੱਥੋਂ, ਉਹ ਵੀ ਜਾ ਰਹੇ ਆ। ਗੁਰਪ੍ਰੀਤ ਸਿੰਘ ਝੱਬਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੁਸੀਂ ਮੈਂਬਰ ਹੋ ਸ਼੍ਰੋਮਣੀ ਕਮੇਟੀ ਦੇ, ਹੈ ਨਾ, ਤੇ ਸਿੱਖ ਵੀ ਹੋ। ਗੁਰੂ ਸਾਹਿਬ ਨੇ ਤੁਹਾਨੂੰ ਇਹ ਸੇਵਾ ਬਖਸ਼ੀ ਆ, ਰਾਜ ਭਾਗ ਬਖਸ਼ਿਆ ਗੁਰੂ ਘਰ ਦੀ ਸੇਵਾ ਦਾ। ਤੁਹਾਨੂੰ ਕਿਵੇਂ ਮਹਿਸੂਸ ਹੁੰਦਾ? ਬਾਹਰ ਇਹ ਲਾਹਨਤਾਂ ਪੈ ਰਹੀਆਂ ਤੁਹਾਡੀ ਪਾਰਟੀ ਨੂੰ, ਤੁਹਾਡੇ ਪ੍ਰਧਾਨ ਸਾਹਿਬ ਨੂੰ, ਕਿੱਦਾਂ ਮਹਿਸੂਸ ਹੁੰਦਾ? ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ ਸਾਰੀ ਸਿੱਖ ਕੌਮ ਜੀ। ਅਕਾਲ ਤਖਤ ਸਾਹਿਬ ਦੇ ਜਥੇਦਾਰ ਜੀ ਦੀ ਰਹਿਨਮਾਈ ਹੇਠ ਕਮੇਟੀ ਬਣੀ ਸੀ, ਜਿਹਦੇ ਸਾਰਾ ਨਿਚੋੜ ਕੱਢਤਾ। 16 ਮਤਲਬ ਜਿਹੜੇ ਮੁਲਾਜ਼ਮ ਸੀ ਉਹਨਾਂ ਦੋਸ਼ੀਆਂ ਨੂੰ ਸਜ਼ਾ ਦਿੱਤੀ, ਤੇ ਜਿਹੜਾ ਮੀਤ ਪ੍ਰਧਾਨ ਸੀ ਉਹ ਵੀ ਉਹ ਤੋਂ ਅਸਤੀਫਾ ਲਿੱਤਾ। ਸੋ ਅਸੀਂ ਜੋ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਜੋ ਫੈਸਲਾ ਕੀਤਾ, ਉਹਨੇ ਰਹਿਨਮਾਈ ਹੇਠ ਕਮੇਟੀ ਬਣੀ, ਅਸੀਂ ਉਹਨੂੰ ਸਮਰਪਿਤ ਹਾਂ। ਜੋ ਅਕਾਲ ਤਖਤ ਸਾਹਿਬ ਤੋਂ ਹੁਕਮ ਆ ਗਿਆ, ਜਥੇਦਾਰ ਸਾਹਿਬ ਦਾ ਹੁਕਮ ਆ ਗਿਆ ਸਾਰੀ ਕੌਮ ਵਾਸਤੇ, ਅਸੀਂ ਉਹਨੂੰ ਸਮਰਪਿਤ ਹੋ ਕੇ ਚੱਲੇ। ਸ਼੍ਰੀ ਅਕਾਲ। ਇੱਕ ਲਾਸਟ ਆ, ਜਥੇਦਾਰ ਸਾਹਿਬ ਦਾ ਹੁਕਮ ਜਿਹੜਾ ਕੌਮ ਵਾਸਤੇ ਇੰਨਾ ਕੁ ਸਤਿਕਾਰ ਹੋ ਗਿਆ ਵੀ ਜਥੇਦਾਰ ਸਾਹਿਬ ਕਹਿ ਦੇਣ ਵੀ ਆਹ ਗੁਰੂ ਦਾ ਵੈਰੀ ਆ, ਇਹਨੂੰ ਸੋਧਾ ਲਾਉਣਾ। ਸਿੱਖ ਜਾਨਾਂ ਵੀ ਦਿੰਦੇ ਰਹੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਹੋਣ ਦੀ ਖਾਤਰ, ਮਾਨ ਸਤਿਕਾਰ ਦੀ ਖਾਤਰ। ਇੱਥੋਂ ਗੁਰੂ ਪੰਥੀਆਂ ਨੂੰ ਛੇਕਿਆ ਗਿਆ ਹੈ, ਢੱਡਰੀ ਮਹਿਕਮਾ ਜਾਂ ਨੇਕੀ ਆ ਜੋ ਗੁਰੂ ਨਿੰਦਕਾਂ ਨੂੰ ਕੌਮ ਨੇ ਪ੍ਰਵਾਨ ਕੀਤਾ। ਅਕਾਲ ਤਖਤ ਸਾਹਿਬ ਦਾ ਹੁਕਮ ਸੀ ਵੀ ਇਹ ਰਿਪੋਰਟ ਤੇ ਸਖਤ ਕਾਰਵਾਈ ਹੋਵੇ। ਪ੍ਰਧਾਨ ਸਾਹਿਬ ਨੇ ਕਿਹਾ ਸੀ ਵੀ ਫੌਜਦਾਰੀ ਮੁਕੱਦਮੇ ਹੋਣਗੇ। ਪ੍ਰਧਾਨ ਸਾਹਿਬ ਆਪ ਹੀ ਅਕਾਲ ਤਖਤ ਸਾਹਿਬ ਦਾ ਹੁਕਮ ਨਹੀਂ ਮੰਨ ਰਹੇ, ਪਿੱਛੇ ਹੋ ਗਏ, ਤੁਹਾਨੂੰ ਕੀ ਜਾਪਦਾ? ਜੇ ਫੈਸਲਿਆਂ ਤੇ ਜਥੇਦਾਰ ਸਾਹਿਬ ਦੇ ਹੁਕਮਾਂ ਦੀ ਪਾਲਣਾ ਹੋ ਰਹੀ ਆ, ਤੁਸੀਂ ਵੇਖਿਆ, ਚਾਹੇ ਮੁਲਾਜ਼ਮਾਂ ਦੀ ਹੋਵੇ ਚਾਹੇ ਮੀਤ ਪ੍ਰਧਾਨ ਦੀ ਹੋਵੇ। ਬਿਆਨ ਦੇ ਕੇ ਮੁੱਕਰਨ ਦਾ ਕੀ ਕਾਰਨ ਹੋ ਸਕਦਾ? ਜਿਹੜਾ ਹੋਊਗਾ ਉਹ ਹੋਊਗਾ, ਜੋ ਕਾਨੂੰਨੀ। ਮੈਂ ਤੁਹਾਨੂੰ ਪੁੱਛਦਾ, ਹਾਂਜੀ, ਆਪਾਂ ਗੁਰਸਿੱਖ ਹਾਂ, ਆਜ਼ਾਦ ਹਸਤੀ ਹੈ। ਸ਼੍ਰੋਮਣੀ ਕਮੇਟੀ ਇੱਕ ਵੱਖਰੀ, ਆਪਣੀ ਇਸ ਦੇਸ਼ ਆਜ਼ਾਦ ਹੋਣ ਤੋਂ ਪਹਿਲਾਂ ਆਜ਼ਾਦ ਹੋਈ ਇਹ ਸੰਸਥਾ, ਇਸ ਕਰਕੇ ਇਹਦੇ ਵੀ ਆਪਦੇ ਰੂਲ ਹੈ, ਪ੍ਰੋਟੋਕੋਲ ਹੈ। ਜੋ ਪੋਸੀਬਲ ਹੋਊਗਾ ਉਹ ਕੌਮ ਦੀ ਚੜ੍ਹਦੀ ਕਲਾ ਹੋਏਗਾ। ਪਰ ਸ਼੍ਰੋਮਣੀ ਕਮੇਟੀ ਵੀ DC ਦੇ ਅੰਡਰ ਕੰਮ ਕਰਦੀ ਹੈ, ਭਾਰਤੀ ਸਿਸਟਮ ਦੇ ਅੰਡਰ ਕੰਮ ਕਰਦੀ ਆ। ਗੁਲਾਮੀ ਹੈ ਜੀ, ਆਪਾਂ ਗੁਲਾਮ ਆ ਗਏ। ਨਹੀਂ, ਇਹ ਤਾਂ ਤੁਸੀਂ ਪ੍ਰਧਾਨ ਸਾਹਿਬ ਨੂੰ ਪੁੱਛਣਾ। ਸ਼੍ਰੋਮਣੀ ਕਮੇਟੀ ਤਾਂ ਇੱਥੇ ਇਸ ਤਰ੍ਹਾਂ ਦਾ ਗੋਲਮੋਲ ਦਾ ਜਵਾਬ ਵੀ ਅਸੀਂ ਗੁਲਾਮ ਆ, ਤਾਂ ਸਾਰਾ ਸਿੱਖ ਕਹਿੰਦਾ। ਪਰ ਸ਼੍ਰੋਮਣੀ ਕਮੇਟੀ ਇੱਥੇ ਤਾਂ ਕਹਿੰਦੀ ਹੈ ਵੀ ਅਸੀਂ ਗੁਲਾਮ ਆ, ਪਰ ਜਦੋਂ ਸ਼੍ਰੋਮਣੀ ਕਮੇਟੀ ਦਾ ਬਜਟ ਇਜਲਾਸ ਆ ਉਹ ਜਾਰੀ ਹੋਏਗਾ, ਉਹਦੇ ਤੇ ਮੋਹਰਾਂ ਜਿਹੜੀਆਂ ਨੇ ਉਹ ਸਰਕਾਰੀ ਜਿਹੜਾ ਕਿ ਤੰਤਰ ਦੀਆਂ ਲੱਗਣੀਆਂ। ਸ਼੍ਰੋਮਣੀ ਕਮੇਟੀ ਜਿਹੜੀ ਆ, ਇਹਦੀਆਂ ਚੋਣਾਂ ਜਿਹੜੀਆਂ ਉਹ ਭਾਰਤੀ ਚੋਣ ਕਮਿਸ਼ਨ ਕਰਦਾ। ਸ਼੍ਰੋਮਣੀ ਕਮੇਟੀ ਜਦੋਂ ਬਜਟ ਲਾਗੂ ਹੁੰਦੇ ਆ, ਉਹਦੇ ਵਿੱਚ ਭਾਰਤੀ ਸਿਸਟਮ ਦੀ ਪੂਰੀ ਜਿਹੜੀ ਆ ਉਹ ਰਹਿਨੁਮਾਈ ਆ। ਸ਼੍ਰੋਮਣੀ ਕਮੇਟੀ ਦੇ ਜਿਹੜੇ ਵੱਡੇ ਕੇਸ ਆ ਉਹ ਕੋਰਟਾਂ ਦੇ ਵਿੱਚ ਹੁੰਦੇ ਆ, ਭਾਰਤੀ ਕੋਰਟਾਂ 'ਚ ਹੁੰਦੇ ਆ। ਜੇ ਜਿਹੜਾ ਕਿ ਸਿੱਖ ਰੈਫਰੈਂਸ ਲਾਇਬ੍ਰੇਰੀ ਵਰਗੇ ਮਸਲੇ ਆ ਜਾਂ ਹੋਰ ਕਈ ਮਸਲੇ ਆ, ਸ਼੍ਰੋਮਣੀ ਕਮੇਟੀ ਜਿਹੜੀ ਹੈ ਕਿ ਧਿਰ ਵਜੋਂ ਲੜਦੀ ਆ। ਤਾਂ ਇਸ ਮਾਮਲੇ ਨੂੰ ਸ਼੍ਰੋਮਣੀ ਕਮੇਟੀ ਕਾਨੂੰਨੀ ਤਰੀਕੇ ਨਾਲ ਕਿਉਂ ਨਹੀਂ ਲੜਨਾ ਚਾਹੁੰਦੀ? ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਖੁਦ ਕਿਹਾ ਸੀ ਵੀ ਇਹ ਫੌਜਦਾਰੀ ਮੁਕੱਦਮੇ ਦਰਜ ਹੋਣਗੇ। ਇਹਨਾਂ ਨੇ ਕਿਸੇ ਨੇ ਨਹੀਂ ਕਿਹਾ, ਨਾ ਜਿਹੜੇ ਮੋਰਚਾ ਲਾ ਕੇ ਬੈਠੇ ਉਹਨਾਂ ਨੇ ਕਿਹਾ ਸੀਗਾ। ਉਹ ਕਹਿੰਦੇ ਸੀ ਸਾਨੂੰ ਕਾਨੂੰਨ ਤੇ ਯਕੀਨ ਨਹੀਂਗਾ। ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਕਹਿੰਦੇ ਸੀ ਵੀ ਸਾਨੂੰ ਕਾਨੂੰਨ ਤੇ ਯਕੀਨ ਆ, ਫੌਜਦਾਰੀ ਮੁਕੱਦਮੇ ਦਰਜ ਹੋਣਗੇ, ਪਰ ਮੁੱਕਰ ਗਏ। ਪਰਮਜੀਤ ਸਿੰਘ ਮੰਡ ਜੀ ਉਹ ਕਹਿੰਦੇ ਵੀ ਅਸੀਂ ਗੁਲਾਮੀ ਜਿਹੜੀ ਆ, ਇਹ ਭਾਰਤੀ ਗੁਲਾਮੀ ਆ ਜਾਂ ਕਾਨੂੰਨ ਅਧੀਨ ਆ ਜਾਂ ਪੁਲਿਸ ਅਧੀਨ ਅਸੀਂ ਕੰਮ ਨਹੀਂ ਕਰਨਾ। ਬੜਾ ਵਧੀਆ ਬਿਆਨ ਜਿਹੜਾ ਗੁਰਪ੍ਰੀਤ ਸਿੰਘ ਝੱਬਰ ਸ਼੍ਰੋਮਣੀ ਕਮੇਟੀ ਦੇ ਨੌਜਵਾਨ ਆਗੂ ਆ, ਉਹ ਕਹਿੰਦੇ ਵੀ ਆਜ਼ਾਦ ਹਸਤੀ ਹੈ ਸ਼੍ਰੋਮਣੀ ਕਮੇਟੀ ਜਿਹੜੀ ਆ ਸਿੱਖਾਂ ਦੀ, ਪਰ ਅਸੀਂ ਕਾਨੂੰਨੀ ਤਰੀਕਾ ਨਹੀਂ ਅਪਣਾਉਣਾ ਚਾਹੁੰਦੇ। ਪ੍ਰਧਾਨ ਸਾਹਿਬ ਕਹਿੰਦੇ ਸੀ ਫੌਜਦਾਰੀ ਮੁਕੱਦਮਾ ਹੋਊਗਾ। ਤੁਹਾਨੂੰ ਕੀ ਜਾਪਦਾ? ਇਹ ਕੁਝ ਹੋਰ ਆਂਦੇ ਆ, ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਕੁਝ ਹੋਰ ਆਂਦੇ ਆ, ਕੀ ਕਾਰਨ ਆ? ਦੇਖੋ, ਇਹਨਾਂ ਨੇ ਪਹਿਲਾਂ ਆਪ ਹੀ ਮੀਟਿੰਗ ਦੇ ਵਿੱਚ ਇਹ ਗੱਲ ਤੈਅ ਕੀਤੀ ਕਿ ਫੌਜਦਾਰੀ ਮੁਕੱਦਮਾ ਹੋਣਾ ਚਾਹੀਦਾ ਅੰਤਰਿਮ ਕਮੇਟੀ ਦੀ ਸਿਫਾਰਿਸ਼ ਦੇ ਉੱਤੇ। ਬਾਅਦ ਵਿੱਚ ਇਹਨਾਂ ਨੇ ਆਪ ਹੀ ਜਿਹੜੀ ਆ ਉਹ ਰੱਦ ਕਰ ਦਿੱਤੀ। ਹੋਣਾ ਚਾਹੀਦਾ, ਨਹੀਂ ਹੋਣਾ ਚਾਹੀਦਾ। ਉਸ ਤੋਂ ਬਾਅਦ ਇਹਨਾਂ ਨੇ ਕਹਿ ਦਿੱਤਾ ਕਿ ਜਿਹੜੇ ਅਧਿਕਾਰੀ ਨੇ ਉਹਨਾਂ ਨੇ ਜਿਹੜਾ ਗੁਨਾਹ ਕੀਤਾ ਹੈ, ਜਿਹੜੇ ਸਰੂਪ ਜਿਹੜੇ ਨੇ ਉਹ ਚੋਰੀ ਕਿਸੇ ਨੂੰ ਦਿੱਤੇ ਨੇ ਜਾਂ ਅਕਾਊਂਟ ਦੇ ਵਿੱਚ ਨਹੀਂ ਹੈਗੇ, ਉਹਨਾਂ ਦੀ 70-75% ਤਨਖਾਹ ਦੇ ਵਿੱਚੋਂ ਜਿਹੜੀ ਆ ਉਹ ਵਸੂਲੀ ਕੀਤੀ ਜਾਊਗੀ। ਸਾਡਾ ਇਹਨਾਂ ਨੂੰ ਇੱਕੋ ਸਵਾਲ ਆ ਕਿ ਕੀ ਪਹਿਲਾਂ ਤੁਸੀਂ ਕਿਸੇ ਨੂੰ ਚੋਰੀ ਸਰੂਪ ਕਿਸੇ ਡੇਰੇ ਪਹੁੰਚਾ ਦੇਣਾ ਜਾਂ ਕਿਸੇ ਐਸੀ ਜਗ੍ਹਾ ਪਹੁੰਚਾ ਦੇਣਾ ਜਿਹੜਾ ਕੌਮ ਨੂੰ ਪਤਾ ਹੀ ਨਹੀਂ, ਉਸ ਤੋਂ ਬਾਅਦ ਕੁਝ ਅਧਿਕਾਰੀਆਂ ਦੇ ਕੋਲੋਂ ਉਹਦੇ ਪੈਸੇ ਵਸੂਲ ਲੈਣੇ ਜਾਂ ਉਹਦੀ ਭੇਟਾ ਵਸੂਲ ਲੈਣੀ, ਇਹ ਕਿਹੋ ਜਿਹੀ ਪਿਰਤ ਤੁਸੀਂ ਪਾਉਣ ਜਾ ਰਹੇ ਹੋ ਕੌਮ ਦੇ ਵਿੱਚ? ਪਹਿਲਾਂ ਤੁਸੀਂ ਰਿਕਾਰਡ ਜਿਹੜਾ ਆ ਉਹਨੂੰ ਕੱਢ ਦਿਓ ਕਿ ਪਤਾ ਹੀ ਨਹੀਂ ਸਰੂਪ ਕਿੱਥੇ ਨੇ, ਉਸ ਤੋਂ ਬਾਅਦ ਤੁਸੀਂ ਕਹਿ ਦਿਓ ਕਿ ਭੇਟਾ ਲੈ ਲਿਓ। ਇਹ ਇੱਕ ਬੜੀ ਗਲਤ ਪਿਰਤ ਹੈ ਜਿਹੜੀ ਇਹ ਪਾਉਣ ਜਾ ਰਹੇ ਹੋ। ਦੂਸਰੀ ਗੱਲ,
ਜਿਹੜੇ ਵਾਰ-ਵਾਰ ਕਹਿੰਦੇ ਨੇ, ਹੁਣ ਇਹਨਾਂ ਖੁੱਲ੍ਹ ਕੇ ਇਹਨਾਂ ਦੇ ਮੈਂਬਰ ਇਹ ਗੱਲ ਕਹਿ ਕੇ ਗਏ ਨੇ ਕਿ ਅਸੀਂ ਗੁਲਾਮ ਆ। ਜੇ ਗੁਲਾਮ ਨੇ ਤੇ ਆਜ਼ਾਦੀ ਦੀ ਗੱਲ ਕਿਉਂ ਨਹੀਂ ਕਰਦੇ? ਜੇ ਤੁਸੀਂ ਮੰਨਦੇ ਹੋ ਗੁਲਾਮ ਆ ਤੇ ਤੁਸੀਂ ਆਜ਼ਾਦੀ ਦੀ ਗੱਲ ਕਿਉਂ ਨਹੀਂ ਕਰਦੇ? ਉਦੋਂ ਤੁਸੀਂ ਭਾਰਤੀ ਬਣ ਜਾਂਦੇ ਹੋ ਜਦੋਂ ਤੁਹਾਡੀ ਦੂਸਰੀ ਗੱਲ ਆਉਂਦੀ ਆ। ਤੁਹਾਡੀਆਂ ਆਪਣੀਆਂ ਵੋਟਾਂ ਜਿਹੜੀਆਂ ਨੇ ਉਹ ਡੀਸੀ ਦੀ ਅਧੀਨਗੀ ਦੇ ਵਿੱਚ ਹੁੰਦੀਆਂ ਨੇ। ਤੁਸੀਂ ਕਿਉਂ ਨਹੀਂ ਆਪਣਾ ਮਤਾ ਪਾ ਕੇ ਇਹ ਗੱਲ ਕਹਿੰਦੇ ਕਿ ਅਸੀਂ ਆਜ਼ਾਦ ਹਸਤੀ ਆ, ਸ਼੍ਰੋਮਣੀ ਕਮੇਟੀ ਆਜ਼ਾਦ ਹਸਤੀ ਆ, ਇੱਥੇ ਸਾਨੂੰ ਡੀਸੀ ਦੀ ਕੋਈ ਜ਼ਰੂਰਤ ਨਹੀਂ ਆ। ਇੱਕ ਪਾਸੇ ਤੁਸੀਂ ਡੀਸੀ ਦੀ ਕੁਰਸੀ ਦੇ ਥੱਲੇ ਬਹਿ ਕੇ ਪ੍ਰਧਾਨਗੀਆਂ ਮਾਣਦੇ, ਉੱਪਰੋਂ ਤੁਸੀਂ ਕਹਿੰਦੇ ਹੋ ਕਿ ਅਸੀਂ ਮਤਲਬ ਆਜ਼ਾਦ ਹਸਤੀ ਆ, ਔਰ ਫਿਰ ਤੁਹਾਡੇ ਮੈਂਬਰ ਆ ਕਹਿੰਦੇ ਨੇ ਗੁਲਾਮ ਆ। ਅਸਲ 'ਚ ਹੈ ਕੀ ਆ? ਸਾਨੂੰ ਕਲੀਅਰ ਤਾਂ ਕਰੋ ਤੁਸੀਂ। ਜੇ ਤੁਸੀਂ ਗੁਲਾਮ ਹੋ ਤਾਂ ਤੁਸੀਂ ਆਜ਼ਾਦੀ ਦੀ ਗੱਲ ਕਰੋ। ਜਿਹੜੇ ਆਜ਼ਾਦੀ ਦੀ ਗੱਲ ਕਰਦੇ ਉਹਨਾਂ ਦੇ ਦੁਆਲੇ ਤੁਸੀਂ ਕਿਰਪਾਨਾਂ ਚੁੱਕੀ ਫਿਰਦੇ ਹੋ, ਇਹ ਤੁਹਾਡੀ ਆਜ਼ਾਦੀ ਹੈ ਇੱਥੇ। ਸੋ ਸਾਡਾ ਇਹਨਾਂ ਦੇ ਨਾਲ ਸਿਰਫ ਇੱਕੋ ਹੀ ਸਵਾਲ ਆ ਕਿ ਇਹ ਜਵਾਬ ਦੇਣ, ਇਹ ਨਹੀਂ ਕਿ ਉਹਦੀ ਭਰਪਾਈ ਕਿਵੇਂ ਕਰਤੀ ਹੈ ਤੁਸੀਂ ਸਰੂਪ ਛਪਾ ਕੇ। ਜਵਾਬ ਇਹ ਦੇਣ ਕਿ ਉਹ ਜਿਹੜੇ ਛਾਪੇ ਗਏ ਸਰੂਪ ਸੀਗੇ, ਜਿਨ੍ਹਾਂ ਨੂੰ ਚੋਰੀ ਇਹਨਾਂ ਨੇ ਚਿੱਠੀਆਂ ਦੇ ਕੇ ਪਰਚੀਆਂ ਦੇ ਉੱਤੇ ਲਿਖ ਕੇ ਕਿੱਥੇ ਭੇਜੇ ਨੇ, ਉਹ ਦੱਸਣ। ਇਹ ਕੋਈ ਸਜ਼ਾ ਨਹੀਂ ਕਿ ਅਕਾਲ ਤਖਤ ਸਾਹਿਬ ਦੇ ਉੱਤੇ ਤੁਸੀਂ ਜਾ ਕੇ ਤੇ ਉੱਥੇ ਗੋਲਮੋਲ ਜੀਆਂ ਗੱਲਾਂ ਕਰਕੇ ਵਾਰ-ਵਾਰ ਬਿਆਨ ਬਦਲ ਕੇ ਤੇ ਜਿਹੜੀ ਆ ਉਹ ਸੇਵਾ ਲਵਾ ਕੇ ਆ ਜਾਂਦੇ ਹੋ। ਇਹਨਾਂ ਨੂੰ ਆਪ ਆਪਣੀਆਂ ਗਲਤੀਆਂ ਮੰਨ ਕੇ ਅਸਤੀਫੇ ਦੇਣੇ ਚਾਹੀਦੇ ਨੇ, ਔਰ ਇਹਨਾਂ ਨੂੰ ਇਹ ਮੰਨਣਾ ਚਾਹੀਦਾ ਕਿ ਉਹ ਇਸ ਸੀਟ ਦੇ ਯੋਗ ਨਹੀਂ ਗਏ, ਅਯੋਗ ਨੇ, ਔਰ ਇਹਨਾਂ ਨੂੰ ਕੁਰਸੀਆਂ ਛੱਡਣੀਆਂ ਚਾਹੀਦੀਆਂ ਨੇ। ਔਰ ਇਹ ਨਹੀਂ ਹੈ ਕਿ 1 ਸਾਲ ਦੇ ਲਈ। ਜਿਹੋ ਜਿਹੀ ਇਹਨਾਂ ਨੇ ਗਲਤੀ ਕੀਤੀ, ਇਹਨਾਂ ਨੂੰ ਤਾਂ ਸਾਰੀ ਜ਼ਿੰਦਗੀ ਸ਼ਰਮਸਾਰ ਹੋਣਾ ਚਾਹੀਦਾ ਕਿ ਜੋ ਇਹਨਾਂ ਨੇ ਕੀਤਾ 1 ਸਾਲ ਦੇ ਵਿੱਚ ਇਹ ਗਲਤੀਆਂ ਜਿਹੜੀਆਂ ਕੀਤੀਆਂ ਨੇ ਉਹਨਾਂ ਦੀ ਭਰਪਾਈ ਨਹੀਂ ਹੁੰਦੀ। ਔਰ ਜੇ ਆਜ਼ਾਦ ਨੇ ਤੇ ਆਜ਼ਾਦ ਹਸਤੀ ਦੀ ਤਰ੍ਹਾਂ ਵਿਚਰਨ, ਕੌਮ ਦੇ ਸਾਹਮਣੇ ਆ ਕੇ ਆਪਣੀ ਗਲਤੀ ਮੰਨਣ ਜੋ ਕੀਤੀ ਆ। ਇਹ ਨਹੀਂ ਕਿ ਗੋਲ ਜਿਹਾ ਕਰਕੇ ਕਿ ਸਾਡੇ ਕੋਲ ਗਲਤੀ ਹੋ ਗਈ, ਅਕਾਲ ਤਖਤ ਤੇ ਜਾ ਕੇ ਪਹਿਲਾਂ ਦੱਸਣ ਗਲਤੀ ਕੀ ਹੋਈ ਆ, ਉਹ ਸਰੂਪ ਕਿੱਥੇ ਭੇਜੇ ਨੇ, ਕਿਉਂ ਭੇਜੇ ਨੇ, ਕਿਸ ਦੇ ਕਹਿਣ ਤੇ ਭੇਜੇ ਨੇ, ਔਰ ਉਹਨਾਂ ਦਾ ਸਹੀ ਪਤਾ ਲੱਗੇ। ਉਸ ਤੋਂ ਬਾਅਦ ਇਹਨਾਂ ਦੀ ਗਲਤੀ ਜਿਹੜੀ ਆ ਉਹ ਮਾਫ ਕਰਨੀ ਆ ਜਾਂ ਨਹੀਂ ਕਰਨੀ, ਜਾਂ ਕੀ ਸਜ਼ਾ ਲੱਗਣੀ ਆ, ਉਹ ਫਿਰ ਡਿਸਾਈਡ ਹੋਊਗਾ। ਇਹ ਜਿਹੜੀਆਂ ਉੱਥੇ ਜਾ ਕੇ ਗੋਲ ਗੱਲਾਂ ਕਰਕੇ ਜਾਂ ਅਕਾਲ ਤਖਤ ਦੇ ਸਾਹਮਣੇ ਜਾ ਕੇ 2 ਹੱਥ ਜੋੜ ਕੇ ਸੰਗਤ ਨੂੰ ਭਰਮਾਉਣ ਦੀ ਕੋਸ਼ਿਸ਼ ਕਰਦੇ ਨੇ ਕਿ ਅਸੀਂ ਇਹਨਾਂ ਨੂੰ ਸਮਰਪਿਤ ਆ, ਅਸਲ ਦੇ ਵਿੱਚ ਕੋਈ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਨਹੀਂਗੇ। ਇਹ ਸਮਰਪਿਤ ਨੇ ਬਾਦਲ ਪਰਿਵਾਰ ਨੂੰ। ਜਿਵੇਂ ਬਾਦਲ ਪਰਿਵਾਰ ਇਹਨਾਂ ਨੂੰ ਕਹੂਗਾ ਅਸਤੀਫਾ ਦੇਣ ਨੂੰ, ਅਗਲੇ ਦਿਨ ਉਹਨਾਂ ਦੇ ਟੇਬਲ ਤੇ ਅਸਤੀਫਾ ਰੱਖ ਆਉਣਗੇ। ਜਿੱਦਣ ਉਹਨਾਂ ਨੂੰ ਕਹੂਗਾ ਫਿਰ ਦੁਬਾਰਾ ਗਲ ਦੇ ਚਾਰ ਪਾ ਕੇ ਪ੍ਰਧਾਨਗੀ ਲੈ ਲਓ, ਇਹ ਲੌਂਗੋਵਾਲ ਅਗਲੇ ਸਾਲ ਫਿਰ ਪ੍ਰਧਾਨ ਬਣਨ ਨੂੰ ਤਿਆਰ ਹੋ ਜਾਏਗਾ। ਜੇ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਨੇ ਤੇ ਇਮਾਨਦਾਰੀ ਦੇ ਨਾਲ ਅਸਤੀਫਾ ਦੇਣ, ਕਿਉਂਕਿ ਬੱਜਰ ਗਲਤੀ ਜਿਹੜੀ ਇਹਨਾਂ ਨੇ ਕੀਤੀ ਹੈ ਇਹ ਕੋਈ ਕਿਸੇ ਇੱਕ ਜਾਂ ਦੂਸਰੇ ਸਿੱਖ ਦਾ ਮਸਲਾ ਨਹੀਂ ਹੈ, ਗੁਰੂ ਗ੍ਰੰਥ ਸਾਹਿਬ ਦਾ ਮਸਲਾ ਆ। ਔਰ ਉਹ ਵੀ 1 ਜਾਂ 2 ਸਰੂਪਾਂ ਦਾ ਨਹੀਂ ਆ, 428 ਸਰੂਪਾਂ ਦਾ ਮਸਲਾ ਆ, ਜਿਹੜਾ ਆਉਣ ਵਾਲੇ ਸਮਿਆਂ ਦੇ ਵਿੱਚ ਪੰਜਾਬ ਦੇ ਵਿੱਚ ਪਤਾ ਨਹੀਂ ਕਿਹੋ ਜਿਹੀਆਂ ਹਰਕਤਾਂ ਕਰਨ ਦੇ ਲਈ ਜਿਹੜਾ ਆ ਉਹ ਡੇਰੇਵਾਦ ਨੂੰ ਉਸਤਾਦ ਕਰ ਸਕਦਾ। ਇਮਾਨਦਾਰੀ ਦੀ ਗੱਲ ਕੀਤੀ ਜਾ ਰਹੀ ਹੈ ਵੀ ਜੇ ਤਾਂ ਤੁਸੀਂ ਸਰੂਪ ਲੁਕੋਏ ਆ, ਵੇਚੇ ਆ, ਜਾਂ ਖੁਰਦ-ਬੁਰਦ ਕੀਤੇ ਆ, ਜਾਂ ਅਗਨਪੇਟ ਹੋਏ ਆ ਤਾਂ ਦੱਸੋ। ਸਵਾਲ ਦਾ ਜਵਾਬ ਹੁੰਦਾ ਤਾਂ ਜਵਾਬ ਦੇਣਾ ਚਾਹੀਦਾ। ਜੇ ਨਹੀਂ ਹੋਏ ਤਾਂ ਜੋ ਵੀ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਦੱਸੋ। ਤਾਂ ਇੱਕ ਗੱਲ ਵਾਰ-ਵਾਰ ਸਾਰੇ ਜਿਹੜੇ ਤੁਸੀਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਆ ਜਾਂ ਦਲ ਖਾਲਸਾ ਜਾਂ ਖਾਲਿਸਤਾਨੀ ਪਾਰਟੀ ਦੇ ਬੰਦੇ ਖਲੋਤੇ ਇੱਕੋ ਹੀ ਗੱਲ ਕਹਿੰਦੇ ਸਾਰੇ ਵੀ ਬਾਦਲ ਪਰਿਵਾਰ ਕਾਬਜ਼ਾ। ਉਹ ਇਦਾਂ ਦਾ ਕਾਬਜ਼ ਨਹੀਂ ਹੋ ਗਿਆ ਵੀ ਚੁੱਕੋ ਕੁਰਸੀਆਂ ਤੇ ਕਬਜ਼ਾ ਕਰ ਲਿਆ। ਉਹ ਗੱਲ ਹੈ ਨਹੀਂ ਗੀ। ਜਿਵੇਂ 1920 ਚ ਸ਼੍ਰੋਮਣੀ ਕਮੇਟੀ ਸਿੱਖਾਂ ਨੇ ਆਜ਼ਾਦ ਕਰਾਈ ਆ, ਜਿਹੜੇ ਕਿ ਸ਼ਹੀਦਾਂ ਨੇ ਸ਼ਹੀਦੀਆਂ ਦਿੱਤੀਆਂ। ਅੱਜ ਵੋਟ ਤੰਤਰ ਆ। ਤੁਸੀਂ ਬੇਸ਼ੱਕ ਆਜ਼ਾਦ ਗੱਲ ਕਰਦੇ ਹੋ ਜਾਂ ਗੁਲਾਮ ਕਰਦੇ ਹੋ, ਵੋਟ ਤਾਂ ਤੁਸੀਂ ਵੀ ਪਾਉਂਦੇ ਹੋਵੋਗੇ। ਵੋਟ ਸਾਰੇ ਪਾਉਂਦੇ ਆ। ਵੋਟਾਂ ਦੇ ਕੇ ਅਸੀਂ ਚੁਣਿਆ। ਬੇਸ਼ੱਕ ਪੰਜਾਬ ਦੀ ਰਾਜਨੀਤੀ ਹੈ, ਭਾਰਤ ਦੀ ਆ ਜਾਂ ਸ਼੍ਰੋਮਣੀ ਕਮੇਟੀ ਸਿੱਖਾਂ ਦੀ ਧਰਮ, ਇੱਥੇ ਵੋਟਾਂ ਪੈਂਦੀਆਂ। ਤਾਂ ਤੁਸੀਂ ਕਿਉਂ ਨਹੀਂ ਉਹ ਰਾਹ ਅਪਣਾਉਂਦੇ? ਵੋਟਾਂ ਰਾਹੀਂ ਤੁਹਾਨੂੰ ਲੱਗਦਾ ਵੀ ਜਿਹੜੇ ਤੁਸੀਂ ਇੰਨੇ ਵੱਡੇ ਬੰਦੇ ਹੋ, ਤੁਸੀਂ ਉੱਥੇ ਉਵੇਂ ਕਬਜ਼ ਹੋਣਾ, ਐਂ ਕਬਜ਼ਾ ਨਹੀਂ ਮਿਲ ਜਾਣਾ ਤੁਹਾਨੂੰ? ਕੀ ਇਹਦੇ ਬਾਰੇ? ਕਿਉਂਕਿ ਲੋਕ ਸਵਾਲ ਕਰਦੇ ਵੀ ਬਾਹਰ ਧਰਨੇ ਲਾਉਂਦੇ ਆ, ਉਦੋਂ ਜ਼ੋਰ ਨਹੀਂ ਲਾਉਂਦੇ, ਉਦੋਂ 10 ਬੰਦੇ ਖਲੋ ਜਾਂਦੇ ਆ, ਉਹ ਇਕੱਲੇ ਹੁੰਦੇ ਉਹ ਜਿੱਤ ਜਾਂਦੇ ਆ। ਦੇਖੋ, ਜਿਹੜੀ ਗੱਲ ਇਹਨਾਂ ਪਹਿਲਾਂ ਕੀਤੀ ਫਿਰ ਮੈਂ ਉਸੇ ਤੇ ਆਉਣਾ। ਇਹ ਵੋਟ ਤੰਤਰ ਦੇ ਵਿੱਚ ਇਸ ਕਰਕੇ ਨੇ ਕਿਉਂਕਿ ਭਾਰਤੀ ਸਿਸਟਮ ਦੇ ਅਧੀਨ ਰਹਿੰਦੇ ਨੇ। ਜੇ ਇਹ ਸੰਸਥਾ ਸਿੱਖਾਂ ਦੇ ਕੋਲ ਹੋਵੇ ਤਾਂ ਇੱਥੇ ਯੋਗ ਵਿਅਕਤੀ ਚੁਣੇ ਨਾ ਜਾਣ, ਉਹਨਾਂ ਨੂੰ ਸਿਲੈਕਟ ਕੀਤਾ ਜਾਵੇ, ਉਹਨਾਂ ਨੂੰ ਇਲੈਕਟ ਨਾ ਕੀਤਾ ਜਾਵੇ ਕਿ ਤੁਸੀਂ 20 ਬੰਦੇ ਮੂਰਖਾਂ ਦਾ ਟੋਲਾ ਇਕੱਠਾ ਕਰਕੇ ਵੋਟਾਂ ਪਾ ਕੇ ਤੇ ਜਿੰਨੇ 11 ਪਾਤੀਆਂ ਤੇ ਤੁਸੀਂ ਉਹ ਚੁਣਦੇ ਹੋ। ਜਿਹੜਾ ਯੋਗ ਹੋਊਗਾ, ਜਿਹੜਾ ਸਾਰੀ ਐਲੀਜੀਬਿਲਟੀ ਪੂਰੀ ਕਰਦਾ ਹੋਊਗਾ, ਉਹ ਇੱਥੇ ਆਊਗਾ ਔਰ ਉਹਨੂੰ ਸਿਲੈਕਟ ਕੀਤਾ ਜਾਊਗਾ, ਇਲੈਕਟ ਨਹੀਂ ਕੀਤਾ ਜਾਊਗਾ। ਅੱਜ ਇਲੈਕਸ਼ਨ ਇਸ ਕਰਕੇ ਹੁੰਦੀ ਹੈ ਕਿਉਂਕਿ ਇਹ ਡੀਸੀ ਦੇ ਅਧੀਨ ਚੱਲਦੇ ਨੇ, ਇਹ ਇੰਡੀਅਨ ਪਾਰਲੀਮੈਂਟ ਦੇ ਅਧੀਨ ਚੱਲਦੇ ਨੇ। ਜਿੱਦਣ ਉਹਨਾਂ ਦੇ ਥੱਲੋਂ ਨਿਕਲਣਗੇ, ਜਿਹੜੀ ਤੁਸੀਂ ਗੱਲ ਕਹੀ ਹੋ ਕਿ ਸ਼ਾਇਦ ਅਸੀਂ ਵੋਟਾਂ ਪਾਉਂਦੇ ਹੀ ਅਸੀਂ ਇਹੋ ਜਿਹੇ ਜਿਹੜੇ ਬੇਈਮਾਨ ਲੋਕ ਨੇ ਉਹਨਾਂ ਨੂੰ ਨਾ ਤਾਂ ਕਦੀ ਵੋਟ ਪਾਈ ਹੈ ਤੇ ਨਾ ਇਨ ਫਿਊਚਰ ਪਾਵਾਂਗੇ। ਜਿੰਨੀਆਂ ਫੈਸਲਾ ਤਾਂ ਵੋਟ ਨਾਲ ਹੀ ਹੋ ਰਿਹਾ। ਬਿਲਕੁਲ, ਮੈਂ ਕਹਿ ਰਿਹਾ ਫੈਸਲਾ ਇਸ ਕਰਕੇ ਹੋ ਰਿਹਾ ਕਿਉਂਕਿ ਗੁਲਾਮ ਆ। ਜੇ ਆਜ਼ਾਦ ਹੋਵੋਗੇ ਤਾਂ ਫਿਰ ਵੋਟ ਦੇ ਨਾਲ ਫੈਸਲਾ ਨਹੀਂ ਹੋਵੇਗਾ, ਫਿਰ ਜਿਹੜਾ ਇਮਾਨਦਾਰੀ ਦੇ ਨਾਲ ਫੈਸਲਾ ਹੋਵੇਗਾ। ਜਿਵੇਂ ਇਤਿਹਾਸ ਦੇ ਵਿੱਚ ਹੁੰਦਾ ਆਇਆ, ਇਹ ਗੱਲਾਂ ਕਈਆਂ ਨੂੰ ਕੌੜੀਆਂ ਲੱਗ ਸਕਦੀਆਂ ਜਾਂ ਇਹ ਲੱਗ ਸਕਦੀਆਂ ਕਿ ਪੋਸੀਬਲ ਨਹੀਂ ਹੈਗੀਆਂ, ਪਰ ਹੁਣ ਇਹ ਗੱਲਾਂ ਤੁਰ ਪਈਆਂ ਨੇ ਕਿ ਵੋਟ ਜਿਹੜਾ ਸਿਸਟਮ ਹੈ ਕੋਈ ਬਹੁਤਾ ਸਫਲ ਸਿਸਟਮ ਨਹੀਂ ਹੈਗਾ। ਲੋਕ ਇਹ ਤੋਂ ਖਹਿੜਾ ਛਡਾਉਣਾ ਸ਼ੁਰੂ ਕਰ ਚੁੱਕੇ ਨੇ, ਵੈਸਟ ਦੇ ਲੋਕ ਵੀ, ਔਰ ਪੰਜਾਬ ਨੂੰ ਜਿਹੜਾ ਖਹਿੜਾ ਛਡਾਉਣਾ ਪਊਗਾ ਔਰ ਇਹਨਾਂ ਨੂੰ ਜਵਾਬਦੇਹੀ ਦੇਣੀ ਪਊਗੀ। ਕੱਲਾ ਵੋਟਾਂ ਦੇ ਰਾਹੀਂ ਠੀਕ ਹੈ, ਹਾਲ ਦੀ ਘੜੀ ਇਹ ਵੋਟਾਂ ਦੇ ਰਾਹੀਂ ਚੁਣੇ ਜਾਂਦੇ ਨੇ ਔਰ ਸਾਡੇ ਕੋਲ ਹਿੰਦੁਸਤਾਨ ਦੇ ਵਿੱਚ ਜਿੰਨਾ ਚਿਰ ਅਸੀਂ ਗੁਲਾਮ ਆ ਇਹੋ ਹੀ ਵਿਕਲਪ ਬਚਦਾ ਹੈ ਕਿ ਵੋਟਾਂ ਦੇ ਥਰੂ ਇਹਨਾਂ ਨੂੰ ਹਰਾਇਆ ਜਾਵੇ। ਅਸੀਂ ਕੌਮ ਨੂੰ ਅਪੀਲ ਵੀ ਕਰਦੇ ਹਾਂ ਕਿ ਇਨ ਫਿਊਚਰ ਜਦੋਂ ਇੱਥੇ ਵੋਟਾਂ ਆਉਣੀਆਂ ਨੇ ਤੇ ਉਹ ਸੱਚੇ ਦੇ ਨਾਲ ਖੜਨ, ਨਾ ਕਿ ਬੇਈਮਾਨ ਦੇ ਨਾਲ। ਔਰ ਦੂਸਰੀ ਗੱਲ ਜਿਹੜੀ ਬਾਦਲ ਪਰਿਵਾਰ ਦੀ ਹੁੰਦੀ ਆ, ਤੁਸੀਂ ਵੇਖੋ ਜੇ ਇਹ ਕਹਿੰਦੇ ਨੇ ਕਿ ਅਸੀਂ ਬਾਦਲ ਪਰਿਵਾਰ ਵਾਰ-ਵਾਰ ਕਹਿੰਦਾ ਕਿ ਸਾਡੀ ਕੋਈ ਵੀ ਇੱਥੇ ਵਿੱਚ ਦਖਲਅੰਦਾਜ਼ੀ ਨਹੀਂ ਆ, ਪਰ ਇਹ ਗੱਲ ਤੈਅ ਆ, ਸਾਫ਼ ਆ, ਸਪਸ਼ਟ ਆ। ਨਾ ਉਹ ਸ਼੍ਰੋਮਣੀ ਕਮੇਟੀ ਮੈਂਬਰ ਨੇ, ਨਾ ਉਹਨਾਂ ਨੂੰ ਕਿਸੇ ਨੇ ਚੁਣਿਆ ਸ਼੍ਰੋਮਣੀ ਕਮੇਟੀ ਦੀ ਗੱਲ ਕਰਨ ਦੇ ਲਈ।
ਪਰ ਉਸ ਦੇ ਬਾਵਜੂਦ ਸੁਖਬੀਰ ਬਾਦਲ, ਪ੍ਰਕਾਸ਼ ਸਿੰਘ ਬਾਦਲ ਤੇ ਉਹਨਾਂ ਦੀ ਨੌਂ ਪੂਰੀ ਤਰ੍ਹਾਂ ਉਹਨਾਂ ਦੀ ਦਖਲਅੰਦਾਜ਼ੀ ਹੈ ਸ਼੍ਰੋਮਣੀ ਕਮੇਟੀ ਦੇ ਵਿੱਚ। ਜੇ ਨਹੀਂ ਆ ਤਾਂ ਪ੍ਰਧਾਨ ਨੂੰ ਚੁਣਨ ਦੇ ਲਈ ਜਿਹੜੀ ਪੂਰੀ ਦੀ ਪੂਰੀ ਡਿਊਟੀ ਦੇ ਦਿੱਤੀ ਜਾਂਦੀ ਜਾਂ ਪਾਵਰ ਦੇ ਦਿੱਤੀ ਜਾਂਦੀ, ਸੁਖਬੀਰ ਬਾਦਲ ਨੂੰ ਕਿਉਂ ਦਿੱਤੀ ਜਾਂਦੀ? ਸਿਰਫ ਇਸ ਕਰਕੇ ਕਿ ਉਹ ਅਕਾਲੀ ਦਲ ਦਾ ਪ੍ਰਧਾਨ ਆ। ਇਹਦਾ ਮਤਲਬ ਸ਼੍ਰੋਮਣੀ ਕਮੇਟੀ ਅਕਾਲੀ ਦਲ ਦੇ ਅਧੀਨ ਆ ਗਈ। ਅਕਾਲੀ ਦਲ ਪਹਿਲਾਂ ਬੀਜੇਪੀ ਦੇ ਅਧੀਨ ਹੀ, ਹੁਣ ਉਹ ਡਰਾਮਾ ਜਿਹਾ ਕਰ ਰਿਹਾ ਕਿ ਅਸੀਂ ਵੱਖਰੇ ਹੋ ਰਹੇ ਹਾਂ। ਅਸਲ ਦੇ ਵਿੱਚ ਇਹਨਾਂ ਦਾ ਕੋਈ ਗੱਠਜੋੜ ਪਹਿਲਾਂ ਹੋਵੇ ਚਾਹੇ ਨਾ ਹੋਵੇ। ਜਿੰਨੇ ਇਹਨਾਂ ਗੁਨਾਹ ਕੀਤੇ ਨੇ ਸਿੱਖ ਕੌਮ ਇਹਨਾਂ ਨੂੰ ਕਦੀ ਮਾਫ ਨਹੀਂ ਕਰੂਗੀ, ਇਹਨਾਂ ਨੂੰ ਜਵਾਬ ਦੇਣਾ ਪਊਗਾ। ਔਰ ਜਿੰਨਾ ਚਿਰ ਸ਼੍ਰੋਮਣੀ ਕਮੇਟੀ ਇਸ ਬਾਦਲ ਪਰਿਵਾਰ ਦੇ ਹੇਠੋਂ ਜਿਹੜਾ ਆਜ਼ਾਦ ਨਹੀਂ ਹੁੰਦੀ, ਜਾਂ ਸਿੱਧੇ ਰੂਪ ਦੇ ਵਿੱਚ ਕਹਿ ਲਓ ਕਿ ਜਿਹੜਾ ਅਖੌਤੀ ਅਕਾਲੀ ਦਲ ਆ ਉਹਦੇ ਆਜ਼ਾਦ ਜਿਹੜੀ ਗੁਲਾਮੀ ਉਹਦੇ ਥੱਲੇ ਨਹੀਂ ਨਿਕਲਦੀ, ਇਹੋ ਜਿਹੀਆਂ ਗਲਤੀਆਂ ਇੱਥੇ ਇਹਨਾਂ ਦੇ ਮੈਂਬਰਾਂ ਨੇ ਕਰਦੀਆਂ ਰਹਿਣੀਆਂ ਆ। ਉਹੋ ਜਿਹੇ ਮੈਂਬਰ ਇੱਥੇ ਆਉਣਗੇ ਜਿਹੋ ਜਿਹਾ ਬਾਦਲ ਪਰਿਵਾਰ ਖੁਦ ਆ, ਉਹੋ ਜਿਹੇ ਡਰਾਮੇ ਇਹ ਕਰਨਗੇ ਜਿਹੋ ਜਿਹੇ ਡਰਾਮੇ ਉਹ ਕਰਦੇ ਆ, ਔਰ ਇਹੋ ਜਿਹੀਆਂ ਹਰਕਤਾਂ ਇਹ ਕਰਨਗੇ ਜਿਹੋ ਜਿਹੀਆਂ ਹਰਕਤਾਂ ਉਹ ਕਰਦੇ ਆ ਕਿ ਪਹਿਲਾਂ ਤੁਸੀਂ ਜੱਫੀਆਂ ਪਾਲੋ ਸੈਂਟਰ ਦੇ ਵਿੱਚ, ਪਹਿਲਾਂ ਤੁਸੀਂ ਬਿੱਲ ਪਾਸ ਕਰਵਾ ਦਿਓ ਤੇ ਬਾਅਦ ਵਿੱਚ ਕਹਿ ਦਿਓ ਅਸੀਂ ਤੇ ਵਿਰੋਧ ਦੇ ਵਿੱਚ ਹੀ। ਉਹ ਹਾਲੇ ਨਾ ਮੈਂਬਰਾਂ ਦਾ ਆ, ਪਹਿਲਾਂ ਆਪ ਇਹ ਸਾਰੀ ਉਮਰ ਚੁੱਪ ਕੀਤੇ ਰਹਿੰਦੇ ਨੇ। ਜਦੋਂ ਸੰਗਤ ਦੇ ਸਾਹਮਣੇ ਗੱਲਾਂ ਆਉਂਦੀਆਂ ਉਦੋਂ ਇਹਨਾਂ ਨੂੰ ਪਤਾ ਲੱਗ ਜਾਂਦਾ ਕਿ ਅਸੀਂ ਗੁਲਾਮ ਆ। ਸੋ ਇਹੋ ਜਿਹੀਆਂ ਗੱਲਾਂ ਦੇ ਵਿੱਚ ਇਹਨਾਂ ਦੇ ਸੰਗਤ ਨੂੰ ਬਿਲਕੁਲ ਆਉਣ ਦੀ ਜ਼ਰੂਰਤ ਨਹੀਂ ਆ। ਡਟਵਾ ਇਹਨਾਂ ਦੇ ਕੋਲੋਂ ਜਿਹੜਾ ਜਵਾਬ ਮੰਗਣਾ ਚਾਹੀਦਾ, ਖਾਲਸਾਈ ਸੁਰ ਦੇ ਵਿੱਚ ਮੰਗਣਾ ਚਾਹੀਦਾ ਆ। ਔਰ ਜਿੰਨਾ ਚਿਰ ਇਹ ਜਵਾਬ ਨਹੀਂ ਦਿੰਦੇ ਕਿ ਉਹ ਪਾਵਨ ਸਰੂਪ ਕਿੱਥੇ ਨੇ, ਉਹਨਾਂ ਚਿਰ ਤੱਕ ਇਹਨਾਂ ਦਾ ਖਹਿੜਾ ਨਹੀਂ ਛੱਡਣਾ ਚਾਹੀਦਾ। ਜੀ ਬਿਲਕੁਲ। ਤਾਂ ਸ਼੍ਰੋਮਣੀ ਕਮੇਟੀ ਦੀਆਂ ਜਿਹੜੀਆਂ ਕਾਰਵਾਈਆਂ ਨੇ ਉਹਨਾਂ ਨੂੰ ਡਰਾਮੇ ਦੱਸਿਆ ਜਾ ਰਿਹਾ, ਉਹਨਾਂ ਨੂੰ ਹਰਕਤਾਂ ਦੱਸਿਆ ਜਾ ਰਿਹਾ। ਔਰ ਸ਼੍ਰੋਮਣੀ ਅਕਾਲੀ ਦਲ ਜਿਹੜਾ ਕਿ ਬਾਦਲ ਆ ਉਹਦੇ ਤੇ ਇਹਨਾਂ ਸੰਗਤਾਂ ਦਾ ਜਿਹੜਾ ਗੁੱਸਾ ਹੈਗਾ ਉਹ ਬਹੁਤ ਜ਼ਿਆਦਾ ਆ। ਤਾਂ ਵੀਰ ਜੀ ਤੁਹਾਡੇ ਹੱਥ ਦੇ ਵਿੱਚ ਤੁਹਾਡੇ ਤੋਂ ਹੀ ਸਵਾਲ ਪੁੱਛਦਾ, ਇਹਨਾਂ ਦੇ ਹੱਥ 'ਚ ਲਿਖਿਆ ਵੀ ਸ਼੍ਰੋਮਣੀ ਕਮੇਟੀ ਪ੍ਰਧਾਨ ਲੌਂਗੋਵਾਲ ਅਸਤੀਫਾ ਦੇਣ। ਲੌਂਗੋਵਾਲ ਅਸਤੀਫਾ ਦੇ ਦੂਗਾ, ਉਸ ਤੋਂ ਬਾਅਦ ਕੌਣ ਆ ਜਾਣਾ? ਮਹਾਰਾਜਾ ਰਣਜੀਤ ਸਿੰਘ ਨਹੀਂ ਆ ਜਾਣਾ। ਉਦੋਂ ਪਹਿਲਾਂ ਅਵਤਾਰ ਸਿੰਘ ਮੱਕੜ ਸੀ, ਉਹ ਵੀ ਨਹੀਂ ਪਸੰਦ। ਬਡੂੰਗਰ ਰਿਹਾ, ਉਹ ਵੀ ਨਹੀਂ ਸੀ ਪਸੰਦ। ਉਦੋਂ ਪਹਿਲਾਂ ਉਹ ਵੀ ਪਸੰਦ, ਸਾਨੂੰ ਕੋਈ ਵੀ ਨਹੀਂ ਪਸੰਦ। ਕੌਣ ਹੋਊਗਾ? ਤੁਸੀਂ ਇਹਦੀ ਥਕਾ ਤੇ ਕਿਹਨੂੰ ਲਿਆਉਣਾ ਚਾਹੁੰਦੇ ਹੋ ਵੀ ਕੌਣ ਠੀਕ ਹੋਊਗਾ? ਦੇਖੋ ਇੱਥੇ ਕਿਸੇ ਚਿਹਰੇ ਦੀ ਗੱਲ ਨਹੀਂ ਗੀ। ਲੌਂਗੋਵਾਲ ਇਸ ਟਾਈਮ ਜਿਹੜਾ ਹੈ ਉਹ ਮੌਜੂਦਾ ਕੁਰਸੀ ਤੇ ਬੈਠਾ, ਇਸ ਕਰਕੇ ਲੌਂਗੋਵਾਲ ਲਿਖਿਆ। ਜੇ ਕੱਲ ਨੂੰ ਮੰਡ ਲਿਖਿਆ ਹੋਊਗਾ ਤੇ ਮੰਡ ਵੀ ਲਿਖਿਆ, ਜੇ ਕੱਲ ਨੂੰ ਤੁਹਾਡਾ ਨਾਂ ਲਿਖਿਆ ਹੋਵੇ ਤਾਂ ਤੁਸੀਂ ਵੀ ਇਦਾਂ ਹੀ ਹੋਗੇ ਜੇ ਗਲਤੀ ਕਰੋਗੇ। ਤੇ ਇੱਥੇ ਸਿਰਫ ਇਹ ਨਾ ਮੰਨਿਆ ਜਾਵੇ ਕਿ ਇੱਕ ਬੰਦੇ ਕੋਲੋਂ ਅਸਤੀਫਾ ਮੰਗਿਆ ਜਾ ਰਿਹਾ ਹੈ, ਉਸ ਦੀ ਅਯੋਗ ਅਗਵਾਈ ਤੋਂ ਅਸਤੀਫਾ ਮੰਗਿਆ ਜਾ ਰਿਹਾ ਜਿਸ ਦੇ ਉਹ ਲਾਇਕ ਨਹੀਂ ਸੀ, ਇਸ ਕਰਕੇ ਉੱਥੇ ਬੈਠਾ ਆ। ਔਰ ਜਿਸ ਤਰ੍ਹਾਂ ਦੀਆਂ ਨੇ ਪਿਛਲੇ 2 ਸਾਲਾਂ ਦੇ ਵਿੱਚ ਇਹ ਕਾਰਵਾਈਆਂ ਕੀਤੀਆਂ ਨੇ ਵੀ ਜਦੋਂ ਤੁਹਾਨੂੰ ਜਵਾਬ ਪੁੱਛਿਆ ਜਾਂਦਾ ਤੁਸੀਂ ਕਹਿ ਦਿੰਦੇ ਜੇ ਜਿਹੜੀ ਗੱਲ ਤੁਹਾਨੂੰ ਨਹੀਂ ਦੱਸਣੀ ਹੁੰਦੀ ਉਹ ਤੁਸੀਂ ਕਹਿ ਦਿੰਦੇ ਜੀ ਸਾਡੇ ਕੋਲ ਕੁਝ ਆਈ ਨਹੀਂ, ਖਬਰ ਨਹੀਂ ਆਈ। ਬਲਕਿ ਸ਼੍ਰੋਮਣੀ ਕਮੇਟੀ ਦਾ ਦਸਤੂਰ ਆ, ਸਵੇਰੇ ਉੱਠਦਿਆਂ ਸਾਰੀਆਂ ਇੰਗਲਿਸ਼ ਤੇ ਪੰਜਾਬੀ ਅਖਬਾਰਾਂ ਫੋਲੀਆਂ ਜਾਂਦੀਆਂ ਨੇ। ਜਿਸ ਖਬਰ ਦੇ ਵਿੱਚ ਸਿੱਖ ਸ਼ਬਦ ਲਿਖਿਆ ਹੁੰਦਾ ਆ ਉਹਦੀ ਕਟਿੰਗ ਹੁੰਦੀ ਆ ਔਰ ਉਹ ਸਕੱਤਰ ਦੇ ਟੇਬਲ ਤੇ ਜਾਂਦੀਆਂ ਨੇ 9 ਵਜੇ। ਔਰ ਤੁਸੀਂ ਕਿਵੇਂ ਕਹਿ ਦਿੰਦੇ ਹੋ ਹਰ ਖਬਰ ਨੂੰ ਕਿ ਸਾਨੂੰ ਇਸ ਚੀਜ਼ ਦੀ ਖਬਰ ਹੀ ਨਹੀਂ? ਸੋ ਇਹ ਜਿਹੜੀਆਂ ਗੱਲਾਂ ਇਹੋ ਜਿਹੀਆਂ ਕਰਦੇ ਨੇ ਉਹਨਾਂ ਦੇ ਉੱਤੋਂ ਜਿਹੜਾ ਆ ਸਾਨੂੰ ਇਹਨਾਂ ਦੇ ਉੱਤੇ ਜਿਹੜਾ ਗੁੱਸਾ ਆਉਂਦਾ ਹੈ, ਗਿਲਾ ਆ ਸਾਡਾ। ਔਰ ਇਹਨਾਂ ਦੇ ਜਿਹੜਾ ਸ਼੍ਰੋਮਣੀ ਕਮੇਟੀ ਪ੍ਰਧਾਨ ਦੇ ਅਸਤੀਫੇ ਤੋਂ ਜਿਹੜਾ ਆ ਉਹ ਸਿਰਫ ਮੰਗ ਇਹੀ ਆ ਕਿ ਇਹ ਅਯੋਗ ਨੇ ਇਸ ਕੁਰਸੀ ਦੇ। ਗਾਂ ਵਾਲਾ ਜਿਹੜਾ ਆਵੇਗਾ ਜੇ ਉਹ ਵੀ ਅਯੋਗ ਹੋਵੇਗਾ ਤੇ ਉਸ ਦਾ ਵੀ ਇਹ ਹਾਲ ਹੋਏਗਾ। ਜਿਹੜੀ ਗੱਲ ਮੈਂ ਪਹਿਲਾਂ ਕਹੀ ਸੀ ਕਿ ਅਸੀਂ ਕੌਮ ਨੂੰ ਅਪੀਲ ਕਰਦੇ ਹਾਂ ਕਿ ਸਾਡੀ ਇਹ ਤੁਹਾਡੇ ਸਾਹਮਣੇ ਬੇਨਤੀ ਹੈ ਇੱਕ ਹਿਸਾਬ ਦੇ ਨਾਲ ਕਿ ਜਦੋਂ ਤੁਸੀਂ ਚੋਣ ਕਰਨ ਲੱਗਦੇ ਹੁੰਦੇ ਹੋ ਮਜਬੂਰੀ ਵਾਸੀ ਸਹੀ ਬੰਦਾ ਚੁਣਿਆ ਕਰੋ। ਔਰ ਇਹਨਾਂ ਜਿਹੜਾ ਬਾਦਲ ਪਰਿਵਾਰ ਦਾ ਚੁੰਗਲਾ ਦੇ ਵਿੱਚੋਂ ਬਾਹਰ ਨਿਕਲੋ। ਔਰ ਜਿਹੜਾ ਪ੍ਰਧਾਨਗੀ ਸੰਗਤ ਨਹੀਂ ਚੁਣਦੀ, ਪ੍ਰਧਾਨਗੀ ਇਹਨਾਂ ਦਾ ਹਾਊਸ ਚੁਣਦਾ ਆ। ਲੋਕ ਸਿਰਫ ਮੈਂਬਰ ਚੁਣ ਕੇ ਭੇਜਦੇ ਨੇ ਔਰ ਮੈਂਬਰ ਹੁਣੇ ਆਪ ਕਹਿ ਕੇ ਗਏ ਨੇ ਕਿ ਅਸੀਂ ਗੁਲਾਮ ਆ। ਜੇ ਗੁਲਾਮ ਹੈ ਤਾਂ ਇੱਥੋਂ ਸਾਫ਼ ਪਤਾ ਲੱਗਦਾ ਹੈ ਕਿ ਸਿਰਫ ਇੱਥੇ 170 ਸੀਟਾਂ ਦੀ ਪੂਰਤੀ ਕਰਨ ਆਉਂਦੇ ਨੇ। ਅਸਲ ਦੇ ਜਿਨ੍ਹਾਂ ਦੀ ਆਜ਼ਾਦ ਵਿਚਾਰਧਾਰਾ ਕੋਈ ਨਹੀਂ ਹੈਗੀ। ਜੇ ਆਜ਼ਾਦ ਵਿਚਾਰਧਾਰਾ ਨਹੀਂ ਹੈ, ਸ਼੍ਰੋਮਣੀ ਕਮੇਟੀ ਮੈਂਬਰ ਆਪ ਮੰਨ ਕੇ ਗਏ ਨੇ ਤੇ ਇਹ ਠੋਕ ਵਜਾ ਕੇ ਸਾਰੇ ਦੇ ਸਾਰੇ ਸ਼੍ਰੋਮਣੀ ਕਮੇਟੀ ਹਾਊਸ ਦੇ ਵਿੱਚ ਅਸਤੀਫਾ ਦੇਣ ਔਰ ਇਹ ਕਹਿਣ ਕਿ ਸਾਡੇ ਕੋਲ ਗੁਲਾਮੀ ਦੇ ਵਿੱਚ ਨਹੀਂ ਰਿਹਾ ਜਾਂਦਾ, ਜਾਂ ਫਿਰ ਇਹ ਗੱਲ ਕਹਿਣ ਕਿ ਅਸੀਂ ਹੁਣ ਗੁਲਾਮ ਰਹਿਣਾ ਜਿਹੜਾ ਉਹ ਮੰਨ ਲਿਆ ਤੇ ਇਵੇਂ ਚੱਲਣਾ ਆ। ਇਹ ਦੋ ਹੀ ਗੱਲਾਂ ਪਾਈਆਂ ਨੇ ਇਹਨਾਂ ਦੇ। ਸ਼੍ਰੋਮਣੀ ਕਮੇਟੀ ਦੇ ਜਿਹੜਾ ਕਿ ਮੈਂਬਰ ਗੁਰਪ੍ਰੀਤ ਸਿੰਘ ਝੱਬਰ ਉਹ ਇੱਥੇ ਕਹਿ ਕੇ ਗਏ ਵੀ ਅਸੀਂ ਗੁਲਾਮ ਆ। ਸ਼੍ਰੋਮਣੀ ਕਮੇਟੀ ਜਿਹੜੀ ਆ ਉਹ ਭਾਰਤੀ ਸਿਸਟਮ ਅਧੀਨ ਨਹੀਂ ਕੰਮ ਕਰਨਾ ਚਾਹੁੰਦੀ, ਅਸੀਂ ਕਿਉਂ ਕਿਸੇ ਦੀ ਅਦਾਲਤ ਨੂੰ ਮੰਨੀ, ਉਹ ਕਹਿ ਕੇ ਗਏ ਆ। ਤਾਂ ਤੁਹਾਡੇ ਹੱਥ 'ਚ ਤਖਤੀ ਲਿਖੀ ਆ ਵੀ ਦੋਸ਼ੀਆਂ ਨੂੰ ਸਜ਼ਾ ਦਿਓ। ਭਾਰਤੀ ਸਿਸਟਮ ਨੂੰ ਤੁਸੀਂ ਨਹੀਂ ਮੰਨਦੇ, ਤੁਸੀਂ ਚਾਹੁੰਦੇ ਵੀ ਅਸੀਂ ਵੋਟਾਂ ਵੀ ਨਹੀਂ ਪਾਉਂਦੇ। ਤਾਂ ਇਹ ਗੁਲਾਮ ਦੇਸ਼ ਆ, ਲੋਕਤੰਤਰ ਇਹ ਨਹੀਂ ਹੋਣਾ ਚਾਹੀਦਾ। ਇਲੈਕਸ਼ਨ ਨਹੀਂ ਹੋਣੀ ਚਾਹੀਦੀ, ਸਿਲੈਕਸ਼ਨ ਹੋਣੀ ਚਾਹੀਦੀ। ਚੰਗੇ ਬੰਦੇ ਨੂੰ ਚੁਣ ਲਿਆ ਜਾਵੇ, ਉਹ ਸਰਬੱਤ ਖਾਲਸਾ ਹੋਵੇ, ਉਹ ਸੰਗਤ ਹੋਵੇ, ਇਕੱਠ ਹੋਵੇ। ਤਾਂ ਇਹਨਾਂ ਨੂੰ ਸਜ਼ਾ ਕਿਹੜੀ ਦੇਣੀ ਚਾਹੀਦੀ? ਫਿਰ ਤੁਸੀਂ ਕਿਹੜੀ ਸਜ਼ਾ ਦੀ ਮੰਗ ਕਰਦੇ ਹੋ? ਦੇਖੋ ਸਜ਼ਾ ਫਿਰ ਉਹੀ ਗੱਲ ਆ ਕਿ ਜਿਹੜਾ ਸਿੱਖ ਕੌਮ ਦੀ ਸਰਵਉੱਚ ਸੀਟ ਆ ਅਕਾਲ ਤਖਤ, ਸਜ਼ਾ ਉਹਨੇ ਤੈਅ ਕਰਨੀ ਆ, ਠੀਕ ਹੈ। ਪਰ ਉਹ ਜਿਸ ਤਰੀਕੇ ਦੇ ਨਾਲ ਸਜ਼ਾ ਉੱਥੇ ਲਵਾਉਣ ਜਾਂਦੇ ਨੇ ਉਹ ਤਰੀਕਾ ਠੀਕ ਨਹੀਂ ਆ। ਜੇ ਅਕਾਲ ਤਖਤ ਸਾਹਿਬ ਦਾ ਜਥੇਦਾਰ ਦੀ ਬੇਸ਼ੱਕ ਜਿਹੜਾ ਆ ਉਹ ਬੜੀ ਸ਼ਲਾਘਾ ਹੋ ਰਹੀ ਆ ਕਿ ਉਹਨਾਂ ਨੇ ਪੂਰੀ ਕੌਮ ਦੇ ਸਾਹਮਣੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਜਿਹੜਾ ਲਿਆਂਦਾ ਆ, ਦੂਸਰੇ ਜਥੇਦਾਰਾਂ ਵਾਂਗੂ ਇਹ ਨਹੀਂ ਕੀਤਾ ਕਿ ਅੰਦਰ ਤੁਸੀਂ ਜਿਹੜਾ ਥੱਲੇ ਭੋਰਾ ਪੁੱਟਿਆ ਉਹਦੇ ਵਿੱਚ ਸੱਦ ਲੈਂਦੇ ਹੋ ਤੇ ਮੀਡੀਆ ਦੇ 'ਚ ਖਬਰ ਆ ਜਾਂਦੀ ਹੈ ਕਿ ਜੀ ਸਜ਼ਾ ਲੱਗ ਗਈ। ਇਹ ਉਹਨਾਂ ਦੀ ਸ਼ਲਾਘਾ ਜੋ ਕਦਮ ਹੈ ਕਿ ਉਹਨਾਂ ਸਾਰਿਆਂ ਦੇ ਸਾਹਮਣੇ ਜਿਹੜਾ ਇਹਨਾਂ ਨੇ ਜਵਾਬ ਕੀਤੇ ਨੇ, ਇਹਨਾਂ ਨੂੰ ਸਵਾਲ ਕੀਤੇ ਨੇ ਔਰ ਜਵਾਬ ਮੰਗੇ ਨੇ। ਪਰ ਸਾਡਾ ਸਿਰਫ ਜਿਹੜਾ ਵਿੱਚ ਘੁੰਡੀ ਜਿਹੜੀ ਰਹਿ ਗਈ ਹੈ ਇੱਕ ਇਹੀ ਹੈ ਕਿ ਉਹਨਾਂ ਨੇ ਇਹ ਤੇ ਮੰਨ ਲਿਆ ਕਿ ਸਾਡੇ ਕੋਲੋਂ ਗਲਤੀ ਹੋਈ ਆ, ਪਰ ਉਹਨਾਂ ਨੇ ਉਹ ਮੰਨੀ ਜਿਹੜੇ ਸਰੂਪ ਨੁਕਸਾਨੇ ਗਏ ਸੀ ਜਾਂ ਸ਼ਾਰਟ ਸਰਕਟ ਦੇ ਨਾਲ ਬਰਬਾਦ ਹੋ ਗਏ ਸੀ ਔਰ ਜਿਨ੍ਹਾਂ ਦਾ ਗੋਇੰਦਵਾਲ ਸਾਹਿਬ ਇਹਨਾਂ ਚੋਰੀ ਜਿਹੜਾ ਆ ਉਹ ਸਬੂਤ ਮਿਟਾਉਣ ਦੀ ਕੋਸ਼ਿਸ਼ ਕੀਤੀ ਸੀ। ਜਿਹੜੇ ਸਰੂਪ ਇਹਨਾਂ ਨੇ ਚੋਰੀ ਕਿਸੇ ਨੂੰ ਦਿੱਤੇ ਨੇ
ਜੇ ਇਹ ਮੰਨਦੇ ਨੇ ਪ੍ਰਧਾਨ ਸਾਹਿਬ ਕਿ ਹਾਂ ਜੀ ਸਾਡੇ ਕੋਲ ਦਿੱਤੇ ਗਏ ਨੇ, ਉੱਥੇ ਤੇ ਇਹ ਮੰਨ ਰਹੇ ਨੇ ਜੀ ਅਕਾਊਂਟ ਦੇ ਵਿੱਚ ਗਲਤੀ ਆ, ਔਰ ਅਕਾਊਂਟ ਦੇ ਵਿੱਚ ਗਲਤੀ ਦੀ ਪੂਰਤੀ ਕਿਵੇਂ ਕਰ ਰਹੇ ਨੇ ਕਿ ਜਿਹੜੇ ਉਸ ਸਮੇਂ ਉੱਥੇ ਡਿਊਟੀ ਤੇ ਸੀਗੇ ਉਹਨਾਂ ਨੇ ਕੁਤਾਹੀ ਕੀਤੀ ਆ, ਉਹਨਾਂ ਦੀ 70% ਤਨਖਾਹ ਕੱਟ ਲਿਓ। ਮੈਂ ਕਹਿ ਰਿਹਾ ਚਲੋ ਮੰਨ ਲਓ ਅਕਾਊਂਟ 'ਚ ਗਲਤੀ ਆ, ਪਰ ਕੀ 70% ਤਨਖਾਹ ਕੱਟ ਲੈਣਾ ਜਿਹੜਾ ਇਹ ਸਜ਼ਾ ਆ? ਤੁਸੀਂ ਉਹਨੂੰ ਜਿਹੜੀ ਉਹਦੀ ਬਣਦੀ ਸਜ਼ਾ ਕਿਉਂ ਨਹੀਂ ਦਿੰਦੇ? ਗੁਰੂ ਮਹਾਰਾਜ ਦੇ ਸਰੂਪ ਉਸਨੇ ਚੋਰੀ ਦੇ ਦਿੱਤੇ ਔਰ ਉਸ ਦੀ 70% ਤਨਖਾਹ ਕੱਟ ਲਿਓ, ਇਹ ਕਿਹੜੀ ਸਜ਼ਾ ਤੈਅ ਹੋ ਰਹੀ ਆ? ਉਹਨਾਂ ਨੂੰ ਉੱਥੋਂ ਕੱਢਣਾ ਚਾਹੀਦਾ ਹੈ, ਪੰਥ ਦੇ ਸਾਹਮਣੇ ਲਿਆਉਣਾ ਚਾਹੀਦਾ ਹੈ ਉਹ ਜਿਹੜੇ ਮੈਂਬਰਾਂ ਨੂੰ ਜਿਨ੍ਹਾਂ ਨੇ ਉੱਥੇ ਕੁਤਾਹੀ ਕੀਤੀ ਆ, ਔਰ ਉਹਨਾਂ ਦੇ ਕੋਲੋਂ ਪਬਲਿਕ ਦੇ ਵਿੱਚ ਪੁੱਛਣਾ ਚਾਹੀਦਾ ਹੈ ਕਿ ਉਹ ਸਰੂਪ ਕਿੱਥੇ ਨੇ, ਕਿਹਦੇ ਕਹਿਣ ਤੇ ਗਏ ਨੇ, ਉਸ ਤੋਂ ਬਾਅਦ ਅਸਲ ਦੋਸ਼ੀ ਸਾਹਮਣੇ ਆਉਣੇ ਨੇ। ਅਸਲ ਦੋਸ਼ੀ ਉਹ ਨਹੀਂ ਕਿ ਜਿਹੜੇ ਉੱਥੇ ਬੈਠੇ ਸਿਰਫ ਪਰਚੀਆਂ ਦਾ ਹੁਕਮ ਮੰਨਦੇ ਸੀ, ਅਸਲ ਦੋਸ਼ੀ ਉਹ ਨੇ ਜਿਨ੍ਹਾਂ ਦੀਆਂ ਪਰਚੀਆਂ ਦੇ ਉੱਤੇ ਉਹ ਸਰੂਪ ਗਏ ਨੇ, ਔਰ ਉਹ ਲੋਕ ਜਿਹੜੇ ਨੇ ਉਹਨਾਂ ਨੂੰ ਸਜ਼ਾਵਾਂ ਹੋਣੀਆਂ ਚਾਹੀਦੀਆਂ ਨੇ ਅਕਾਲ ਤਖਤ ਦੇ ਉੱਤੇ ਸੱਦ ਕੇ। ਔਰ ਸਜ਼ਾ ਇਹ ਨਹੀਂ ਹੈ ਕਿ 1 ਸਾਲ ਦੇ ਲਈ ਤੁਸੀਂ ਕੁਰਸੀ ਦੇ ਅਯੋਗ ਹੋ, ਤੁਸੀਂ ਜ਼ਿੰਦਗੀ ਭਰ ਦੇ ਲਈ ਕੁਰਸੀ ਦੇ ਅਯੋਗ ਹੋ। ਜਿੰਨੀਆਂ ਅੱਜ ਤੱਕ ਤੁਸੀਂ ਸ਼੍ਰੋਮਣੀ ਕਮੇਟੀ ਦੇ ਵਿੱਚ ਰਹਿੰਦੇ ਆਇਆ ਤੁਸੀਂ ਸੁੱਖ ਸਹੂਲਤਾਂ ਮਾਣੀਆਂ ਨੇ ਉਹਨਾਂ ਦੇ ਤੁਸੀਂ ਅਯੋਗ ਹੋ, ਔਰ ਜਿੰਨੀਆਂ ਤੁਸੀਂ ਤਨਖਾਹਾਂ ਲਈਆਂ ਨੇ ਬਸ਼ਰਤੇ ਉਹਦੇ ਉੱਤੇ ਵਿਆਜ ਲਾ ਕੇ ਇਹਨਾਂ ਦੇ ਕੋਲੋਂ ਸਾਨੂੰ ਕਹਿਣਾ ਚਾਹੀਦਾ ਹੈ ਕਿ ਉਹ ਵਾਪਸ ਕਰਨ, ਤਾਂ ਕਿ ਇੱਕ ਮਿਸਾਲ ਪੈਦਾ ਹੋ ਸਕੇ ਕਿ ਜਿਹੜਾ ਵੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਛੇੜਛਾੜ ਕਰੇਗਾ ਉਹ ਸੜਕਾਂ ਤੇ ਆ ਕੇ ਰੁਲੇਗਾ। ਇਹ ਨਹੀਂ ਹੈ ਕਿ ਉਸ ਤੋਂ ਬਾਅਦ ਉਹ ਇੱਥੇ ਜਹਾਜ਼ੋਂ ਬੈਠੇ ਤੇ ਕੈਨੇਡਾ ਜਾ ਕੇ ਪਰਿਵਾਰ ਦੇ ਵਿੱਚ ਬਹਿ ਗਏ। ਜਿੰਨੀਆਂ ਉਹਨਾਂ ਦੇ ਕੋਲੋਂ ਤਨਖਾਹਾਂ ਅੱਜ ਤੱਕ ਉਹ ਵਸੂਲਦੇ ਰਹੇ ਨੇ, ਚਾਹੇ ਕਰੋੜਾਂ ਦੇ ਵਿੱਚ ਤੇ ਚਾਹੇ ਲੱਖਾਂ ਦੇ ਵਿੱਚ, ਉਹ ਸਾਰੀਆਂ ਵਾਪਸ ਲੈਣੀਆਂ ਚਾਹੀਦੀਆਂ ਨੇ। ਉਹਦਾ ਕਾਰਨ ਇਹ ਆ ਕਿ ਇਹ ਤਨਖਾਹਾਂ ਇਹਨਾਂ ਨੂੰ ਗੁਰੂ ਮਹਾਰਾਜ ਦੇ ਸਤਿਕਾਰ ਦੇ ਲਈ ਦਿੱਤੀਆਂ ਜਾਂਦੀਆਂ ਸੀ, ਨਾ ਕਿ ਬਾਦਲਾਂ ਦੇ ਸਤਿਕਾਰ ਦੇ ਲਈ। ਤੇ ਜੇ ਇਹ ਗੁਰੂ ਮਹਾਰਾਜ ਦੇ ਸਰੂਪਾਂ ਦਾ ਸਤਿਕਾਰ ਬਹਾਲ ਨਹੀਂ ਰੱਖ ਸਕਦੇ ਤੇ ਇਹਨਾਂ ਦੀ ਕੋਈ ਉਹਦੇ ਤੇ ਹੱਕ ਨਹੀਂ ਬਣਦਾ ਕਿ ਉਹਨਾਂ ਤਨਖਾਹਾਂ ਨੂੰ ਲੈਂਦੇ। ਇਹਨਾਂ ਦੇ ਕੋਲੋਂ ਤਨਖਾਹਾਂ ਵਾਪਸ ਲੈਣੀਆਂ ਚਾਹੀਦੀਆਂ ਨੇ, ਇਹਨਾਂ ਨੂੰ ਸੜਕਾਂ ਦੇ ਉੱਤੇ ਰੁਲਦਾ ਛੱਡਣਾ ਚਾਹੀਦਾ ਹੈ, ਤਾਂ ਕਿ ਆਉਣ ਵਾਲੇ ਜਿਹੜੇ ਇੱਥੇ ਕੁਰਸੀ ਤੇ ਬਹਿਣ ਉਹਨਾਂ ਲਈ ਇੱਕ ਮਿਸਾਲ ਬਣੇ ਕਿ ਖਾਲਸਾ ਪੰਥ ਬਾਕੀ ਦੇ ਸਭ ਕੁਝ ਬਰਦਾਸ਼ਤ ਕਰ ਲਏਗਾ, ਪਰ ਗੁਰੂ ਮਹਾਰਾਜ ਦੇ ਨਾਲ ਕੀਤੀ ਗਈ ਛੇੜਛਾੜ ਜਿਹੜੀ ਆ ਉਹ ਕਦਾਚਿਤ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਬਿਲਕੁਲ ਇਸ ਤਰ੍ਹਾਂ ਦੀਆਂ ਜਿਹੜੀਆਂ ਸਜ਼ਾਵਾਂ ਦੀ ਜਿਹੜੀ ਆ ਉਹ ਮੰਗ ਇੱਥੇ ਜਿਹੜੀਆਂ ਪ੍ਰਦਰਸ਼ਨ ਕਰ ਰਹੀਆਂ ਸੰਸਥਾਵਾਂ ਉਹ ਮੰਗ ਰਹੀਆਂ ਨੇ, ਕਿਉਂਕਿ ਇੱਕ ਉਦਾਹਰਨ ਦਿੱਤੀ ਜਾਵੇ ਵੀ ਜਿਹੜਾ ਗੁਰੂ ਦਾ ਦੋਖੀ ਉਹਨੂੰ ਸਜ਼ਾ ਕਿਦਾਂ ਦਿੱਤੀ ਜਾਂਦੀ ਹੈ। ਤਾਂ ਸ਼੍ਰੀ ਅਕਾਲ ਤਖਤ ਸਾਹਿਬ ਜੀ ਦਾ ਜਿਹੜਾ ਸਿਧਾਂਤ ਆ ਉਹ ਬਹੁਤ ਪਵਿੱਤਰ ਆ, ਬਹੁਤ ਸਤਿਕਾਰਯੋਗ ਆ। ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਪਿਛਲੇ ਦਿਨੀ ਜਿਹੜਾ ਕਿ ਉਸ ਵਕਤ ਦੀ ਐਗਜ਼ੈਕਟਿਵ ਕਮੇਟੀ ਆ ਉਹਨਾਂ ਨੂੰ ਸਜ਼ਾ ਵੀ ਲਾਈ, ਸ਼੍ਰੀ ਅਖੰਡ ਪਾਠ ਸਾਹਿਬ ਦੇ ਪਾਠ ਦੀ ਸੇਵਾ ਲਾਈ ਆ, ਝਾੜੂ ਫੇਰਨ ਦੀ ਸੇਵਾ ਲਾਈ ਆ, ਤਾਂ ਹੋਰ ਵੀ ਇਸ ਤਰ੍ਹਾਂ ਦੀ ਜਿਹੜੀਆਂ ਸਜ਼ਾਵਾਂ ਉਹ ਕਹਿੰਦੇ ਵੀ ਇਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਪ੍ਰਬੰਧ ਅਧੀਨ ਜਿਹੜੀ ਮਰਿਆਦਾ ਆ ਵਿਧੀ ਵਿਧਾਨ ਆ ਇਸ ਤਰ੍ਹਾਂ ਦੀਆਂ ਸਜ਼ਾਵਾਂ ਹੁੰਦੀਆਂ। ਤਾਂ ਵੱਡੀ ਗਿਣਤੀ ਜਿੱਥੇ ਬਹੁਤ ਸਾਰੇ ਪ੍ਰਦਰਸ਼ਨਕਾਰੀ ਹਾਜ਼ਰ ਆ। ਅਸੀਂ ਜਾਂਦੇ ਜਾਂਦੇ ਬਾਬਾ ਹਰਦੀਪ ਸਿੰਘ ਜੀ ਦਲ ਖਾਲਸਾ ਦੇ ਆਗੂ ਆ ਗੁਰਵਿੰਦਰ ਸਿੰਘ ਜੀ ਆਹੀ ਗੱਲਬਾਤ ਕਰਾਂਗੇ। ਸਵਾਗਤ ਹੈ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਬਾਬਾ ਜੀ ਅਸਤੀਫਾ ਗੋਬਿੰਦ ਸਿੰਘ ਲੌਂਗੋਵਾਲ ਦੇ ਦੇਣ ਤੇ ਫਿਰ ਖੁਸ਼ ਹੋਵੋਗੇ? ਨਹੀਂ ਦੇਖੋ, ਜਿਹੜਾ ਅਸਤੀਫਾ ਦੇਣ ਨਾਲ ਸਿਰਫ ਇੰਨਾ ਕੰਮ ਹੋਣਾ ਵੀ ਜੋ ਦੋਸ਼ੀਆਂ ਵਾਲੀ ਲਾਈਨ 'ਚ ਇਹ ਫਿਰ ਜਾ ਕੇ ਲੱਗ ਜੂਗਾ। ਇਹਨੂੰ ਚਾਹੀਦਾ ਤੇ ਸੀ ਅਸਤੀਫਾ ਉਦੋਂ ਹੀ ਦੇਣਾ ਜਦੋਂ ਇਹਨਾਂ ਨੂੰ ਅਕਾਲ ਤਖਤ ਸਾਹਿਬ ਤੋਂ ਸਜ਼ਾ ਲੱਗੀ ਆ, ਸੇਵਾ ਲੱਗੀ ਆ, ਤੇ ਨਾਲ ਦੀ ਨਾਲ ਇਹਨੂੰ ਅਸਤੀਫਾ ਦੇਣਾ ਚਾਹੀਦਾ ਸੀ, ਕਿਉਂਕਿ ਜਿਹਨੂੰ ਅਕਾਲ ਤਖਤ ਸਾਹਿਬ ਤੋਂ ਸੇਵਾ ਲੱਗ ਜੇ, ਜਿੰਨਾ ਚਿਰ ਪੂਰੀ ਕਰਕੇ ਆਪਦੀ ਅਰਦਾਸ ਨਹੀਂ ਕਰਕੇ ਆਉਂਦਾ ਉਹਨਾਂ ਚਿਰ ਕਿਸੇ ਅਹੁਦੇ ਤੇ ਬਣੇ ਰਹਿਣ ਦਾ ਹੱਕਦਾਰ ਨਹੀਂ। ਤੇ ਨਾਲ ਦੂਜੀ ਗੱਲ ਇਹ ਆ ਕਿ ਜਿਹੜਾ ਇਹਨਾਂ ਨੇ 328 ਸਰੂਪ ਪਤਾ ਹੀ ਨਹੀਂ ਕਿਹਨੂੰ ਦੇ ਦਿੱਤੇ ਨੇ, ਉਹਦੇ ਸੰਬੰਧ ਵਿੱਚ ਅੱਜ ਜੋ ਸਿੱਖ ਜਥੇਬੰਦੀਆਂ ਇਕੱਠੀਆਂ ਹੋਈਆਂ ਨੇ ਕਿ ਉਹਨਾਂ ਵਾਸਤੇ ਵੀ ਅਸਤੀਫਾ ਮੰਗ ਰਹੇ ਨੇ, ਨਾਲ ਉਹਨਾਂ ਦਾ ਜਿਹੜਾ ਲੇਖਾ ਜੋਖਾ ਵੀ ਮੰਗ ਰਹੇ ਨੇ ਵੀ ਉਹ ਦੱਸਿਆ ਜਾਵੇ ਵੀ ਉਹ ਸ਼੍ਰੋਮਣੀ ਕਮੇਟੀ ਨੇ ਜਾਂ ਜਿਹੜੇ ਐਗਜ਼ੈਕਟਿਵ ਦੇ ਮੈਂਬਰ ਨੇ ਜਾਂ ਉੱਪਰਲੇ ਪ੍ਰਧਾਨ ਨੇ ਉਹਨੂੰ ਚਲਾਉਣ ਵਾਲੇ ਨੇ, ਉਹ ਸਰੂਪ ਕਿੱਧਰ ਗਏ ਨੇ, ਕਿਹਨੂੰ ਦਿੱਤੇ ਨੇ, ਉਹਨੂੰ ਪੁੱਛਣ ਵਾਸਤੇ ਜੋ 1000 ਪੇਜ ਦੀ ਰਿਪੋਰਟ ਇਹਨਾਂ ਨੇ ਬਣਾਈ ਸੀ ਉਹ ਵੀ ਲੋਕਾਂ ਦੇ ਵਿੱਚ ਲਿਆਉਣ ਵਾਸਤੇ, ਸਾਰਾ ਕੁਝ ਉਹਦੇ ਵਾਸਤੇ ਆ ਕਿ ਸ਼੍ਰੋਮਣੀ ਕਮੇਟੀ ਤੋਂ IGPC ਤੋਂ ਪੁੱਛਣ ਵਾਸਤੇ ਕਿ ਉਹ ਜਿਹੜਾ ਸਾਰਾ ਕੁਝ ਤੁਸੀਂ ਘਪਲਾ ਕੀਤਾ ਆ, ਜਾਂ ਕਿਤੇ ਘਪਲੇ ਸੁਣੇ ਸੀ, ਕਿਤੇ ਖੀਰ 'ਚ ਘਪਲਾ ਹੋ ਗਿਆ, ਦਾਲ 'ਚ ਹੋ ਗਿਆ। ਇਹਨਾਂ ਨੇ ਤੇ ਹੱਦ ਹੀ ਕਰਤੀ, ਇਹਨਾਂ ਨੇ ਸਰਸੇ ਵਾਲਿਆਂ ਨੂੰ ਵੀ ਟਪਾਤੀ। ਉਹਨਾਂ ਨੇ ਤਾਂ ਇੱਕ ਸਰੂਪ ਚੋਰੀ ਕੀਤਾ ਸੀ, ਇਹਨਾਂ ਨੇ ਤਾਂ ਸੈਂਕੜੇ ਸਰੂਪ ਚੋਰੀ ਕਰਕੇ, ਪਤਾ ਹੀ ਨਹੀਂ ਅਨੇਕਾਂ ਸਰੂਪ ਚੋਰੀ ਕਰਕੇ ਕਿੱਥੇ ਕਿੱਥੇ ਇਹਨਾਂ ਨੇ ਆਪਣੇ ਟਿਕਾਣਿਆਂ ਤੇ ਪਤਾ ਨਹੀਂ ਪੈਸੇ ਲੈ ਕੇ ਦਿੱਤੇ ਆ, ਜਾਂ ਇਹਨਾਂ ਨੇ ਕਿਸੇ ਆਪਣੇ ਆਕਾਂ ਨੂੰ ਦਿੱਤੇ ਨੇ। ਉਹ ਤਾਂ ਜਾਂ ਤੇ ਸੁਖਬੀਰ ਬਾਦਲ ਜਾਣਦਾ ਜਾਂ ਲੌਂਗੋਵਾਲ, ਜਾਂ ਇਸ ਤੋਂ ਜਿਹੜਾ ਪਹਿਲਾ ਪ੍ਰਧਾਨ ਸੀ ਤੇ ਖਾਸ ਕਰਕੇ ਜਿਹੜਾ ਰਜਿੰਦਰ ਮਹਿਤਾ ਆ ਉਹਨੂੰ ਤਾਂ ਪੂਰਾ ਹੀ ਪਤਾ ਹੋਊਗਾ, ਉਹ ਲੰਮੇ ਚਿਰ ਤੋਂ ਵਿੱਚ ਤੁਰਿਆ ਆ ਰਿਹਾ ਆ। ਤੇ ਉਹਨਾਂ ਨੂੰ ਸਾਰਿਆਂ ਨੂੰ ਇਹ ਨਾ ਅਸਲ ਤਾਂ ਪਰਚਾ ਹੋ ਕੇ ਤੇ ਪੁਲਿਸ ਨੂੰ ਟੈਰੋਗੇਟ ਕਰਕੇ ਇਹਨਾਂ ਸਾਰਿਆਂ ਤੋਂ ਜਿਹੜਾ ਨਾਲੇ ਤਾਂ ਮਹਾਰਾਜ ਦੇ ਸਰੂਪ ਕਿੱਥੇ ਉਹ ਪੁੱਛਣਾ ਚਾਹੀਦਾ, ਪੜਤਾਲ ਕਰਨੀ ਚਾਹੀਦੀ ਆ, ਇਹਨਾਂ ਤੇ ਬਣਦੀ ਜਿਹੜੀ ਕਾਰਵਾਈ ਆ ਉਹ ਹੋਣੀ ਚਾਹੀਦੀ ਆ। ਇਹ ਸਿੱਖ ਜਥੇਬੰਦੀਆਂ ਇਕੱਲਾ ਅਸਤੀਫੇ ਨਾਲ ਨਹੀਂ ਸਰੂਗਾ ਕੰਮ। ਅਸਤੀਫਾ ਦੇ ਕੇ ਇਹ ਆ ਕਿ ਇਹ ਪਾਸੇ ਹੋ ਜਾਊਗਾ, ਲਾਈਨ ਦੂਜੀ ਲਾਈਨ ਦੇ ਵਿੱਚ ਖੜ ਜਾਊਗਾ, ਤੇ ਇਹ ਦੋਸ਼ੀਆਂ ਦੇ ਕਰਾਣ ਕੇ ਦੋਸ਼ੀਆਂ ਦੇ ਵਿੱਚ ਖੜ ਕੇ ਤੇ ਆਪਣੇ ਜਿਹੜਾ ਦੋਸ਼ ਆ ਉਹ ਦੱਸਣਗੇ ਵੀ ਅਸੀਂ ਕੀਤਾ ਕੀ ਹੈ, ਇਸ ਵਾਸਤੇ ਅਸਤੀਫਾ ਤੇ ਮੰਗਿਆ ਜਾ ਰਿਹਾ ਜੀ। ਕਿਸੇ ਵੀ ਮਹਿਕਮੇ ਦੇ ਵਿੱਚ, ਕਿਸੇ ਵੀ ਜਿਹੜਾ ਕਿ ਖਿੱਤੇ ਦੇ ਵਿੱਚ ਜਦੋਂ ਕੋਈ ਆਗੂ ਖਾਸ ਕਰਕੇ ਕੋਈ ਮੈਨੇਜਰ ਆ, ਕੋਈ ਪ੍ਰਧਾਨ ਆ ਜਾਂ ਕੋਈ ਇੰਚਾਰਜ ਆ ਕੋਈ ਗਲਤੀ ਕਰਦਾ ਤੇ ਉਹਨੂੰ ਲਾਈਨਾਜ਼ਰ ਕੀਤਾ ਜਾਂਦਾ। ਕਿਸੇ 'ਚ ਵੀ ਅਸੀਂ ਆਮ ਹੀ ਦੇਖਦੇ ਹਾਂ, ਮੈਂ ਨਾਂ ਨਾ ਲਵਾਂ, ਉਹਨਾਂ ਚਿਰ ਉਹ ਕੰਮ ਨਹੀਂ ਕਰ ਸਕਦਾ। ਪਰ ਗੋਬਿੰਦ ਸਿੰਘ ਲੌਂਗੋਵਾਲ ਤੇ ਐਡੇ ਵੱਡੇ ਇਲਜ਼ਾਮ ਲੱਗੇ ਆ ਤੇ ਅੱਜ ਉਹ ਅਗਵਾਈ ਕਰ ਰਿਹਾ ਜਿਹੜਾ ਸ਼੍ਰੋਮਣੀ ਕਮੇਟੀ ਦਾ ਬਜਟ ਇਜਲਾਸ ਆ। ਤਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਜਵਾਬ ਮੰਗਦੀਆਂ ਨੇ। ਵੀਰ ਜੀ ਤੁਹਾਡੇ ਹੱਥ 'ਚ ਲਿਖਿਆ ਵੀ 328 ਪਾਵਨ ਸਰੂਪ ਕਿੱਥੇ ਨੇ? ਅਗਲੀ ਗੱਲ, ਦੋਸ਼ੀਆਂ ਨੂੰ ਸਜ਼ਾ ਕਦੋਂ ਤੇ ਕਿਵੇਂ? ਤੁਸੀਂ ਕੀ ਡਿਮਾਂਡ ਕਰਦੇ ਹੋ? ਦੋਸ਼ੀਆਂ ਨੂੰ ਸਜ਼ਾ ਕਿਵੇਂ ਦੇਣੀ ਚਾਹੀਦੀ ਹੈ?
ਦੇਖੋ ਕਾਨੂੰਨ ਦੇ ਮੁਤਾਬਕ ਜੋ ਵੀ ਢੁਕਵੀਂ ਸਜ਼ਾ ਬਣਦੀ ਹੈ ਉਹਨਾਂ ਦੋਸ਼ੀਆਂ ਨੂੰ ਦੇਣੀ ਚਾਹੀਦੀ ਆ, ਕਿਉਂਕਿ ਅਜੇ ਤੱਕ ਇਹ ਸਾਨੂੰ ਦੱਸ ਨਹੀਂ ਸਕੇ ਵੀ 328 ਸਰੂਪ ਜਿਹੜੇ ਮਹਾਰਾਜ ਦੇ ਸਰੂਪ ਨੇ ਉਹ ਕਿੱਥੇ ਨੇ। ਸੰਗਤ ਪਿਛਲੇ ਬਹੁਤ ਦਿਨਾਂ ਤੋਂ ਮਤਲਬ ਕਰ ਰਹੀ ਹੈ, ਰੌਲਾ ਪਾ ਰਹੀ ਹੈ ਕਿ ਸਰੂਪਾਂ ਦਾ ਪਤਾ ਦੱਸਿਆ ਜਾਵੇ, ਸਰੂਪ ਕਿੱਥੇ ਨੇ, ਪਰ ਅਜੇ ਤੱਕ ਸੰਗਤ ਦੇ ਸਾਹਮਣੇ ਕੋਈ ਗੱਲ ਮਤਲਬ ਜਨਤਕ ਨਹੀਂ ਹੋਈ ਆ, ਨਾ ਹੀ ਇਹ ਦੱਸ ਸਕੇ ਨੇ ਸੰਗਤੀ ਰੂਪ ਦੇ ਵਿੱਚ ਵੀ ਕਈ ਸਰੂਪ ਹੈ ਕਿੱਥੇ, ਕੌਣ ਦੋਸ਼ੀ ਆ। ਜੋ ਇਹਨਾਂ ਨੇ ਪਿੱਛੇ ਜੇ ਕੁਝ ਮੁਲਾਜ਼ਮਾਂ ਨੂੰ ਆਪਣਿਆਂ ਨੂੰ ਸਸਪੈਂਸ਼ਨ ਵਗੈਰਾ ਕਰਕੇ ਗੋਂਗਲੋਂ ਤੋਂ ਮਿੱਟੀ ਝਾੜ ਦਿੱਤੀ ਸੀ, ਬਟ ਉਹ ਮੈਨੂੰ ਲੱਗਦਾ ਵੀ ਪੰਥ ਲਈ ਉਹ ਕਾਫੀ ਨਹੀਂ ਹੈ। ਤਾਂ ਅੱਗੇ ਸ਼੍ਰੋਮਣੀ ਕਮੇਟੀ ਦੇ ਕੁਝ ਅਧਿਕਾਰੀ ਉਧਰ ਨੂੰ ਲੈ ਕੇ ਚੱਲੋ ਜੀ। ਤਾਂ ਕੁਝ ਅਧਿਕਾਰੀ ਆ ਰਹੇ ਨੇ, ਉਹਨਾਂ ਦਾ ਵਿਰੋਧ ਜਿਹੜਾ ਕਿਸ ਤਰੀਕੇ ਨਾਲ ਕੀਤਾ ਜਾ ਰਿਹਾ ਉਹ ਤੁਸੀਂ ਦੇਖ ਸਕਦੇ ਹੋ। ਹੱਥਾਂ ਦੇ ਵਿੱਚ ਤਖਤੀਆਂ, ਹੱਥਾਂ ਦੇ ਵਿੱਚ ਜਿਹੜੇ ਬੈਨਰ ਫੜੇ ਹੋਏ ਸ਼੍ਰੋਮਣੀ ਕਮੇਟੀ ਦੇ ਖਿਲਾਫ। ਤਾਂ ਜਦੋਂ ਕੋਈ ਵੀ ਸ਼੍ਰੋਮਣੀ ਕਮੇਟੀ ਦਾ ਮੈਂਬਰ ਜਾਂ ਸੀਨੀਅਰ ਅਧਿਕਾਰੀ ਆਉਂਦਾ ਤਾਂ ਉਹਨੂੰ ਇਸ ਤਰੀਕੇ ਦੇ ਨਾਲ ਜਿਹੜਾ ਉਹਨੂੰ ਇਹ ਗੱਲ ਦਾ ਅਹਿਸਾਸ ਕਰਾਇਆ ਜਾਂਦਾ ਵੀ ਬੀਬੀ ਜਗੀਰ ਕੌਰ ਆਏ ਆ। ਬੀਬੀ ਜਗੀਰ ਕੌਰ ਦਾ ਵਿਰੋਧ ਹੈ ਜਿਹੜਾ ਉਹ ਦਲ ਖਾਲਸਾ ਦੇ ਆਗੂ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਜਿਹੜੇ ਉਹ ਕਿਸ ਤਰੀਕੇ ਨਾਲ ਕਰ ਰਹੇ ਆ ਤੁਸੀਂ ਦੇਖ ਸਕਦੇ ਹੋ। ਬੀਬੀ ਜਗੀਰ ਕੌਰ ਸਾਬਕਾ ਪ੍ਰਧਾਨ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੀ, ਤੁਸੀਂ ਦੇਖ ਸਕਦੇ ਹੋ ਜਿਹੜਾ ਕਿ ਉਹਨਾਂ ਨੂੰ ਜਿਹੜਾ ਕਿ ਚਿੱਠੀਆਂ ਜਿਹੜੀਆਂ ਕੁਝ ਮੰਗ ਪੱਤਰ ਦੇ ਰੂਪ ਦੇ ਵਿੱਚ ਉਹ ਦਿੱਤੀਆਂ ਜਾ ਰਹੀਆਂ। ਅਸੀਂ ਇਹ ਆ ਕਿ ਅੱਜ ਹਾਊਸ ਆ, ਗੁਰੂ ਸਾਹਿਬ ਕਿੱਥੇ ਨੇ ਇਹਦੇ ਬਾਰੇ ਇੱਕੋ ਹੀ ਦਰਦ ਹੈ। ਠੀਕ ਉਹ ਦਰਦ ਜਿਹੜਾ ਪੰਥ ਦਾ ਤੁਸੀਂ ਸਮਝੋ ਜੀ, ਉਹ ਤਾਂ ਪਹਾਨ ਦੱਸੋ ਵੀ ਗੁਰੂ ਸਾਹਿਬ ਕਿੱਥੇ ਆ ਤੇ ਇਹ ਜਿਹੜੇ ਏਡੇ ਵੱਡੇ ਘਪਲੇ ਹੋਏ ਕਿਉਂ ਹੋਏ। ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹੇ ਹੋ, ਇਹ ਕਿਰਪਾ ਕਰਕੇ ਇਹਦੇ ਬਾਰੇ ਤੁਸੀਂ ਪੰਥ ਦੀ ਤੁਹਾਡੀ ਵੱਡੀ ਜ਼ਿੰਮੇਵਾਰੀ ਹੈ। ਤਾਂ ਬੀਬੀ ਜਗੀਰ ਕੌਰ ਨੂੰ ਜਿਹੜਾ ਕਿ ਘੇਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਵਾਲ ਜਿਹੜੇ ਆ ਉਹ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਕੀਤੇ ਜਾ ਰਹੇ ਆ। ਅਸੀਂ ਵੀ ਜਿਹੜਾ ਸਵਾਲ ਜਵਾਬ ਕਰਨ ਦੀ ਕੋਸ਼ਿਸ਼ ਕਰਾਂਗੇ ਬੀਬੀ ਜੀ ਦੇ ਨਾਲ। ਬੀਬੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਬੀਬੀ ਜੀ ਪ੍ਰਧਾਨ ਸਾਹਿਬ ਕਹਿੰਦੇ ਸੀ ਕਾਨੂੰਨੀ ਕਾਰਵਾਈ ਹੋਗੀ, ਮੁੜ ਕੇ ਮੁੱਕਰ ਗਏ, ਕੀ ਕਹਿੰਦੇ ਹੋ? ਦੇਖੋ ਬੇਟਾ ਦੇਖੋ ਸਾਡੀ ਸਿੱਖਾਂ ਦੀ ਕੋਰਟ ਜਿਹੜੀ ਹੈ ਉਹ ਤਖਤ ਹੈ, ਇਹਦੇ ਆਪਾਂ ਮੰਨਦੇ ਹਾਂ ਨਾ ਜੀ। ਬਿਲਕੁਲ ਸ਼੍ਰੀ ਅਕਾਲ ਤਖਤ ਸਾਹਿਬ ਸਾਡੀ ਸਿੱਖਾਂ ਦੀ ਅਦਾਲਤ ਹੈ। ਅਸੀਂ ਜੋ ਨਿਯਮ ਹੈ, ਜੋ ਰੂਲਸ ਹੈ ਉਹਦੇ ਵਿੱਚ ਆਪਾਂ ਦਰਜ ਕੀਤਾ ਹੋਇਆ, ਰਹਿਤ ਮਰਿਆਦਾ 'ਚ ਦਰਜ ਕੀਤਾ ਹੋਇਆ। ਤੁਹਾਨੂੰ ਵੀ ਸਾਰਿਆਂ ਨੂੰ ਪਤਾ, ਕਿਉਂਕਿ ਤੁਸੀਂ ਵੀ ਸਿੱਖ ਹੋ, ਅਸੀਂ ਵੀ ਸਿੱਖ ਹੈ। ਤੁਹਾਡੀ ਵੀ ਪੀੜਾ, ਸਾਡੀ ਵੀ ਪੀੜਾ, ਇੱਕੋ ਹੀ ਗੱਲ ਹੈ ਨਾ। ਜੇ ਉਹਨਾਂ ਨੇ ਕਿਹਾ ਸੀ ਉਹਦਾ ਮਤਲਬ ਕਿ ਤਖਤ ਸਾਡਾ ਜਿਹੜੀ ਅਦਾਲਤ ਹੈ, ਅਸੀਂ ਤਖਤ ਕੋਲ ਸਾਰੀ ਆਪਣੀ ਫਰਿਆਦ ਕਰਾਂਗੇ। ਜਿੱਥੇ ਜਿੱਥੇ ਜਿਹੜਾ ਦੋਸ਼ੀ ਹੈ ਉਹਨੂੰ ਉਸ ਹਿਸਾਬ ਨਾਲ ਦੋਸ਼। ਪਰ ਉਹਨਾਂ ਨੇ ਪ੍ਰਧਾਨ ਸਾਹਿਬ ਦੀ ਗੱਲ ਸੁੱਟੀ, ਜਥੇਦਾਰ ਜੀ ਨੇ। ਕਿਹੜਾ ਜੀ? ਜਥੇਦਾਰ ਜੀ ਨੇ ਪ੍ਰਧਾਨ ਸਾਹਿਬ ਨੂੰ ਕਿਹਾ ਵੀ ਤੁਸੀਂ ਕਾਰਵਾਈ ਕਰੋ। ਜਿਹੜੀ ਕਾਰਵਾਈ ਸਾਡੀ ਬਣਦੀ ਉਹ ਅਸੀਂ ਕਰਨੀ ਹੈ ਜੀ ਜੀ। ਜਿਹੜੀ ਕਾਰਵਾਈ ਸ਼੍ਰੋਮਣੀ ਕਮੇਟੀ ਦੀ ਬਣਦੀ, ਫੌਜਦਾਰੀ ਮੁਕੱਦਮਾ ਕਹਿ ਕੇ ਪਿੱਛੇ ਹੋ ਜਾਣਾ। ਫੌਜਦਾਰੀ ਤਖਤ ਵੱਡਾ ਕਿ ਥਾਣਾ ਵੱਡਾ? ਨਹੀਂ, ਇਹ ਤਾਂ ਪ੍ਰਧਾਨ ਸਾਹਿਬ ਨੂੰ ਪਤਾ ਹੋਣਾ ਚਾਹੀਦਾ ਨਾ। ਤਖਤ ਵੱਡਾ ਕਿ ਥਾਣਾ ਵੱਡਾ? ਪ੍ਰਧਾਨਤਾ ਦਾ ਬੀਬੀ ਜੀ ਕਹਿੰਦੇ ਵੀ ਤਖਤ ਵੱਡਾ ਜਾਂ ਥਾਣਾ ਵੱਡਾ ਮੰਗਦਾ ਹੈ ਪੰਥ, ਜਵਾਬ ਮੰਗਦਾ। ਬੀਬੀ ਜਗੀਰ ਕੌਰ ਜਵਾਬ ਦੇ ਕੇ ਜਾ। ਤਾਂ ਬੀਬੀ ਜਗੀਰ ਕੌਰ ਜੀ ਨਾਲ ਅਸੀਂ ਸਵਾਲ ਜਵਾਬ ਕੀਤੇ ਵੀ ਪ੍ਰਧਾਨ ਗੋਬਿੰਦ ਸਿੰਘ ਜੀ ਲੌਂਗੋਵਾਲ ਜਿਹੜੇ ਸ਼੍ਰੋਮਣੀ ਕਮੇਟੀ ਦੇ ਆਗੂ ਆ, ਪ੍ਰਧਾਨ ਆ, ਉਹ ਕਹਿੰਦੇ ਸੀ ਵੀ ਕਾਨੂੰਨੀ ਕਾਰਵਾਈ ਹੋਊਗੀ। ਫਿਰ ਮੁੱਕਰੇ ਕਿਉਂ? ਉਹ ਕਹਿੰਦੇ ਵੀ ਪੰਥ ਵੱਡਾ, ਤਖਤ ਵੱਡਾ ਜਾਂ ਜਿਹੜੀ ਅਦਾਲਤ ਵੱਡੀ ਹੈ ਜਾਂ ਥਾਣਾ ਵੱਡਾ। ਤੇ ਇਸ ਗੱਲ ਦਾ ਜਿਹੜਾ ਜਵਾਬ ਹੈ ਸ਼ਾਇਦ ਪ੍ਰਧਾਨ ਗੋਬਿੰਦ ਸਿੰਘ ਜੀ ਲੌਂਗੋਵਾਲ ਜਿਹੜੇ ਆ ਇਹਨਾਂ ਨੂੰ ਦੇ ਦੇਣ ਵੀ ਥਾਣਾ ਵੱਡਾ ਸੀ ਤਾਂ ਫਿਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਮਾਮਲਾ ਜਿਹੜਾ ਕਿਉਂ ਲੈ ਕੇ ਗਏ। ਜੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਇਹ ਵੱਡਾ ਸਮਝਦੇ ਆ ਤਾਂ ਫਿਰ ਥਾਣੇ ਦੀ ਗੱਲ ਕਿਉਂ ਕਹੀ ਸੀ? ਫੌਜਦਾਰੀ ਮੁਕੱਦਮੇ ਦੀ ਜਿਹੜੀ ਦਰਜ ਹੋਣ ਦੀ ਗੱਲ ਹੈ ਉਹ ਕਿਉਂ ਕਹੀ ਸੀ? ਗੁਰਦੀਪ ਸਿੰਘ ਬਠਿੰਡਾ ਸਾਡੇ ਨਾਲ ਮੌਜੂਦ ਹੈ। ਗੁਰਦੀਪ ਸਿੰਘ ਜੀ ਬਠਿੰਡਾ, ਸਵਾਗਤ ਹੈ ਜੀ KTV ਤੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਭਾਈ ਸਾਹਿਬ ਜੀ, ਅਸੀਂ ਬੀਬੀ ਜਗੀਰ ਕੌਰ ਜੀ ਨਾਲ ਫਤਿਹ ਸਾਂਝੀ ਕੀਤੀ। ਮੈਂ ਪੁੱਛਿਆ ਵੀ ਬੀਬੀ ਜੀ ਪ੍ਰਧਾਨ ਲੌਂਗੋਵਾਲ ਜੀ ਕਹਿੰਦੇ ਸੀ ਫੌਜਦਾਰੀ ਮੁਕੱਦਮਾ ਹੋਊਗਾ, ਤੀਜੇ ਚੌਥੇ ਦਿਨ ਮੁੱਕਰ ਜੇ, ਰੱਬ ਜਾਣੇ ਕੀ ਗੱਲ ਬਣੀ, ਮੁੱਕਰ ਗਏ। ਤਾਂ ਕੀ ਲੱਗਦਾ? ਉਹ ਕਹਿੰਦੇ ਵੀ ਤਖਤ ਵੱਡਾ ਜਾਂ ਥਾਣਾ ਵੱਡਾ। ਤਾਂ ਤੁਹਾਡੇ ਹਿਸਾਬ ਨਾਲ ਜਿਹੜਾ ਇਹਨਾਂ ਦਾ ਸਵਾਲ ਆ, ਉਹ ਕਹਿੰਦੇ ਵੀ ਤਖਤ ਸਾਹਿਬ ਦੇ ਫੈਸਲੇ ਹੋਣੇ ਚਾਹੀਦੇ ਆ। ਫਿਰ ਫੌਜਦਾਰੀ ਮੁਕੱਦਮੇ ਦੀ ਗੱਲ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਉਂ ਕੀਤੀ ਹੋਊਗੀ? ਤੁਹਾਨੂੰ ਕੀ ਜਾਪਦਾ? ਤਖਤ ਸਾਹਿਬ ਵੱਡਾ ਹੈ ਜੀ, ਪਰ ਤਖਤ ਸਾਹਿਬ ਥਾਣਾ ਨਹੀਂ ਜੀ। ਜੇ ਕਿਸੇ ਤੇ ਕੋਈ ਫੌਜਦਾਰੀ ਹੁੰਦੀ ਹੈ, ਕੋਈ ਲੜਾਈ ਕਰੂ, ਕਰਪਸ਼ਨ ਕਰੂ ਜੀ, ਉਹਦਾ ਮੁਕੱਦਮਾ ਪੁਲਿਸ ਨੇ ਦਰਜ ਕਰਨਾ ਜੀ। ਕੋਈ SGPC ਜਾਂ ਅਕਾਲ ਤਖਤ ਕੋਲੇ ਕੋਈ ਇਹ ਨਹੀਂ ਵੀ ਉਹ ਪੁਲਿਸ ਭੇਜ ਕੇ ਉਹਨੂੰ ਗ੍ਰਿਫਤਾਰ ਕਰਨਾ ਜੀ। ਇਹ ਫੈਸਲਾ ਉਹਨਾਂ ਦਾ ਉਹ ਲਾਗੂ ਹੋਣਾ ਚਾਹੀਦਾ ਤੇ ਉਹ ਜਿਹੜੇ ਦੋਸ਼ੀ ਆ ਲੌਂਗੋਵਾਲ ਸਮੇਤ ਉਹਨੂੰ ਅਸਤੀਫਾ ਦੇਣਾ ਚਾਹੀਦਾ। ਜੇ ਉਹ ਮੁੱਕਰੇ ਆ ਤਾਂ ਹੀ ਸਾਨੂੰ ਇੱਥੇ ਖੜਨਾ ਪਿਆ, ਜੇ ਮੁੱਕਰਦੇ ਨਹੀਂ ਤਾਂ ਅਸੀਂ ਖੜ ਦੇਖੋ। ਕਾਰਨ ਤੁਹਾਨੂੰ ਕੀ ਜਾਪਦਾ ਕੀ ਹੋ ਸਕਦਾ? ਕਿਉਂਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਬਹੁਤ ਸਾਰੇ ਮੀਡੀਆ ਨੂੰ, ਮੇਨ ਸਟ੍ਰੀਮ ਮੀਡੀਆ ਨੂੰ ਇੰਟਰਵਿਊਜ਼ ਦਿੱਤੀਆਂ। ਉਹ ਕਹਿੰਦੇ ਵੀ ਜਾਂਚ ਰਿਪੋਰਟ ਥੋੜਾ ਜਿਹਾ, ਮੈਂ ਕਹਿੰਦੇ ਸੀ ਜਾਂਚ ਜਿਹੜੀ ਕਮਿਸ਼ਨ ਬਣਾਈ ਸੀ, ਜਾਂਚ ਰਿਪੋਰਟ ਕਮੇਟੀ ਬਣਾਈ ਸੀ, ਉਹ ਕਹਿੰਦੇ ਸੀ ਅਸੀਂ ਜਾਂਚ ਤਾਂ ਕਰਾਂਗੇ ਜੇ ਸਖਤ ਕਾਰਵਾਈ ਹੋਊਗੀ। ਉਹ ਕਹਿੰਦੇ ਹੋਊਗੀ, ਮੈਂ ਬੈਠਾ, ਜੇ ਨਾ ਹੋਊਗੀ ਤਾਂ ਮੈਂ ਉਹਦਾ ਛੱਡ ਦਿਆਂਗਾ। ਕਾਰਵਾਈ ਹੋਈ ਨਹੀਂ। ਲੌਂਗੋਵਾਲ ਸਾਹਿਬ ਕਹਿੰਦੇ ਵੀ ਕਾਨੂੰਨੀ ਕਾਰਵਾਈ ਹੋਊਗੀ। ਅਸੀਂ ਭਰੋਸਾ ਕਰਦੇ ਹਾਂ ਕਿ ਬਰਗਾੜੀ ਵਾਲੇ ਵੀ ਜਿਹੜੇ ਅਸੀਂ ਕਹਿੰਦੇ ਕਾਨੂੰਨੀ ਕਾਰਵਾਈ ਹੋਵੇ, ਦੂਜਾ ਤੇ ਵੀ ਬਾਈਬਲ ਕਲਾ ਗੋਲੀकांड ਤੇ ਵੀ ਚਾਹੁੰਦੇ ਆ। ਤਾਂ ਪ੍ਰਧਾਨ ਸਾਹਿਬ ਕਹਿੰਦੇ ਸੀ ਵੀ ਹੋਊਗੀ, ਫੌਜਦਾਰੀ ਮੁਕੱਦਮੇ ਜਿਹੜੇ ਆ ਐਟ ਏ ਟਾਈਮ ਦਰਜ ਹੋਣਗੇ। ਤਾਂ ਮੁੱਕਰੇ ਕਿਉਂ ਹੋਣਗੇ? ਤੁਹਾਨੂੰ ਕੀ ਜਾਪਦਾ?
ਬੜਾ ਸਪਸ਼ਟ ਹੈ ਕਿ ਉਹਨਾਂ ਉੱਪਰ ਦਬਾਅ ਸੁਖਬੀਰ ਸਿੰਘ ਬਾਦਲ ਦਾ ਦਬਾਅ ਜੀ ਕੋਈ ਦੋ ਰਾਵਾਂ ਹੀ ਨਹੀਂ ਕਿ ਸੁਖਬੀਰ ਸਿੰਘ ਬਾਦਲ ਦਾ ਜਿਹੜਾ ਪੀਏ ਕਹਿ ਲਓ ਕੋਹਲੀ ਉਹ ਫਸਦਾ ਹੈ ਸੁਖਬੀਰ ਸਿੰਘ ਬਾਦਲ ਤੇ ਗੱਲ ਆਉਣੀ ਹੈ ਕਾਰਨ ਪੋਲੀਟੀਕਲ ਦਬਾਅ ਹੈ ਤੇ ਜਥੇਦਾਰ ਹਰਪ੍ਰੀਤ ਸਿੰਘ ਲਈ ਇੱਕ ਇਮਤਿਹਾਨ ਦੀ ਘੜੀ ਹੈ ਜਾਂ ਉਹ ਸ਼ੇਰ ਦੀ ਸਵਾਰੀ ਕਰੇਗਾ ਜਾਂ ਸ਼ੇਰ ਉਹਨੂੰ ਖਾ ਜਾਏਗਾ। ਬਿਲਕੁਲ ਬਿਲਕੁਲ। ਤਾਂ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਜਿਨ੍ਹਾਂ ਨੇ ਪੰਥ ਦੇ ਵਿੱਚ ਬੜਾ ਮਾਣ ਸਤਿਕਾਰ ਹਾਸਲ ਕੀਤਾ ਜਦੋਂ ਦੇ ਹੀ ਉਹ ਸੁਭਾਇਮਾਨ ਹੋਇਆ ਤਖਤ ਸਾਹਿਬ ਤੇ ਉਹਨਾਂ ਦੀਆਂ ਜਿਹੜੀਆਂ ਸਟੇਟਮੈਂਟਾਂ ਹੈਗੀਆਂ ਉਹ ਸੰਤ ਜਰਨੈਲ ਸਿੰਘ ਜੀ ਪ੍ਰਤੀ ਆ ਜਾਂ ਖਾਲਿਸਤਾਨ ਪ੍ਰਤੀ ਆ ਇਹਨਾਂ ਸਟੇਟਮੈਂਟਾਂ ਕਰਕੇ ਗਰਮਖਿਆਲੀ ਜਿਹੜੇ ਸੱਜਣ ਆ ਗਰਮਖਿਆਲੀ ਸੰਸਥਾਵਾਂ ਉਹ ਵੀ ਉਹਨਾਂ ਦੀ ਸਪੋਰਟ ਕਰਦੀਆਂ ਨੇ। ਤਾਂ ਤੁਸੀਂ ਹਰਪ੍ਰੀਤ ਸਿੰਘ ਜਥੇਦਾਰ ਸਾਹਿਬ ਜੀ ਤੋਂ ਕੀ ਮੰਗ ਕਰਦੇ ਹੋ ਵੀ ਉਹਦੇ ਵਿੱਚ ਕਿਉਂਕਿ ਉਹਨਾਂ ਨੇ ਸ਼੍ਰੋਮਣੀ ਕਮੇਟੀ ਵੱਲ ਸੁੱਟੀ ਬਾਲ ਵੀ ਤੁਸੀਂ ਕਾਰਵਾਈ ਕਰੋ ਜਾਂਚ ਆ ਗਈ ਆ ਰਿਪੋਰਟ ਬਣ ਗਈ 1000 ਪੇਜ ਦੀ ਇਹ ਵਾਅਦਾ ਕਰਕੇ ਮੁੱਕ ਗਏ ਹੁਣ ਜਥੇਦਾਰ ਸਾਹਿਬ ਕੀ ਕਰ ਸਕਦੇ ਇਹਦੇ ਵਿੱਚ? ਜਥੇਦਾਰ ਸਾਹਿਬ ਜੋ ਸੱਚ ਹੈ ਕਿਉਂਕਿ ਜਿਹੜਾ ਅਕਾਲ ਤਖਤ ਹੈ ਇਹ ਗੁਰੂ ਦਾ ਤੇ ਰੱਬ ਦਾ ਤਖਤ ਹੈ ਉੱਥੇ ਕੋਈ ਸਿਫਾਰਿਸ਼ ਕੋਈ ਪੱਖਪਾਤ ਨਹੀਂ ਜੋ ਸੱਚਾਈ ਹੈ ਜਿਹੜੇ ਦੋਸ਼ੀ ਆ ਸਜ਼ਾਵਾਂ ਦੇ ਅੱਜ ਇਸੇ ਕਰਕੇ ਜਿੱਥੇ ਸਾਰੀਆਂ ਪੰਥਕ ਜਥੇਬੰਦੀਆਂ ਆਈਆਂ ਯੂਨਾਈਟਿਡ ਅਕਾਲੀ ਦਲ ਵੱਲੋਂ ਸਾਡੀ ਸਾਰੀ ਜਥੇਬੰਦੀ ਗੁਰਮੀਤ ਸਿੰਘ ਬੇਟੇ ਈਸ਼ੂ ਸਾਹਿਬ ਸਾਡੇ ਸਕੱਤਰ ਜਨਰਲ ਰਾਓ ਸਾਹਿਬ ਸਾਡੇ ਫਤਿਹਗੜ੍ਹ ਸਾਹਿਬ ਦੇ ਪ੍ਰਧਾਨ ਸਮੁੱਚੀ ਜਥੇਬੰਦੀ ਸਾਡੀ ਇੱਥੇ ਹਾਜ਼ਰ ਹੋਈ ਹੈ। ਇੱਕ ਗੱਲ ਮੈਂ ਤੁਹਾਡੇ ਰਾਹੀਂ ਸਾਰੇ ਸੰਸਾਰ ਦੇ ਇਨਸਾਫ ਪਸੰਦ ਲੋਕਾਂ ਨੂੰ ਤੇ ਸਿੱਖਾਂ ਨੂੰ ਕਹਿਣਾ ਚਾਹੁੰਦੇ ਹਾਂ ਵੀ ਇਹਨੂੰ ਹਰ ਹਾਲਤ 'ਚ ਇਨਸਾਫ ਲਈ ਅਸੀਂ ਝੁਕਾਵਾਂਗੇ ਵੀ ਜਿੱਤ ਵੀ ਪ੍ਰਾਪਤ ਕਰਾਂਗੇ ਤੇ ਸੰਘਰਸ਼ ਲਗਾਤਾਰ ਜਾਰੀ ਰੱਖਾਂਗੇ। ਜੀ ਬਿਲਕੁਲ। ਤਾਂ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਜਥੇਦਾਰ ਜਿਹੜੇ ਹੈਗੇ ਨੇ ਉਹਨਾਂ ਤੋਂ ਮੰਗ ਕੀਤੀ ਜਾ ਰਹੀ ਹੈ ਤੁਸੀਂ ਸੱਚ ਨੂੰ ਜਿਹੜਾ ਉਹ ਅੱਗੇ ਲਿਆ ਕੇ ਪ੍ਰਗਟ ਕਰੋ ਤਾਂ ਕਿ ਇਹ ਜਿਹੜਾ ਸਿੱਖਾਂ ਦੀ ਸਰਵਉੱਚ ਪਾਰਲੀਮੈਂਟ ਸਰਵ ਸੰਸਥਾ ਸ਼੍ਰੋਮਣੀ ਕਮੇਟੀ ਜਿੰਦੀ ਨੀਂਹ ਜਿਹੜੀ ਆ ਉਹ ਸ਼ਹੀਦਾਂ ਦੀਆਂ ਜਿਹੜਾ ਕਿ ਹੱਡੀਆਂ ਤੇ ਰੱਖੀ ਗਈ ਆ ਉਹਦੇ ਖਿਲਾਫ ਇਸ ਤਰ੍ਹਾਂ ਪ੍ਰਦਰਸ਼ਨ ਕਰਦੇ ਸਿੱਖ ਹੀ ਸਿੱਖ ਖਿਲਾਫ ਪ੍ਰਦਰਸ਼ਨ ਕਰਦਾ ਚੰਗਾ ਥੋੜੀ ਲੱਗਦਾ। ਤਾਂ ਜਥੇਦਾਰ ਸਾਹਿਬ ਜਿਹੜੇ ਆ ਉਹ ਕਦੋਂ ਇਸ ਮਾਮਲੇ ਦੇ ਵਿੱਚ ਜਿਹੜਾ ਆ ਮੁੜ ਤੋਂ ਤਵਜੋ ਦੇ ਕੇ ਖੁਦ ਇਸ ਮਾਮਲੇ ਦੇ ਵਿੱਚ ਐਂਟਰੀ ਕਰਨਗੇ ਤੇ ਜਿਹੜੇ ਦੋਸ਼ੀ ਆ ਜਾਂ ਜਿਹੜੇ ਮੁਲਾਜ਼ਮ ਆ ਜਿਹੜੇ ਮੁਲਜ਼ਮ ਦੋਸ਼ੀ ਆ ਉਹਨਾਂ ਤੇ ਕਾਰਵਾਈ ਹੋਊਗੀ ਸਿੱਖ ਸਿਧਾਂਤਾਂ ਅਨੁਸਾਰ ਹੋਏਗੀ ਜਾਂ ਕਾਨੂੰਨੀ ਕਾਰਵਾਈ ਦੀ ਜਿਹੜੀ ਗੱਲ ਹੈ ਗੋਬਿੰਦ ਸਿੰਘ ਲੌਂਗੋਵਾਲ ਨੇ ਕੀਤੀ ਸੀ ਉਹ ਕਿਸ ਤਰ੍ਹਾਂ ਹੋਏਗਾ। ਤਾਂ ਮੁੜ ਤੋਂ ਅਸੀਂ ਯਾਦ ਕਰਾਉਣੇ ਬੀਬੀ ਜਗੀਰ ਕੌਰ ਜੀ ਨੂੰ ਅਸੀਂ ਸਵਾਲ ਕੀਤਾ ਸੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਕਹਿੰਦੇ ਸੀ ਫੌਜਦਾਰੀ ਮੁਕੱਦਮਾ ਹੋਊਗਾ ਪਰ ਨਹੀਂ ਹੋਇਆ ਤਾਂ ਉਹ ਕਹਿੰਦੇ ਤਖਤ ਸਾਹਿਬ ਵੱਡਾ ਸਿੱਖ ਵਾਸਤੇ ਤਖਤ ਸਾਹਿਬ ਜਿਵੇਂ ਆ ਦੁਨੀਆ ਦੀਆਂ ਵੱਡੀਆਂ ਤੋਂ ਵੱਡੀਆਂ ਅਦਾਲਤਾਂ ਵਾਸਤੇ ਕਈ ਗੁਣਾ ਵੱਡੇ ਆ ਦੁਨੀਆ ਦੀ ਕੋਈ ਵੀ ਅਦਾਲਤ ਕੋਈ ਵੀ ਕਾਨੂੰਨ ਸ੍ਰੀ ਅਕਾਲ ਤਖਤ ਸਾਹਿਬ ਦੀ ਜਿਹੜੀ ਆ ਉਹ ਬਰਾਬਰੀ ਨਹੀਂ ਕਰ ਸਕਦਾ ਪਰ ਪ੍ਰਧਾਨ ਸਾਹਿਬ ਨੇ ਕਿਉਂ ਕਿਹਾ ਸੀ ਵੀ ਫੌਜਦਾਰੀ ਮੁਕੱਦਮੇ ਹੋਣਗੇ ਤਾਂ ਇਹ ਸਾਡਾ ਸਵਾਲ ਸੀ ਉਹਨਾਂ ਨੇ ਕਿਹਾ ਵੀ ਹੁਣ ਪ੍ਰਧਾਨ ਸਾਹਿਬ ਦੱਸਣਗੇ। ਤਾਂ ਇਹ ਤੁਸੀਂ ਦੇਖ ਰਹੇ ਹੋ ਜਿਹੜਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜੇ ਸਰੂਪ ਆ ਉਹ ਸੈਂਕੜੇ ਸਰੂਪ ਜਿਹੜੇ ਉਹ ਲਾਪਤਾ ਕੀਤੇ ਗਏ ਜਾਂ ਖੁਰਦ-ਬੁਰਦ ਕੀਤੇ ਗਏ ਜਾਂ ਬੇਅਦਬੀ ਹੋਈ ਜਾਂ ਅਗਨ ਭੇਟ ਹੋਏ ਤਾਂ ਕਿੱਥੇ ਗਏ ਆ ਉਹ ਬਹੁਤ ਵੱਡਾ ਸਵਾਲ ਜਿਹੜਾ ਬਣਿਆ ਹੋਇਆ ਸੀਗਾ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤਾਂ ਦਲ ਖਾਲਸਾ ਸਿੱਖ ਯੂਥ ਆਫ ਪੰਜਾਬ ਹੋਰ ਕਈ ਸੰਸਥਾਵਾਂ ਵੱਲੋਂ ਜਿਹੜਾ ਪ੍ਰਦਰਸ਼ਨ ਉਹ ਕੀਤਾ ਜਾ ਰਿਹਾ ਵੱਡੀ ਗਿਣਤੀ ਜਿਹੜੀ ਆ ਉਹ ਪੁਲਿਸ ਇੱਥੇ ਹਾਜ਼ਰ ਆ ਤਾਂ ਕਿਸ ਤਰ੍ਹਾਂ ਦਾ ਕੋਈ ਉਸ ਤਰ੍ਹਾਂ ਦਾ ਜਿਹੜਾ ਪ੍ਰਦਰਸ਼ਨ ਸ਼ਾਇਦ ਰੋਕਣ ਦੀ ਬਦੌਲਤ ਆ ਜਾਂ ਸ਼੍ਰੋਮਣੀ ਕਮੇਟੀ ਦਾ ਜਿਹੜਾ ਇੱਥੋਂ ਕਾਫਲਾ ਜਿਹੜਾ ਮੈਂਬਰਾਂ ਦਾ ਕਾਫਲਾ ਜਾਂ ਹੋਰ ਲਾਮ ਲਸ਼ਕਰ ਆ ਜਦੋਂ ਟੱਪਦਾ ਤਾਂ ਉਹਨਾਂ ਦੀ ਜਿਹੜੀ ਵਿਰੋਧਤਾ ਉਹ ਬੜੇ ਤਿੱਖੇ ਸ਼ਬਦਾਂ ਦੇ ਵਿੱਚ ਜਿਹੜੀ ਉਹ ਕੀਤੀ ਜਾ ਰਹੀ ਆ ਜਵਾਬ ਮੰਗੇ ਜਾ ਰਹੇ ਆ। ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦਾ ਇੱਥੇ ਮਾਹੌਲ ਆ ਸ਼੍ਰੋਮਣੀ ਕਮੇਟੀ ਦੇ ਜਿਹੜਾ ਕਿ ਦਫ਼ਤਰ ਦੇ ਬਿਲਕੁਲ ਲਾਗੇ ਬਾਹਰ ਸਿੱਖਾਂ ਦੀ ਸਰਵਉੱਚ ਸੰਸਥਾ ਮਿੰਨੀ ਪਾਰਲੀਮੈਂਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਬੜੇ ਵੱਡੇ ਇਲਜ਼ਾਮ ਲੱਗੇ ਬੜੇ ਵੱਡੇ ਸਵਾਲ ਆ ਜਿਹੜੇ ਸ਼੍ਰੋਮਣੀ ਕਮੇਟੀ ਦੇ ਖਿਲਾਫ ਆ ਇਹਨਾਂ ਦੇ ਜਵਾਬ ਜਿਹੜੇ ਆ ਪੂਰੀ ਕੌਮ ਮੰਗਦੀ ਆ। ਤਾਂ ਤੁਸੀਂ KTV ਤੇ ਦੇਖ ਰਹੇ ਹੋ ਕਿਸ ਤਰ੍ਹਾਂ ਦਾ ਜਿਹੜਾ ਇੱਥੇ ਅੱਜ ਪ੍ਰੋਗਰਾਮ ਹੈਗਾ। ਤਾਂ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਜਿਨ੍ਹਾਂ ਨੂੰ ਕੌਮ ਨੇ ਬਹੁਤ ਸਤਿਕਾਰ ਮਾਣ ਦਿੱਤਾ ਤਾਂ ਉਹਨਾਂ ਦੇ ਉੱਤੇ ਵੀ ਜਿਹੜਾ ਵੱਡਾ ਸਵਾਲ ਆ ਵੀ ਕਿ ਗੋਬਿੰਦ ਸਿੰਘ ਲੌਂਗੋਵਾਲ ਨੇ ਜਿਹੜਾ ਕਿਹਾ ਸੀ ਫੌਜਦਾਰੀ ਮੁਕੱਦਮੇ ਹੋਣਗੇ ਤਾਂ ਕਾਰਵਾਈ ਸ਼੍ਰੋਮਣੀ ਕਮੇਟੀ ਨੇ ਕੀ ਕੀਤੀ। ਸਿੰਘ ਸਾਹਿਬ ਜੀ ਨੇ ਜਾਂਚ ਰਿਪੋਰਟ ਬਣਾਈ ਰਿਪੋਰਟ ਸੌਂਪੀ ਗਈ ਆ ਤਾਂ ਰਿਪੋਰਟ ਦੇ ਉੱਤੇ ਕਾਰਵਾਈ ਜਿਹੜੀ ਆ ਉਹ ਕੀ ਹੋਈ ਆ ਇਹ ਗੱਲਬਾਤ ਕੀਤੀ ਜਾ ਰਹੀ ਆ। ਜਾਂਦੇ ਅਸੀਂ ਦਲ ਖਾਲਸਾ ਦੇ ਆਗੂ ਕੰਵਰਪਾਲ ਸਿੰਘ ਜੀ ਨਾਲ ਫਤਿਹ ਸਾਂਝੀ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਭਾਈ ਸਾਹਿਬ ਜੀ ਲਗਾਤਾਰ ਤੁਸੀਂ ਸੰਘਰਸ਼ ਕਰ ਰਹੇ ਹੋ ਅੰਦਰ ਇੱਕ ਮੋਰਚਾ ਵੀ ਚੱਲ ਰਿਹਾ ਉਦੋਂ ਤੋਂ ਹੀ ਲੌਂਗੋਵਾਲ ਪ੍ਰਧਾਨ ਸਾਹਿਬ ਦੇ ਗੇਟ ਦੇ ਬਾਹਰ ਵੀ ਇੱਕ ਬੜਾ ਵੱਡਾ ਪ੍ਰਦਰਸ਼ਨ ਆ ਤਾਂ ਬਹੁਤ ਵੱਡੇ ਪੱਧਰ ਤੇ ਜਿਹੜੀਆਂ ਵਿਰੋਧਤਾ ਹੋ ਰਹੀ ਆ ਕੀ ਉਮੀਦ ਹੈ ਕੁਛ ਇਸ ਵਿਰੋਧਤਾ ਦਾ ਰਿਜ਼ਲਟ ਆਏਗਾ ਕਿ ਲੌਂਗੋਵਾਲ ਸਾਹਿਬ ਅਸਤੀਫਾ ਦੇ ਦੇਣਗੇ ਜਾਂ ਕਾਨੂੰਨੀ ਕਾਰਵਾਈ ਜਾਂ ਕੁਛ ਹੋਰ ਤਰ੍ਹਾਂ ਦੀ ਸਖਤ ਕਾਰਵਾਈਆਂ ਹੋਣਗੀਆਂ? ਇਹ ਸਾਰੇ ਅਕਾਲੀ ਨੇ ਜੀ ਤੇ ਬੜੇ ਤਗੜੇ ਢੀਠ ਵੀ ਨੇ ਜਿੰਨਾ ਸੰਘਰਸ਼ ਤਿੱਖਾ ਹੋਏਗਾ ਉਨਾ ਹੀ ਰਿਜ਼ਲਟ ਦੀ ਆਸ ਬਣੇਗੀ ਜੀ। ਮੋਰਚੇ ਵੀ ਲੱਗੇ ਨੇ ਧਰਨੇ ਵੀ ਹੋ ਰਹੇ ਨੇ ਅਸੀਂ ਬਾਹਰ ਵੀ ਖੜੇ ਹਾਂ ਤੇ ਮੰਗ ਅਸੀਂ ਇਹੀ ਕਰ ਰਹੇ ਹਾਂ ਕਿ ਸਰੂਪ ਕਿੱਥੇ ਨੇ ਦੱਸੇ ਜਾਣ ਜਿਹੜੇ ਲਾਪਤਾ ਕੀਤੇ ਗਏ ਨੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਸਜ਼ਾਵਾਂ ਕਦੋਂ ਤੇ ਕਿੱਥੇ। ਸਾਡੇ ਸਾਰੇ ਸਿੰਘਾਂ ਦੇ ਹੱਥ 'ਚ ਜਿਹੜੇ ਮੈਂਬਰਸ ਨੇ ਉਹਨਾਂ ਦੇ ਹੱਥ 'ਚ ਪਲੇ ਕਾਰਡਸ ਵੀ ਇਸੇ ਗੱਲ ਦੇ ਹੀ ਨੇ ਕਿ
ਸਰੂਪ ਕਿੱਥੇ ਨੇ ਸਾਨੂੰ ਦੱਸੇ ਜਾਣ। ਦੋਸ਼ੀਆਂ ਨੂੰ ਸਜ਼ਾਵਾਂ ਕਦੋਂ ਦਿਓਗੇ? ਬਾਰ-ਬਾਰ ਤੁਸੀਂ ਕਹਿ ਕੇ ਕਿਉਂ ਮੁੱਕਰ ਰਹੇ ਹੋ? ਅਹੁਦੇਦਾਰ ਨੈਤਿਕਤਾ ਦੇ ਆਧਾਰ ਤੇ ਅਸਤੀਫੇ ਦੇਣ, ਇਹੀ ਮੰਗ ਕਰ ਰਹੇ ਹਾਂ। ਬਿਲਕੁਲ ਬਿਲਕੁਲ। ਇਹ ਮੈਂ ਸਮਝਦਾ ਕਿ ਸਾਨੂੰ ਇਹ ਕਹਿਣ ਦੀ ਲੋੜ ਹੀ ਕਿਉਂ ਪਈ? ਜਦੋਂ ਇਹਨਾਂ ਕੋਲ ਆਪਣੇ ਕੋਲ ਕੁਤਾਹੀ ਹੋ ਗਈ ਹੈ, ਇਹਨਾਂ ਦੀ ਆਪਣੀ ਨਿਯਮਾਂ ਦੀ ਉਲੰਘਣਾ ਹੋ ਗਈ ਹੈ, ਆਪ ਇਹਨਾਂ ਦੀ ਢਿੱਲ ਹੈ, ਤੇ ਇਹਨਾਂ ਨੂੰ ਆਪ ਹੀ ਇਹ ਗੱਲ ਕਬੂਲ ਕਰ ਲੈਣੀ ਚਾਹੀਦੀ ਸੀ ਕਿ ਸਾਡੇ ਕੋਲ ਗਲਤੀ ਹੋਈ ਹੈ, ਸਾਡੀ ਨਲਾਇਕੀ ਕਹਿ ਲਓ, ਸਾਡੀ ਕੁਤਾਹੀ ਕਹਿ ਲਓ, ਸਾਡੇ ਕੋਲੋਂ ਸਰੂਪ ਮਿਸ ਹੋਏ ਨੇ, ਅਸੀਂ ਪੰਥ ਨੂੰ ਦੱਸਾਂਗੇ ਕਿ ਸਰੂਪ ਕਿੱਥੇ ਗਏ ਨੇ। ਪਰ ਇਹਨਾਂ ਨੇ ਆਪ ਕੀ ਦੱਸਣਾ ਸੀ, ਸਾਡੇ ਮੰਗਣ ਤੇ ਵੀ ਨਹੀਂ ਦੱਸ ਰਹੇ। ਸੋ ਇਹ ਸੰਘਰਸ਼ ਇਹਨਾਂ ਨੂੰ ਜੋ ਕੌਮ ਅੱਗੇ ਜਵਾਬਦੇਹ ਬਣਾਉਣ ਲਈ, ਇਹਨਾਂ ਨੂੰ ਸ਼ਰਮਸਾਰ ਕਰਨ ਲਈ ਹੈ। ਸੋ ਅਸੀਂ ਇੱਥੇ ਖੜੇ ਹਾਂ, ਸਾਡਾ ਕੋਈ ਨਿੱਜੀ ਵੈਰ ਵਿਰੋਧ ਇਹਨਾਂ ਨਾਲ ਹੈ ਨਹੀਂ। ਅਸੀਂ ਇਹਨਾਂ ਨੂੰ ਇਹੀ ਕਹਿ ਰਹੇ ਹਾਂ ਨਾ ਕਿ ਜਿਹੜੀ ਸੰਗਤ ਜੋ ਤੁਹਾਡੇ ਕੋਲ ਪੁੱਛ ਰਹੀ ਹੈ ਦੱਸੋ, ਜਾਂ ਤੁਸੀਂ ਕਹਿ ਦਿਓ ਤੁਹਾਨੂੰ ਨਹੀਂ ਪਤਾ, ਜਾਂ ਤੁਸੀਂ ਕਹਿ ਦਿਓ ਕਿਸੇ ਐਸੀ ਜਗ੍ਹਾ ਤੇ ਸਰੂਪ ਚਲੇ ਗਏ ਨੇ ਜਿੱਥੇ ਮਰਿਆਦਾ ਨਹੀਂ ਹੈਗੀ, ਸਾਡੇ ਕੋਲ ਗਲਤੀ ਹੋਈ, ਅੱਗੋਂ ਤੋਂ ਅਸੀਂ ਨਹੀਂ ਭੇਜਾਂਗੇ। ਬੋਲੋ, ਕੁਛ ਤਾਂ ਬੋਲੋ। ਜਿਹੜੀ ਖਾਮੋਸ਼ੀ ਹੈ ਨਾ, ਉਹ ਬੰਦੇ ਦਾ ਜੁਰਮ ਇੱਕ ਤਰੀਕੇ ਦੇ ਨਾਲ ਜੁਰਮ ਦੱਸ ਰਹੀ ਹੁੰਦੀ ਹੈ ਕਿ ਜਿਹੜਾ ਖਾਮੋਸ਼ ਹੈ ਉਹ ਗਿਲਟੀ ਹੈ। ਤਾਂ ਅਸੀਂ ਕਹਿੰਦੇ ਹਾਂ ਜੇ ਤੁਸੀਂ ਗਿਲਟੀ ਹੋ ਤਾਂ ਤੁਸੀਂ ਅਸਤੀਫੇ ਦੇ ਕੇ ਘਰ ਚਲੇ ਜਾਓ, ਤੁਸੀਂ ਨਵੀਂ ਟੀਮ ਨੂੰ ਆਉਣ ਦਿਓ। ਸੋ ਅੱਜ ਅਸੀਂ ਇੱਕ ਸਵਾਲਨਾਮਾ ਜਿਹੜਾ ਸਾਰੇ ਮੈਂਬਰ ਸਾਹਿਬਾਨ ਨੂੰ ਦੇ ਰਹੇ ਹਾਂ ਜਿਹੜੇ ਬਜਟ ਸੈਸ਼ਨ ਵਿੱਚ ਆਏ ਨੇ ਜ਼ਮੀਰ ਨੂੰ ਟੁੰਬਣ ਲਈ। ਹੁਣ ਜੇ ਤੇ ਕਿਸੇ ਦੀ ਜ਼ਮੀਰ ਸੁੱਤੀ ਹੈ ਤੇ ਉਹ ਜਾਗ ਸਕਦੀ ਹੈ, ਤੇ ਜਿੰਨੇ ਮਾਰ ਲਈ ਹੈ ਉਹ ਫਿਰ ਜਾਗਦੀ ਵੀ ਨਹੀਂ ਹੁੰਦੀ। ਸੋ ਅਸੀਂ ਇਹ ਦੇਖਣਾ ਹੈ ਕਿ ਅੰਦਰ ਜਿਹੜੇ ਗਏ ਨੇ ਉਹ ਕਿੰਨੀਆਂ ਜਾਗਦੀ ਜ਼ਮੀਰਾਂ ਵਾਲੇ ਨੇ, ਤੇ ਜਦੋਂ ਵਾਪਸ ਆਣਗੇ ਉਹ ਅੰਦਰ ਕੀ ਜਵਾਬ ਲੈ ਕੇ ਆਉਂਦੇ ਨੇ। ਜੀ ਬਿਲਕੁਲ। ਤਾਂ ਇੱਕ ਪਾਸੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ, ਭਾਈ ਗੋਬਿੰਦ ਸਿੰਘ ਲੌਂਗੋਵਾਲ ਜਿਨ੍ਹਾਂ ਨੂੰ ਕਿਹਾ ਜਾਂਦਾ, ਉਹ ਹੈਗੇ ਆ, ਉਹ ਕਹਿੰਦੇ ਸੀ ਫੌਜਦਾਰੀ ਮੁਕੱਦਮੇ ਹੋਣਗੇ, ਪਰ ਭਾਰਤੀ ਕਾਨੂੰਨ ਤਹਿਤ ਪੁਲਿਸ ਕੋਲੇ ਜਿਹੜਾ ਇਹ ਕੇਸ ਲਿਜਾਵਾਂਗੇ। ਤਾਂ ਇੱਕ ਪਾਸੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਆ, ਜਿਹੜਾ ਦੁਨਿਆਵੀ ਵੱਡੀ ਤੋਂ ਵੱਡੀ ਅਦਾਲਤ ਜਿਹੜੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਪੈਰਾਂ ਦੇ ਤੁੱਲ ਵੀ ਨਹੀਂ ਗਈ, ਉਦੋਂ ਵੀ ਹੇਠ ਆਇਆ। ਤਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਇਸ ਮਾਮਲੇ 'ਚ ਕੀ ਮੁੜ ਤੋਂ ਆਪਣੀ ਕੋਈ ਹੋਰ ਭੂਮਿਕਾ ਨਿਭਾ ਸਕੋ? ਕਿ ਰਿਪੋਰਟ ਉਹਨਾਂ ਨੇ ਬਣਵਾਤੀ ਆ, ਜਾਂਚ ਰਿਪੋਰਟ ਉਹ ਕਹਿੰਦੇ ਬੜੀ ਸਪਸ਼ਟ ਆ, ਬੜੀ ਸਖਤ ਆ, ਹਰੇਕ ਦੋਸ਼ੀ ਦਾ ਨਾਮ ਜਿਹੜਾ ਚਿੱਟੇ ਅੱਖਰਾਂ 'ਚ ਲਿਖਿਆ ਪਿਆ, ਫਲਾਣਾ ਦੋਸ਼ੀ, ਭਲਾ ਪ੍ਰਧਾਨ ਹੋਵੇ, ਭਲਾ ਉਹ ਜਿਨ੍ਹਾਂ ਦੀ ਮੌਤ ਹੋ ਗਈ ਅਵਤਾਰ ਸਿੰਘ ਮੱਕੜ, ਭਲਾ ਜਿਨ੍ਹਾਂ ਦੀ ਮੌਤ ਹੋ ਗਈ HC ਜਾਂ ਹੋਰ ਵੀ। ਤਾਂ ਤੁਹਾਨੂੰ ਕੀ ਲੱਗਦਾ ਜਥੇਦਾਰ ਸਾਹਿਬ ਜੀ ਮੁੜ ਇਸ ਮਾਮਲੇ 'ਚ ਕੀ ਆਪਦੀ ਭੂਮਿਕਾ ਨਿਭਾ ਸਕਦੇ? ਕਿਉਂਕਿ ਉਹਨਾਂ ਤੋਂ ਬੜੀਆਂ ਉਮੀਦਾਂ ਪੰਥ ਨੂੰ ਹੈਗੀਆਂ, ਪਹਿਲਾਂ ਨਹੀਂ ਸੀ, ਹੁਣ ਬਹੁਤ ਆ। ਆਪਾਂ ਸਾਰੇ ਉਹਨਾਂ ਦੇ ਫੈਸਲਿਆਂ ਨਾਲ ਜਿਹੜਾ ਕਿ ਹਮਾਇਤ ਕੀਤੀ ਆ। ਗਰਮਖਿਆਲੀ ਪਾਰਟੀਆਂ ਪਹਿਲੀ ਵਾਲੀ ਸ਼੍ਰੀ ਅਕਾਲ ਤਖਤ ਸਾਹਿਬ ਸ਼੍ਰੋਮਣੀ ਕਮੇਟੀ ਧਿਰ ਨਾਲ ਉਦੋਂ ਸਹਿਮਤ ਹੋਈਆਂ ਜਦੋਂ ਉਹਨਾਂ ਨੇ ਖਾਲਿਸਤਾਨ ਦੀ ਹਮਾਇਤ ਕੀਤੀ, ਜਾਂ ਸੰਤ ਜਰਨੈਲ ਸਿੰਘ ਜੀ ਦੇ ਪੱਖ ਦਾ ਜਿਹੜਾ ਬਿਆਨ ਕੀਤਾ, ਉਹਨਾਂ ਦਾ ਇੱਥੇ ਕੀ ਫਰਜ਼ ਬਣਦਾ? ਦੇਖੋ, ਉਹਨਾਂ ਨੇ ਜਦੋਂ ਸ਼੍ਰੋਮਣੀ ਕਮੇਟੀ ਪ੍ਰਧਾਨ ਪੇਸ਼ ਹੋਇਆ, ਇਹਨਾਂ ਨੂੰ ਸ਼ਰਮਸਾਰ ਕੀਤਾ ਹੈ, ਇਹਨਾਂ ਦੀ ਝਾੜ ਵੀ ਕੀਤੀ ਹੈ ਕਿ ਤੁਸੀਂ ਆਪਣੇ ਫੈਸਲਿਆਂ ਤੇ ਬਾਰ-ਬਾਰ ਬਦਲਦੇ ਕਿਉਂ ਹੋ, ਮੁੱਕਰਦੇ ਕਿਉਂ ਹੋ। ਲੇਕਿਨ ਉਹਨਾਂ ਨੇ ਦੋ ਸਵਾਲ ਜਿਹੜੇ ਪੰਥ ਕਰ ਰਿਹਾ ਉਹ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਨਹੀਂ ਕੀਤੇ, ਨਹੀਂ ਪੁੱਛੇ। ਉਹਨਾਂ ਨੇ ਇਹ ਨਹੀਂ ਪੁੱਛਿਆ ਗੋਬਿੰਦ ਸਿੰਘ ਲੌਂਗੋਵਾਲ ਜੀ ਸਰੂਪ ਕਿੱਥੇ ਨੇ, ਤੁਹਾਨੂੰ ਪਤਾ ਹੈ? ਜੇ ਤੁਹਾਨੂੰ ਪਤਾ ਹੈ ਤਾਂ ਤੁਸੀਂ ਦੱਸ ਕਿਉਂ ਨਹੀਂ ਰਹੇ? ਇਹ ਸਵਾਲ ਉਹਨਾਂ ਨੇ ਮਿਸ ਕੀਤਾ ਨਹੀਂ ਹੈ ਨਾ। ਦੂਜਾ ਸਵਾਲ ਉਹਨਾਂ ਨੇ ਇਹ ਨਹੀਂ ਪੁੱਛਿਆ ਕਿ ਜਿਹਨਾਂ ਨੂੰ ਕਮੇਟੀ ਨੇ ਦੋਸ਼ੀ ਮੰਨਿਆ ਉਹਨਾਂ ਨੂੰ ਸਜ਼ਾਵਾਂ ਕਦੋਂ ਦਿਓਗੇ, ਇਹ ਵੀ ਨਹੀਂ ਉਹਨਾਂ ਨੇ ਪੁੱਛਿਆ। ਉਹਨਾਂ ਨੇ ਸਿਰਫ ਉਹਨਾਂ ਦੇ ਕੰਡਕਟ ਦੀ ਉਹਨਾਂ ਨੂੰ ਸਜ਼ਾ ਦਿੱਤੀ ਹੈ, ਤਨਖਾਹ ਦਿੱਤੀ ਹੈ, ਸਜ਼ਾ ਨਹੀਂ ਕਹਾਂਗੇ, ਤਨਖਾਹ ਦਿੱਤੀ ਹੈ। ਪਰ ਜਿਹੜੇ ਦੋ ਸਵਾਲ ਪੰਥ ਪੁੱਛ ਰਿਹਾ ਉਹ ਗਿਆਨੀ ਜੀ ਨੇ ਵੀ ਮਿਸ ਕੀਤੇ ਨੇ ਪੁੱਛਣ ਲਈ। ਸੋ ਉਹਨਾਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਜੇ ਉਹ ਮਿਸ ਕਰ ਗਏ ਨੇ ਤਾਂ ਉਹ ਹੁਣ ਪੁੱਛਣ। ਕਿਉਂਕਿ ਦੇਖੋ, ਉਹ ਅਕਾਲ ਤਖਤ ਦੇ ਜਥੇਦਾਰ ਜਿਹੜੇ ਹੁੰਦੇ ਨੇ ਨਾ, ਉਹ ਪੰਥ ਦੇ ਸਪੋਕਸਮੈਨ ਹੁੰਦੇ ਨੇ, ਕਿਸੇ ਪਾਰਟੀ ਦੇ ਨਹੀਂ ਹੁੰਦੇ। ਕੋਈ ਜਥੇਦਾਰ ਆਪਣੇ ਆਪ ਨੂੰ ਪਾਰਟੀ ਦਾ ਸਪੋਕਸਮੈਨ ਬਣਾ ਲੈਂਦਾ, ਉਹ ਬਦਕਿਸਮਤੀ ਹੁੰਦੀ ਹੈ, ਤੇ ਫਿਰ ਉਹ ਬੜਾ ਰੁਖਸਤ ਹੋ ਕੇ ਮਤਲਬ ਘਰਾਂ ਨੂੰ ਜਾਂਦੇ ਨੇ, ਜਿਹੜੇ ਆਪਣੇ ਆਪ ਨੂੰ ਸਿਰਫ ਪਾਰਟੀ ਤੱਕ ਸੀਮਤ ਕਰ ਲੈਂਦੇ ਨੇ। ਸੋ ਜੇ ਉਹ ਪੰਥ ਦੇ ਸਪੋਕਸਮੈਨ ਨੇ ਤੇ ਉਹ ਪੰਥ ਦੀ ਆਵਾਜ਼ ਬਣ ਕੇ ਇਹਨਾਂ ਨੂੰ ਦੋ ਸਵਾਲ ਪੁੱਛਣ, ਸਰੂਪ ਹਨ ਕਿੱਥੇ, ਹੁਣ ਉਹਨਾਂ ਦੀ ਸਥਿਤੀ ਕੀ ਹੈ, ਤੇ ਦੋਸ਼ੀਆਂ ਨੂੰ ਸਜ਼ਾ ਕਦੋਂ ਤੇ ਕਿਵੇਂ। ਬਿਲਕੁਲ ਬਿਲਕੁਲ। ਸੋ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਜਿਨ੍ਹਾਂ ਨੇ ਪਿਛਲੇ ਦਿਨੀ ਉਸ ਵਕਤ ਦੀ ਐਗਜ਼ੈਕਟਿਵ ਕਮੇਟੀ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਬਾਹਰ ਖਿਲਾਰ ਕੇ ਸ਼ਰਮਿੰਦਾ ਕੀਤਾ, ਸਿੱਖ ਪਰੰਪਰਾਵਾਂ ਅਨੁਸਾਰ ਸਜ਼ਾ ਵੀ ਸੁਣਾਈ, ਤਾਂ ਇਸ ਮਾਮਲੇ ਤੇ ਉਹਨਾਂ ਦਾ ਜਿਹੜਾ ਕਿ ਹੁਕਮ ਜਾਂ ਉਹਨਾਂ ਦਾ ਆਦੇਸ਼ ਜਾਂ ਉਹਨਾਂ ਦੀ ਜਿਹੜੀ ਰਾਏ ਹੋਏਗੀ ਵੀ ਸਰੂਪ ਆਖਿਰ ਕਿੱਥੇ ਆ। ਗਲਤੀ ਹੋਈ ਆ, ਇਹਨਾਂ ਤੋਂ ਗਲਤੀ ਕੀਤੀ ਆ, ਗੁਨਾਹ ਹੋਇਆ ਵੀ ਉਸ ਵਕਤ ਇਹਨਾਂ ਨੇ ਪਛਤਾਵਾ ਵੀ ਨਹੀਂ ਕੀਤਾ ਜਿਹੜੇ ਸਰੂਪ ਅਗਨ ਭੇਟ ਹੋਏ ਸੀ, ਜਾਂ ਜਿਹੜੇ ਸਰੂਪ ਉਸ ਤੋਂ ਬਾਅਦ ਗੋਇੰਦਵਾਲ ਸਾਹਿਬ ਜਾ ਕੇ ਜਿਹੜੇ ਸਰੂਪ ਅਗਨ ਭੇਟ ਕੀਤੇ ਗਏ। ਤਾਂ ਅਗਲਾ ਜਿਹੜਾ ਮਾਹੌਲ ਕੀ ਹੋਏਗਾ ਸ਼੍ਰੋਮਣੀ ਕਮੇਟੀ ਦੇ ਬਾਹਰ ਅਸੀਂ ਜਿਹੜਾ ਇਸ ਵਕਤ ਪ੍ਰਦਰਸ਼ਨ ਕਰ ਰਹੇ ਹਾਂ। ਤਾਂ ਸ਼ੁਕਰੀਆ ਜੀ, ਅਸੀਂ ਅਗਲੀ ਵੀ ਜਿਹੜੀ ਅਪਡੇਟ ਤੁਹਾਨੂੰ ਦਿਆਂਗੇ। ਧੰਨਵਾਦ, ਜੁੜੇ ਰਹੋ KTV ਗਲੋਬਲ ਦੇ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ